ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ ਤੇ ਪ੍ਰੋਗਰਾਮ ਇਲੈਕਸ਼ਨ ਆਰ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋ ਚੁੱਕਾ ਹਾਂ। ਦੋਸਤੋ, ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਰੰਗ ਨੇ ਉਹ ਕਾਫੀ ਵੱਖਰੇ ਵੇਖਣ ਨੂੰ ਮਿਲੇ ਨੇ, ਕਾਫੀ ਫੇਰ ਬਦਲ ਹੋਏ ਨੇ। ਸਮੀਕਰਨ ਸਾਰੇ ਹੀ ਪਾਰਟੀਆਂ ਦੇ ਸ਼ਾਇਦ ਕੁਝ ਚੇਂਜ ਹੋ ਚੁੱਕੇ ਨੇ ਜਾਂ ਫਿਰ ਚੇਂਜ ਕੀਤੇ ਜਾ ਰਹੇ ਨੇ। ਸੋ ਇਹਨਾਂ ਸਾਰੇ ਸਮੀਕਰਨਾਂ ਨੂੰ ਅਲੱਗ-ਅਲੱਗ ਪਾਰਟੀ ਦੇ ਨੁਮਾਇੰਦੇ ਕਿਵੇਂ ਦੇਖਦੇ ਨੇ, ਸਟ੍ਰੈਟਜੀ ਨੇ ਜਾਂ ਕਿਵੇਂ ਉਹ ਸਭ ਚੀਜ਼ ਨੂੰ ਵੇਖਦੇ ਨੇ, ਉਹਨਾਂ ਬਾਰੇ ਖੁੱਲ੍ਹ ਕੇ ਗੱਲਬਾਤ ਅੱਜ ਹੋਵੇਗੀ। ਸੋ ਇਸ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਇੱਕ ਪੈਨਲ जुड़ चुका है जो कि ने अकाली तो साडे नाल जुड़े ने एडवोकेट हरीश राय टांडा जी, कांग्रेस तो साडे नाल जुड़े ने एडवोकेट करनजोत सिंह चिक्का जी, आम आदमी पार्टी तो साडे नाल जुड़े ने एडवोकेट कश्मीर सिंह मल्ली जी एंड साडे नाल सीनियर पत्रकार खास तौर पर जुड़े ने गुरमीत सिंह पलाही जी। सो सारे ही सज्जणा का मैं तहे दिलों स्वागत करदा वां। सत श्री अकाल जी सारिआं नूं। सत श्री अकाल जी। सब तो पहला तो मैं ਜਿਹੜੇ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜੇ ਨੇ ਗੁਰਮੀਤ ਸਿੰਘ ਪਲਾਹੀ ਜੀ, ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੱਤਰਕਾਰੀ ਵਿੱਚ ਨੇ। ਸੋ ਸਰ, ਜਿਹੜਾ ਹੁਣ ਸਮਾਂ ਚੱਲ ਰਿਹਾ ਤੁਸੀਂ ਇਸ ਨੂੰ ਅਗਰ ਇਤਿਹਾਸ ਨਾਲ ਜੋੜ ਕੇ ਦੇਖੋ ਤਾਂ ਕੀ ਅਜਿਹਾ ਮਾਹੌਲ ਪਹਿਲਾਂ ਵੀ ਕਦੀ ਆਇਆ ਜੋ ਸਮੀਕਰਨ ਟੋਟਲੀ ਬਦਲ ਗਏ ਨੇ ਇਲੈਕਸ਼ਨ ਤੋਂ ਜਸਟ 3-4 ਮਹੀਨੇ ਪਹਿਲਾਂ ਜੋ ਫੇਰ ਬਦਲ ਹੋ ਰਹੇ ਨੇ, ਜੋ ਵੱਖਰੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੋਹਿਤ ਜੀ, ਸਭ ਦਾ ਬਹੁਤ ਧੰਨਵਾਦ ਹੈ। ਜੀ ਆਇਆ ਹੈ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ। ਅਸਲ ਵਿੱਚ ਪੰਜਾਬ ਨੇ ਕਦੇ ਇਹੋ ਜਿਹੇ ਦਿਨ ਪਹਿਲਾਂ ਨਹੀਂ ਦੇਖੇ ਜਿਹੜੇ ਦਿਨ ਹੁਣ ਉਸ ਨੂੰ ਦੇਖਣੇ ਪੈ ਰਹੇ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਾਤ ਤੇ ਧਰਮ ਦੇ ਆਧਾਰਿਤ ਜਿਹੜੀ ਸਿਆਸਤ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਸੱਭਿਆਚਾਰ, ਪੰਜਾਬ ਦੀ ਜਿਹੜੀ ਦਿੱਖ ਹੈ, ਪੰਜਾਬ ਦਾ ਜਿਹੜਾ ਅਸਲ ਮਾਇਨੇ ਵਿੱਚ ਰੂਪ ਹੈ, ਉਸ ਦੇ ਉੱਤੇ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਖੜੇ ਕਰਦੇ ਨੇ ਜੀ। ਵੱਖੋ ਵੱਖਰੀਆਂ ਪਾਰਟੀਆਂ ਨੇ ਜਿਸ ਵੇਲੇ ਇਲੈਕਸ਼ਨ ਮੋਡ ਦੇ ਵਿੱਚ ਆਉਣ ਦੀ ਗੱਲ ਕੀਤੀ ਤੇ ਹਰ ਪਾਰਟੀ ਨੇ ਇੱਕੋ ਗੱਲ ਜਿਹੜੀ ਕੀਤੀ ਹੈ ਉਹ ਇਹ ਕਿ ਅਸੀਂ ਫਲਾਨਾ ਮੁੱਖ ਮੰਤਰੀ ਫਲਾਨੇ ਵਿੱਚੋਂ ਬਣਾਵਾਂਗੇ ਤੇ ਫਲਾਨੇ ਮੁੱਖ ਮੰਤਰੀ ਨੂੰ ਫਲਾਨੇ ਵਿੱਚੋਂ ਬਣਾਵਾਂਗੇ। ਜਿਵੇਂ ਮੈਂ ਉਦਾਹਰਨ ਦਿਆਂ ਕਿ ਅਕਾਲੀ ਦਲ ਵਾਲਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਸਾਡਾ ਜਿਹੜਾ ਉਪ ਮੁੱਖ ਮੰਤਰੀ ਹੋਏਗਾ ਉਹ ਦਲਿਤ ਭਾਈਚਾਰੇ ਤੋਂ, ਦਲਿਤ ਚੋਂ ਨਹੀਂ, ਮੈਂ ਸ਼ਬਦ ਵਰਤਾਂਗਾ, ਐਸੀ ਕਮਿਊਨਿਟੀ ਦੇ ਵਿੱਚੋਂ ਹੋਏਗਾ। ਇਸੇ ਤਰ੍ਹਾਂ ਕਾਂਗਰਸ ਵਾਲਿਆਂ ਨੇ ਜੋ ਤੁਹਾਡੇ ਸਾਹਮਣੇ ਇਸ ਵੇਲੇ ਸਵਾਲ ਖੜੇ ਕੀਤੇ ਨੇ, ਬਹੁਤ ਦਿਨਾਂ ਦੀ ਲੜਾਈ ਤੋਂ ਬਾਅਦ ਇੱਕ ਇਹੋ ਜਿਹਾ ਇੱਕ ਦ੍ਰਿਸ਼ ਸਿਰਜ ਹੋ ਗਿਆ ਜਿਹਦੇ ਵਿੱਚ ਇਹ ਕਿਹਾ ਜਾਣ ਲੱਗ ਪਿਆ ਕਿ ਜੋ ਕੁਝ ਪੰਜਾਬ ਦੇ ਵਿੱਚ ਜਾਤ ਤੇ ਧਰਮ ਦੇ ਆਧਾਰ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ, ਉਸ ਦਾ ਇੱਕ ਦ੍ਰਿਸ਼ਟਾਂਤ ਜਿਹੜਾ ਹੈ ਉਹ ਕਾਂਗਰਸ ਨੇ ਪੇਸ਼ ਕਰ ਦਿੱਤਾ ਔਰ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਖੜੇ ਕਰ ਦਿੱਤੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਵੱਖਰੀ ਕਿਸਮ ਦਾ ਚਿਹਰਾ ਜਿਹੜਾ ਹੈ ਉਸ ਦੀ ਤਲਾਸ਼ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ। ਤੋ ਮੇਰੀ ਸਮਝ ਇਹ ਕਹਿੰਦੀ ਹੈ ਕਿ ਪੰਜਾਬ ਨੇ ਬੜੇ ਲੰਮੇ ਸਮੇਂ ਬਾਅਦ ਕੁਝ ਇਹੋ ਜਿਹੇ ਦ੍ਰਿਸ਼ਟਾਂਤ ਦੇਖੇ ਨੇ ਜਿਨ੍ਹਾਂ ਦੀ ਤਵੱਕੂ ਸ਼ਾਇਦ ਪੰਜਾਬ ਦੇ ਸਿਆਣੇ ਲੋਕਾਂ ਨੂੰ ਨਹੀਂ ਸੀ। ਹੁਣ ਇਵੇਂ ਲੱਗਦਾ ਵੀ ਜਿਵੇਂ ਯੂਪੀ ਦੇ ਵਿੱਚ ਜਾਤ ਧਰਮ ਦੇ ਆਧਾਰ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਜਿਸ ਢੰਗ ਦੇ ਨਾਲ ਵੋਟਾਂ ਦਾ ਸਮੀਕਰਨ ਬਦਲਣ ਦਾ ਉੱਥੇ ਯਤਨ ਹੋ ਰਿਹਾ ਕਿ ਪੰਜਾਬ ਉਸ ਪਾਸੇ ਵੱਲ ਨੂੰ ਤੇ ਨਹੀਂ ਵੱਧ ਰਿਹਾ। ਇਹ ਸਵਾਲ ਹੈ ਜਿਹੜਾ ਅੱਜ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਮਾਨਯੋਗ ਵੱਖੋ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਕੇ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਉਹਨਾਂ ਤੋਂ ਪੁੱਛਣਾ ਚਾਹਾਂਗਾ ਔਰ ਇਸੇ ਗੱਲ ਨੂੰ ਅਸੀਂ ਆਪਣੀ ਬਹਿਸ ਜਿਹੜੀ ਹੈ ਜਾਂ ਜਿਹੜਾ ਵਿਚਾਰ ਚਰਚਾ ਹੈ ਉਸ ਦਾ ਵਿਸ਼ਾ ਬਣਾ ਰਹੇ ਹਾਂ ਜੀ। तो सब तो पहला मैं करनजोत सिंह चिक्का होना को पूछांगा कि जी बड़ी वधिया गल गुरमीत सिंह पलाही जी होना ने आखी है एंड ईवन असी अजकल के समय में देख भी रहे हैं कि जो कांग्रेस ने पिछे जी किया पहला तो काफ़ी चेर वो यही कहते रहे कि भाई साडी इंटरनल पॉलिटिक्स है, बट वो पॉलिटिक्स इन्नी वध गई, एक तरह की लड़ाई ही सी। जिस तो बाद मुख मंत्री जोड़े से हूँ तो चलो साबका नाम मोरे लाना पै रहा कैप्टन अमरिंदर सिंह होना दे कि उन्होंने अपनी सीट छड्ड दित्ती। उस तो बाद चरणजीत सिंह चन्नी होने आउंदे ने, बट उन्होंने बनाउण तो बाद एक लड़ाई चल पई, एक वक्री बहस चल पई कि हाँ भी अनुसूचित जाति या भी एससी कम्यूनिटी जिवें सर ने हुणां ने कहा ਉਹਦੇ ਕਰਕੇ ਇੱਕ ਵੱਖਰੀ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਐਂਡ ਇਹੋ ਜਿਹੀ ਰਾਜਨੀਤੀ ਅਸੀਂ ਇੰਡੀਆ ਦੇ ਹੋਰਾਂ ਸੂਬਿਆਂ ਵਿੱਚ ਵੇਖ ਰਹੇ ਹਾਂ, ਖਾਸ ਕਰਕੇ ਬੀਜੇਪੀ ਓਕੂਪਾਈਡ ਜਿੱਥੇ ਰਾਜ ਹੁੰਦੇ ਨੇ ਉੱਥੇ ਇਹੋ ਜਿਹੀ ਚੀਜ਼ ਚੱਲਦੀ ਹੈ ਕਿ ਹਾਂ ਵੀ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਦੇਣਾ। ਸੋ ਮੈਂ ਕਹਾਂਗਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਇਸ ਗੱਲ ਤੇ ਬਹਿਸ ਕਰ ਰਹੇ ਹਾਂ ਕਿ ਬਈ ਕਿਹੜੀ ਕੈਟੇਗਰੀ ਦਾ ਮੁੱਖ ਮੰਤਰੀ ਬਣਾਇਆ ਜਾਂ ਕਿਹੜੀ ਕੈਟੇਗਰੀ ਦਾ ਉਪ ਮੁੱਖ ਮੰਤਰੀ ਅਸੀਂ ਬਣਾਵਾਂਗੇ। ਸੋ ਤੁਸੀਂ
ਕੀ ਕਹਿੰਦੇ ਹੋ ਕਰਨਜੋਤ ਸਿੰਘ ਚਿੱਕਾ ਜੀ, ਜੋ ਫੇਰ ਬਦਲ ਤੁਹਾਡੀ ਪਾਰਟੀ ਵੱਲੋਂ ਖਾਸ ਤੌਰ ਤੇ ਸਾਹਮਣੇ ਆਏ ਨੇ? ਮੋਹਿਤ ਜੀ, ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਕਰਦਾ, ਤੁਸੀਂ ਆਪਣੇ ਚੈਨਲ ਤੇ ਮੈਨੂੰ ਬੁਲਾਇਆ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮੈਨੂੰ ਦਿੱਤਾ। ਨਾਲੇ ਨਾਲ ਮੇਰੇ ਨਾਲ ਜਿਹੜੇ ਸੀਨੀਅਰ ਪੈਨਲਿਸਟ ਹਨ, ਚਾਹੇ ਉਹ ਪਲਾਈ ਸਾਹਿਬ ਹੋਣ, ਸੀਨੀਅਰ ਐਡਵੋਕੇਟ ਢਾਂਡਾ ਜੀ ਹੋਣ, ਸੀਨੀਅਰ ਐਡਵੋਕੇਟ ਮੱਲੀ ਜੀ ਹੋਣ, ਉਹਨਾਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੱਲ ਜਿਹੜੀ ਤੁਹਾਡੀ ਆਂਦੀ ਆ, ਦੇਖੋ ਜੀ, ਤੁਸੀਂ ਇਹ ਮੀਡੀਆ ਜਾਂ ਆਪੋਜੀਸ਼ਨ ਇਸ ਚੀਜ਼ ਨੂੰ ਕਿਵੇਂ ਪੋਰਟਰੇ ਕਰ ਰਹੀ ਹੈ? ਸਾਡੇ ਗੁਰੂਆਂ ਨੇ ਇਹ ਗੱਲ ਕਹੀ ਹੈ, ਮਾਨਸ ਕੀ ਜਾਤ ਸਭ ਏਕ ਪਹਿਚਾਨ ਹੋ। ਪਰਮਾਤਮਾ ਦੀ ਨਿਗਾਹ ਦੇ ਵਿੱਚ, ਰੱਬ ਦੀ ਨਿਗਾਹ ਵਿੱਚ, ਇਨਸਾਨੀਅਤ ਦੀ ਨਿਗਾਹ ਵਿੱਚ ਕੋਈ ਦਲਿਤ ਨਹੀਂ ਆ, ਕੋਈ ਜਨਰਲ ਨਹੀਂ ਆ, ਕੋਈ ਕੁਛ ਨਹੀਂ ਆ। ਜਿਹੜਾ ਇਨਸਾਨ ਮਿਹਨਤ ਕਰਦਾ, ਹੱਕ ਹਲਾਲ ਨਾਲ ਮਿਹਨਤ ਕਰਦਾ, ਸਿੰਸੈਰਿਟੀ ਨਾਲ ਮਿਹਨਤ ਕਰਦਾ, ਉਹ ਅੱਗੇ ਵੱਧਦਾ। ਹੁਣ ਚੰਨੀ ਜੀ ਸਾਡੇ ਮਾਨਯੋਗ ਜੋ ਚੀਫ ਮਿਨਿਸਟਰ ਬਣੇ ਆ, ਜੇ ਆਪਾਂ ਉਹਨਾਂ ਦੀ ਸਟਰਗਲ ਦੇਖੀਏ ਟੂਵਰਡਸ ਪਾਰਟੀ, ਉਹ ਪਹਿਲਾਂ ਕਾਉਂਸਲਰ ਵੀ ਰਹਿ ਚੁੱਕੇ ਹਨ। 2007 ਚ ਉਹਨਾਂ ਨੇ ਇਲੈਕਸ਼ਨ ਲੜੀਆਂ, 3 ਟਰਮਸ ਉਹ ਇਲੈਕਸ਼ਨ ਜਿੱਤੇ। ਬਾਅਦ ਵਿੱਚ ਉਹ ਕੈਬਨਿਟ ਮੰਤਰੀ, ਜਿਹਨਾਂ ਨੂੰ ਕੈਪਟਨ ਸਾਹਿਬ ਨੇ ਆਪਣੀ ਕੈਬਨਿਟ ਵਿੱਚ ਰੱਖਿਆ ਤੇ ਕੈਬਨਿਟ ਮੰਤਰੀ ਬਣੇ ਹਨ। ਤੇ ਜੇ ਆਪਾਂ ਇਹ ਗੱਲ ਕਹੀਏ ਕਿ ਉਹਨਾਂ ਦੀ ਸਿਲੈਕਸ਼ਨ ਔਨ ਦੀ ਬੇਸਿਸ ਆਫ ਕਾਸਟ ਹੋਈ ਆ, ਉਹ ਬਿਲਕੁਲ ਗਲਤ ਹੋਈ ਆ। ਉਹਨਾਂ ਦੀ ਸਿਲੈਕਸ਼ਨ ਜੋ ਹੋਈ ਆ ਔਨ ਦੀ ਬੇਸਿਸ ਆਫ ਕ੍ਰੈਡੀਬਿਲਿਟੀ, ਔਨ ਦੀ ਬੇਸਿਸ ਆਫ ਮੈਰਿਟ, ਔਨ ਦੀ ਬੇਸਿਸ ਆਫ ਕਿੰਨੀ ਡਾਊਨ ਟੂ ਅਰਥ ਪਰਸਨੈਲਿਟੀ, ਲੋਕਾਂ ਵਿੱਚ ਕਿੱਦਾਂ ਵਿਚਰਦੇ ਆ, ਪੀਪਲਸ ਮੈਨ ਆ, ਲੀਡਰ ਆਫ ਮਾਸਿਸ ਆ, ਔਨ ਦੀ ਬੇਸਿਸ ਆਫ ਉਹ ਹੋਈ ਆ। ਪਰ ਇਹਦੇ ਨਾਲ ਕਿ ਹੁਣ ਇੱਕ ਆਪਾਂ ਕਹਿ ਰਹੇ ਹਾਂ ਕਿ ਇੱਕ ਆਪਾਂ ਐਸਸੀ ਸਮਾਜ ਜਾਂ ਦਲਿਤ ਸਮਾਜ ਵਿੱਚੋਂ ਚੀਫ ਮਿਨਿਸਟਰ ਬਣਾਉਣ ਨਾਲ ਅਸੀਂ ਇੱਕ ਉਹ ਪੋਲਿਟਿਕਸ ਕਰ ਰਹੇ ਹਾਂ, ਜੋ ਕਿ ਬਿਲਕੁਲ ਗਲਤ ਹੈ। The selection of the chief minister is simply based upon the merits, credibility. And the most important thing is ਕਿ ਜੇ ਉਹ ਦਲਿਤ ਹਨ ਜਾਂ ਐਸਸੀ ਸਮਾਜ ਨਾਲ ਜੁੜੇ ਹੋਏ ਹਨ, then that is no bar to become a chief minister. ਸਾਡੀ ਕਾਂਗਰਸ ਪਾਰਟੀ does not believe in the politics of polarization, does not believe in the party of regionalism. It is simply on the propaganda of secularism. ਤੇ ਜਿਹੜਾ ਵੀ ਬੰਦਾ, ਜਿਹੜਾ ਵੀ ਇਨਸਾਨ ਆ, ਚਾਹੇ ਉਹ ਕਿਸੇ ਵੀ ਸਮਾਜ ਨਾਲ ਹਿੱਸਾ ਰੱਖਦਾ ਹੋਵੇ, ਜੇ ਉਹ ਆਪਣੀ ਮਿਹਨਤ, ਆਪਣੀ ਕ੍ਰੈਡੀਬਿਲਿਟੀ ਸ਼ੋ ਕਰੇ, he can become a chief minister, which the Congress party has shown. ਇਹ ਚ ਕੋਈ ਏਦਾਂ ਦੀ ਗੱਲ ਨਹੀਂ ਅਸੀਂ ਦਲਿਤ ਨੂੰ ਬਣਾਇਆ, ਅਸੀਂ ਉਹ ਬੰਦੇ ਨੂੰ ਬਣਾਇਆ ਜੋ ਡਿਜ਼ਰਵ ਕਰਦਾ ਸੀ। And if he is Dalit, then he was not a bar to become a chief minister. ਜੀ ਹਰੀਸ਼ ਜੀ, ਤੁਸੀਂ ਸੀਨੀਅਰ ਹੋ, ਤੁਸੀਂ ਸੀਨੀਅਰ ਐਡਵੋਕੇਟ ਵੀ ਹੋ, ਪਰ ਤੁਹਾਡੀ ਪਾਰਟੀ ਨੇ ਵੀ ਕਿਤੇ ਨਾ ਕਿਤੇ ਸੇਮ ਇਹੋ ਜਿਹੇ ਵਾਅਦੇ ਕੀਤੇ ਸੀਗੇ ਕਿ ਹਾਂ ਬਈ ਅਸੀਂ ਡੈਪਟੀ ਸੀਐਮ ਜਿਹੜਾ ਬਣਾਵਾਂਗੇ, ਇੱਕ ਇਹੋ ਜਿਹੀ ਕੈਟੇਗਰੀ ਤੋਂ ਬਣਾਵਾਂਗੇ ਤਾਂ ਜੋ, ਕਿਉਂਕਿ ਸਾਰਿਆਂ ਨੂੰ ਪਤਾ ਕਿ 32% ਵੋਟ ਬੈਂਕ ਹੈ ਪੰਜਾਬ ਦੇ ਵਿੱਚ। ਸੋ ਹੁਣ ਕਾਂਗਰਸ ਨੇ ਜਦੋਂ ਅਜਿਹਾ ਕੰਮ ਕੀਤਾ ਤਾਂ ਕੀ ਅਕਾਲੀ ਦਲ ਫੇਰ ਕਹਿ ਰਿਹਾ ਕਿ ਨਹੀਂ, ਇਹਨਾਂ ਨੇ ਜਾਣਬੁੱਝ ਕੇ ਮਤਲਬ ਕਹਿ ਲਓ ਕਿ ਮੌਕੇ ਤੇ ਚੌਕਾ ਮਾਰਿਆ ਕੁਝ ਹੋਰ? ਤੁਸੀਂ ਕੀ ਆਖਦੇ ਹੋ, ਤੁਹਾਡੀ ਪਾਰਟੀ ਕੀ ਸੋਚਦੀ ਇਸ ਪੂਰੇ ਜਿਹੜਾ ਇਸ਼ੂ ਜਿਹੜਾ ਹੁਣ ਹੋਇਆ ਖੜਾ? ਅਸੀਂ ਸਦਾ ਸੋਚਦੇ ਸੀ ਹਰ ਵਰਗ ਦੀ ਇੰਪਾਵਰਮੈਂਟ ਹੋਣੀ ਚਾਹੀਦੀ ਹੈ। ਪੰਜਾਬ ਹਿੰਦੁਸਤਾਨ ਦਾ ਐਸਾ ਪ੍ਰਾਂਤ ਹੈ ਜਿਹਦੇ ਤੇ ਇਹ ਭਾਈਚਾਰੇ ਦੀ ਸਭ ਤੋਂ ਵੱਧ ਸ਼ਮੂਲੀਅਤ ਹੈ, 31% ਤੇ ਵੱਧ ਹੈ, ਬਿਟਵੀਨ 31 and 32। ਅਸੀਂ ਉਸ ਨਜ਼ਰੀਏ ਨਾਲ ਡੈਫੀਨੇਟਲੀ ਕਿਹਾ ਸੀ ਕਿ ਹਰੇਕ ਦੀਆਂ ਐਸਪੀਰੇਸ਼ਨਸ ਪੂਰੀਆਂ ਕਰਾਂਗੇ। ਐਂਡ ਮੇਰੇ ਬ੍ਰਦਰ ਨੇ, ਕਰਨਜੋਤ ਜੀ ਨੇ ਬਿਲਕੁਲ ਜਿਹੜੀ ਗੱਲ ਕਹੀ ਹੈ, ਮੈਂ ਚੰਨੀ ਜੀ ਦੀ ਮੁਬਾਰਕਬਾਦ ਵੀ ਦਿੰਦਾ, ਉਹਨਾਂ ਦੀ ਤਾਰੀਫ ਵੀ ਕਰਦਾ ਕਿ ਇੱਕ ਕਾਮਨ ਬੰਦੇ ਨੂੰ ਮੌਕਾ ਮਿਲਿਆ ਮੁੱਖ ਮੰਤਰੀ ਬਣਨ ਦਾ। ਪਰ ਸਿਲੈਕਸ਼ਨ ਉਹਨਾਂ ਦੀ ਕਾਬਲੀਅਤ ਨਹੀਂ ਸੀ, ਇੱਥੇ ਮੈਂ ਐਗਰੀ ਨਹੀਂ ਕਰਦਾ। ਦੇਖੋ, ਸਭ ਤੋਂ ਪਹਿਲਾਂ ਤਾਂ ਅੰਬਿਕਾ ਸੋਨੀ ਜੀ ਦਾ ਨਾਮ ਆਇਆ ਤੇ ਉਹਨਾਂ ਨੇ ਇੱਕ ਹੋਰ ਗੱਲ ਕਹਿ ਕੇ ਇਹੋ ਜਿਹਾ ਹੀ ਇਸ਼ਾਰਾ ਕਰਕੇ ਪਿੱਛੇ ਆ ਗਏ। ਫਿਰ 42 MLAs ਨੇ ਵੋਟਿੰਗ ਦੇ ਵਿੱਚ ਜਾਖੜ ਸਾਹਿਬ ਨੂੰ ਸਿਲੈਕਟ, ਐਂਡ ਜਾਖੜ ਸਾਹਿਬ ਦੀ ਵੀ ਕਾਬਲੀਅਤ 'ਚ ਕੋਈ ਕਮੀ ਨਹੀਂ ਹੈ, ਉਹ ਇਹਨਾਂ ਨਾਲੋਂ ਵੀ ਵੱਧ ਵਾਰ MLA ਰਹਿ ਚੁੱਕੇ ਨੇ, ਉਹ ਲੀਡ ਕਰ ਚੁੱਕੇ ਆ ਪਾਰਟੀ ਨੂੰ, ਐਂਡ ਉਹ ਮਿਨਿਸਟਰ ਵੀ ਰਹਿ ਚੁੱਕੇ ਆ। ਪਰ ਉਹਨਾਂ ਨੂੰ ਇਸੇ ਗੱਲ ਕਰਕੇ ਪਿੱਛੇ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀਗੀ, ਜਿਹੜੀ ਉਹਨਾਂ ਦੀ ਆਈਡੈਂਟਿਟੀ ਸੀਗੀ, ਉਹ ਆਈਡੈਂਟਿਟੀ ਤੇ ਆਪੱਤੀ ਸੀ। ਫਿਰ ਇਹਨਾਂ ਨੇ ਇੱਕ ਹੋਰ ਮੰਤਰੀ ਸਾਹਿਬ ਨੂੰ ਲੈ ਕੇ ਆਏ, ਸੁੱਖੀ ਜੀ ਨੂੰ, ਉਹਦੇ ਤੇ ਫਿਰ ਸਿੱਧੂ ਸਾਹਿਬ ਨੇ ਅੜੇ ਕਿ ਜੇ ਇਹਨੂੰ ਲਾਣਾ ਤਾਂ ਮੈਨੂੰ ਕਿਉਂ ਨਹੀਂ, ਕਿਉਂ ਜੇ ਤੁਸੀਂ ਕਿਸੇ ਹੋਰ ਭਾਈਚਾਰੇ ਚੋਂ ਨਹੀਂ ਲਾ ਰਹੇ ਤੇ ਜੇ ਸਾਡੇ ਭਾਈਚਾਰੇ ਚੋਂ ਲਾ ਰਹੇ ਆ ਤਾਂ ਵਾਈ ਨਾਟ। ਐਂਡ ਹੀ ਵਾਸ ਰਾਈਟ ਕਿ ਮੈਨੂੰ 3 ਮਹੀਨੇ 6 ਮਹੀਨੇ ਬਾਅਦ ਤੁਸੀਂ ਕਹੋਗੇ ਇਹ ਤਾਂ CM ਹੈ ਕੈਂਡੀਡੇਟ, ਅੱਜ ਕਿਉਂ ਨਹੀਂ ਕਹੋਗੇ? ਉੱਥੇ ਫਿਰ ਚੰਨੀ ਜੀ ਨੂੰ ਲੈ ਕੇ ਆਏ। ਦੇਖੋ, ਚੰਨੀ ਜੀ ਦੀ ਕਾਬਲੀਅਤ 'ਚ ਮੈਂ ਕਮੀ ਨਹੀਂ ਕਰਦਾ। ਚੰਨੀ ਜੀ ਨੂੰ ਤਾਂ ਤੁਸੀਂ ਪਿਛਲੀ ਵਾਰ ਵੀ ਲੀਡਰ ਆਫ ਦੀ ਆਪੋਜੀਸ਼ਨ ਬਣਾਇਆ ਸੀ, ਫਿਰ ਉਹਨਾਂ ਨੂੰ ਕੈਰੀ ਫਾਰਵਰਡ ਕਿਉਂ ਨਹੀਂ ਕੀਤਾ? ਵਾਈ ਹੀ ਵਾਸ ਨਾਟ ਕੈਰੀ ਫਾਰਵਰਡ? ਚੰਨੀ ਜੀ ਨੂੰ ਤੁਸੀਂ ਕੈਬਨਿਟ 'ਚ ਲਿਆ, ਨੋ ਡਾਊਟ, ਇਨਸਿਗਨੀਫੀਕੈਂਟ ਉਹਨਾਂ ਨੂੰ ਪੋਰਟਫੋਲੀਓ ਦਿੱਤਾ। ਵੈਰਐਜ਼ ਕਈ ਹੋਰ ਜਿਹੜੇ ਕਿ ਇਹਨਾਂ ਨਾਲੋਂ, ਚੰਨੀ ਜੀ ਨਾਲੋਂ ਘੱਟ ਐਕਸਪੀਰੀਅੰਸ ਰੱਖਦੇ ਆ, ਭਾਰਤ ਭੂਸ਼ਣ ਆਸ਼ੂ ਵਰਗਿਆਂ ਨੂੰ, ਉਹਨਾਂ ਨੂੰ ਤੁਸੀਂ ਐਡੇ ਫੈਟ ਪੋਰਟਫੋਲੀਓਸ ਦਿੱਤੇ ਜਿੱਥੇ ਉਹਨਾਂ ਦੀ ਵਰਕਿੰਗ ਤੇ ਵੀ ਬੜੇ ਕੁਐਸਚਨ ਮਾਰਕ ਉੱਠਦੇ। ਤੁਸੀਂ ਚੰਨੀ ਜੀ ਨੂੰ ਸਾਈਡ ਟਰੈਕ ਕਰਕੇ ਰੱਖਿਆ, ਚੰਨੀ ਜੀ ਨੂੰ ਇਗਨੋਰ ਕਰਕੇ ਰੱਖਿਆ।
ਤੇ ਹੁਣ ਇੱਕਦਮ ਚੰਨੀ ਜੀ ਨੂੰ ਲਿਆ ਕੇ ਜਦ ਮੁੱਖ ਮੰਤਰੀ ਬਣਾਉਂਦੇ ਹੋ ਤੇ ਨੈਚੁਰਲੀ ਕੁਐਸਚਨਸ ਤਾਂ ਰੇਜ਼ ਹੋਣਗੇ। ਬਟ ਇਹ ਮੈਂ ਐਗਰੀ ਕਰਦਾ ਜਿਹੜੀ ਭਾਈ ਸਾਹਿਬ ਨੇ ਪਹਿਲਾਂ ਕਹੀ ਗੱਲ ਕਿ ਪੰਜਾਬ ਵੀ ਜਾਤ ਪੋਲਿਟਿਕਸ ਵੱਲ ਜਾ ਰਿਹਾ, ਇਹ ਹਿੰਦੁਸਤਾਨ ਜਾ ਰਿਹਾ। ਕੇਜਰੀਵਾਲ ਜੀ ਨੇ ਵੀ ਮੰਦਰ ਯਾਤਰਾ ਸ਼ੁਰੂ ਕੀਤੀ, ਰਾਹੁਲ ਗਾਂਧੀ ਜੀ ਨੇ ਵੀ ਮੰਦਰ ਯਾਤਰਾ ਸ਼ੁਰੂ ਕੀਤੀ। ਤੁਸੀਂ ਇਹਨੂੰ ਫੋਲੋ ਕਰੋ ਕਿ ਕਿੰਨਾ ਕਰਮ ਚੱਲਦਾ। ਤੇ ਫਿਰ ਪੰਜਾਬ ਦੇ ਵਿੱਚ ਅੱਜ ਤੱਕ ਕਾਸਟ ਦੇ ਨਾਮ ਤੇ ਕਿਤੇ ਵੀ ਵੋਟ ਨਹੀਂ ਪੈਂਦੀ, ਬਾਰਿੰਗ ਵੈਰੀ ਫਿਊ ਸਮਾਲ ਏਰੀਆਜ਼ ਜਿਹੜੇ ਸਾਡੇ ਹਰਿਆਣੇ ਦੇ ਨਾਲ ਅਟੈਚ ਹੁੰਦੇ ਆ। ਹਰਿਆਣੇ ਦੇ ਵਿੱਚ ਕਾਸਟ ਪੋਲਿਟਿਕਸ ਬੜੀ ਕਲੀਅਰ ਹੈ, ਬੜੀ ਡੋਮੀਨੈਂਟ ਹੈ, ਬੜੇ ਉਸ ਢੰਗ ਦੇ ਨਾਲ ਵੋਟਾਂ ਪੈਂਦੀਆਂ, ਯੂਪੀ ਨਾਲੋਂ ਵੀ ਜ਼ਿਆਦਾ ਸਟਰੋਂਗ। ਪਰ ਇਹ ਪੰਜਾਬ ਦੇ ਵਿੱਚ ਇਹਦੇ ਆਉਣ ਦੇ ਬਾਅਦ ਸੰਕੇਤ ਮਿਲੇ ਹੈ, ਐਂਡ ਜਿਸ ਕਿਸਮ ਨਾਲ ਹੁਣ ਕਿਰਿਆਕਰਮ ਚੱਲ ਰਿਹਾ ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਪ੍ਰੋਜੈਕਟ ਕਰਕੇ ਗੇਨ ਲੈਣ ਦੀ ਕੋਸ਼ਿਸ਼ ਹੈ। ਠੀਕ ਹੈ, ਗੇਨ ਮਿਲੂਗਾ ਡੈਫੀਨਿਟਲੀ, ਨੋ ਡਾਊਟ, ਬਟ ਇਹ ਅਲਟੀਮੇਟਲੀ ਜਿਹੜੀ ਪੰਜਾਬ ਦਾ ਫਾਈਬਰ ਹੈ ਸੋਸਾਇਟੀ ਦਾ, ਉਹਨੂੰ ਡੈਮੇਜ ਹੋਊਗਾ। ਇਹ ਅਵੋਇਡੇਬਲ। ਹੁਣ ਦੇਖੋ 3 ਮਹੀਨੇ ਲਈ ਹੈ, ਪ੍ਰੈਕਟੀਕਲੀ 100 ਦਿਨ ਇਹਨਾਂ ਕੋਲ ਵਰਕ ਕਰਨ ਦੀ ਜਦ ਤੱਕ ਕੋਡ ਲੱਗ ਜਾਣਾ, ਐਂਡ ਉਹਦੇ ਵਿੱਚ ਚੰਨੀ ਜੀ ਨੂੰ ਆਪਣੀ ਕਾਬਲੀਅਤ ਦਿਖਾਉਣ ਦੀ ਵੀ ਬਹੁਤ ਥੋੜਾ ਸਮਾਂ। ਕਿਸੇ ਨੂੰ ਵੀ ਕਹੋ ਕਿ 100 ਦਿਨਾਂ ਦੇ ਵਿੱਚ ਉਹ ਐਕਸਪ੍ਰੈਸ ਕਰ ਦੇਵੇ ਆਪਣੀ ਕਾਬਲੀਅਤ ਤੋਂ ਨਹੀਂ ਕਰ ਸਕਣਗੇ, ਐਂਡ ਚੈਲੰਜਸ ਪੰਜਾਬ ਦੇ ਅੱਗੇ ਉੱਥੇ ਦੇ ਉੱਥੇ ਹੀ ਖੜੇ। ਸੋ ਹਲੇ ਹੋਰ ਪਾਸੇ ਵੀ ਪੋਲਿਟਿਕਸ ਜਾਊਗੀ ਜਿਹੜੀ ਜਾਣੀ ਨਹੀਂ ਚਾਹੀਦੀ। ਆਉਣ ਵਾਲੇ ਦਿਨਾਂ 'ਚ ਦੇਖਾਂਗੇ ਉਹਦੇ 'ਚ ਵੈਂਡੇਟਾ ਪੋਲਿਟਿਕਸ ਚੱਲੂਗੀ, ਕਈ ਕੁਝ ਚੱਲੂਗੀ, ਬਟ ਇਹ ਜਿਹੜੇ ਹਾਲਾਤ ਹੈ ਇਹ ਪੰਜਾਬ ਦੇ ਸ਼ੁਭ ਸੰਕੇਤ ਨਹੀਂ ਜੀ। ਮੈਂ ਹੁਣ ਰੁਕ ਕਰਾਂਗਾ ਕਸ਼ਮੀਰ ਸਿੰਘ ਮੱਲੀ ਹੋਣਾ ਦਾ ਕਿ ਆਮ ਆਦਮੀ ਪਾਰਟੀ 'ਚ ਵੀ ਸੇਮ ਗੱਲਾਂ ਚੱਲ ਰਹੀਆਂ ਸਨ ਕਿ ਅਸੀਂ ਇਹ ਕਰਾਂਗੇ, ਇਸ ਕੈਟੇਗਰੀ ਨੂੰ ਜਾਂ ਇਸ ਕਮਿਊਨਿਟੀ ਨੂੰ ਕੁਝ ਵੱਖਰਾ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਇਨ ਆਲ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਜਿਹੇ ਮੁੱਲ ਪਹਿਲਾਂ ਕਦੇ ਵੀ ਨਹੀਂ ਸੀਗੇ, ਤੇ ਹਰ ਇੱਕ ਪਾਰਟੀ ਦੀ ਕਿਤੇ ਨਾ ਕਿਤੇ ਆਪਣੀ ਕੰਟਰੀਬਿਊਸ਼ਨ ਵੀ ਰਹੀ ਹੈ, ਜਿਸ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਹੁਣ ਚੱਲ ਰਹੀ ਹੈ। ਸੋ ਮੱਲੀ ਸਾਹਿਬ, ਤੁਸੀਂ ਕੀ ਆਖਦੇ ਹੋ ਇਸ ਪੂਰੇ ਟੌਪਿਕ ਦੇ ਬਾਰੇ? ਦੇਖੋ, ਗੱਲ ਇਹ ਤਾਂ ਪਹਿਲੇ ਤਾਂ ਮੈਂ ਸਾਡੇ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਆ ਜੀ, ਉਹਨਾਂ ਨੂੰ ਮੁਬਾਰਕਬਾਦ ਦਿੰਦਾ ਚੰਨੀ ਸਾਹਿਬ ਨੂੰ ਜੀ, ਔਰ ਬੜੇ ਕੁਆਲੀਫਾਈਡ ਹੈਗੇ ਆ। ਹੀ ਇਜ਼ MA, LLB, MBA ਐਂਡ ਨਾਓ ਐਟ ਪ੍ਰੈਜ਼ੈਂਟ ਹੀ ਇਜ਼ ਡੂਇੰਗ PhD, ਸੋ ਬਹੁਤ ਕੁਆਲੀਫਾਈਡ ਹੈਗੇ ਆ। ਤਾਂ ਜਿਹੜੀ ਉਹਨਾਂ ਦੀ ਚੋਇਸ ਹੈ, ਜਿਸ ਤਰ੍ਹਾਂ ਟਾਂਡਾ ਸਾਹਿਬ ਨੇ ਦੱਸਿਆ ਹੈਗਾ ਆ, ਇਹ ਅੰਡਰ ਕੰਪੈਸ਼ਨ ਹੋਈ ਹੈਗੀ ਆ, ਕਿਉਂਕਿ ਜਿਸ ਤਰ੍ਹਾਂ ਦੱਸਿਆ ਟਾਂਡਾ ਸਾਹਿਬ ਨੇ, ਪਹਿਲਾਂ ਅੰਬਿਕਾ ਸੋਨੀ ਦਾ ਨਾਂ ਆਇਆ ਸੀਗਾ, ਉਹਨੇ ਆਪ ਹੀ ਜਵਾਬ ਦਿੱਤਾ ਇਹ ਕਹਿ ਕੇ ਕਿ ਕੋਈ ਸੈਕਸ ਜਿਹੜਾ ਹੈਗਾ ਆ ਉਹ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਫਿਰ ਆਪਣੇ ਇਹਨਾਂ ਦਾ ਨਾਂ ਆਇਆ, ਦੂਸਰਿਆਂ ਦਾ ਕੀ ਨਾਂ ਉਹਨਾਂ ਦਾ, ਅਮਰਾਵਤੀ ਦਾ, ਹਾਂਜੀ ਉਹਨਾਂ ਦਾ ਨਾਂ ਆਇਆ ਹੈਗਾ। ਔਰ ਉਹਨਾਂ ਨੇ ਜਿੱਦਾਂ ਦੱਸਿਆ ਟਾਂਡਾ ਸਾਹਿਬ ਨੇ ਕਿ ਉਹਨਾਂ ਦੇ ਕਾਫੀ ਫੇਵਰੇਟ ਸੀਗੇ MLA, ਪਰ ਉਹ ਉੱਥੇ ਫਿਰ ਗੱਲ ਆ ਗਈ ਨਾ ਕਿ ਹੀ ਇਜ਼ ਨਾਟ ਏ ਸਿੱਖ, ਸੋ ਇਸ ਕਰਕੇ ਉਸ ਤੋਂ ਬਾਅਦ ਫਿਰ ਲਾਸਟ ਵਿੱਚ ਨਾਂ ਜਿਹੜਾ ਆਇਆ ਸੀਗਾ ਉਹ ਆਪਣੇ ਰੰਧਾਵਾ ਸਾਹਿਬ ਦਾ ਆਇਆ, ਸੁਖਵਿੰਦਰ ਸਿੰਘ ਰੰਧਾਵਾ ਜੀ ਦਾ। ਔਰ ਲਾਸਟ ਮੂਮੈਂਟ ਦੇ 4:45 ਵਜੇ ਤੱਕ ਉਹਦਾ ਨਾਂ ਆਲਮੋਸਟ ਫਾਈਨਲ ਹੋ ਚੁੱਕਾ ਸੀਗਾ, ਹਾਈਕਮਾਂਡ ਨੇ ਫਾਈਨਲ ਕਰਤਾ ਸੀਗਾ, ਔਰ ਉਹ ਰਾਜਪਾਲ ਕੋਲ ਜਾ ਰਿਹਾ ਸੀਗਾ ਕਿ ਮੈਨੂੰ ਅਪਾਇੰਟਮੈਂਟ ਦਿਓਗਾ ਉਸ ਲੈਣ ਵਾਸਤੇ। ਪਰ ਸਡਨਲੀ ਜਿਹੜਾ ਨਾਂ ਆ ਗਿਆ ਹੈ ਚੰਨੀ ਸਾਹਿਬ ਦਾ, ਉਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਟਾਂਡਾ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਹੈਗਾ ਆ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ਼ਰ ਪਾਇਆ ਇਸ ਗੱਲ ਦਾ ਕਿ ਜੇ ਤੁਸੀਂ ਜੱਟ ਸੈਕਟਰੀ ਬਣਾਉਣਾ ਹੈਗਾ ਆ ਤਾਂ ਮੈਨੂੰ ਬਣਾਓ, ਨਹੀਂ ਮੈਨੂੰ ਬਣਾਉਣਾ ਤਾਂ ਚੰਨੀ ਸਾਹਿਬ ਨੂੰ ਬਣਾਓ। ਸੋ ਲਾਸਟ ਮੂਮੈਂਟ ਤੇ ਜਾ ਕੇ ਚੰਨੀ ਸਾਹਿਬ ਸਾਹਮਣੇ ਆਏ ਸੀਗੇ, ਤਾਂ ਅਲਟੀਮੇਟਲੀ ਚੰਨੀ ਸਾਹਿਬ ਜਿਹੜਾ ਹੈਗਾ ਆ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਹੈਗਾ ਆ। ਇੱਥੋਂ ਗੱਲ ਹੈਗੀ ਆ ਪੰਜਾਬ ਦੇ ਹਾਲਾਤਾਂ ਦੀ ਜੀ। ਦੇਖੋ, ਸਾਡੀ ਜਿਹੜੀ ਧਰਤੀ ਹੈਗੀ ਆ, ਗੁਰੂਆਂ ਪੀਰਾਂ ਧਰਤੀ ਹੈਗੀ ਆ। ਗੁਰੂ ਨਾਨਕ ਜੀ ਨੇ ਕਿਹਾ ਸੀਗਾ ਕਿ ਮਾਨਕੀ ਜਾਤ ਸਭ ਇੱਕ ਪਹਿਚਾਨ ਹੋ। ਅਸੀਂ ਤਾਂ ਅਰਦਾਸ ਵੇਲੇ ਵੀ ਸਰਬੱਤ ਦੇ ਭਲੇ ਜਿਹੜੀ ਹੈਗੀ ਆ ਉਹ ਗੱਲ ਕਰਦੇ ਹਾਂ ਕੁੱਲ ਕਨਿਆਤ ਦੀ। ਸੋ ਅਸੀਂ ਚਾਹੁੰਦੇ ਹੈਗੇ ਆ ਕਿ ਠੀਕ ਹੈ, ਪੰਜਾਬ ਜਿਹੜਾ ਕੋਈ ਕੁਆਲੀਫਾਈਡ, ਵੈਲ ਐਕਸਪੀਰੀਅੰਸ ਜਿਹੜਾ ਹੈਗਾ ਆ ਉਹ ਬੰਦਾ ਹੋਣਾ ਚਾਹੀਦਾ ਹੈਗਾ ਇਨ ਫਿਊਚਰ ਵੀ CM ਦਾ, ਚਾਹੇ ਉਹ ਕਿਸੇ ਵੀ ਜਾਤ ਨੂੰ ਬਿਲੋਂਗ ਕਰਦਾ ਹੋਵੇ। ਜਾਤ ਪਾਤ ਵਾਲੀ ਜਿਹੜੀ ਗੱਲ ਹੈਗੀ ਆ ਉਹ ਸਿਰਫ ਭਾਜਪਾ ਨੇ ਸ਼ੁਰੂ ਕੀਤੀ ਆ, ਇਸ ਤੋਂ ਪਹਿਲਾਂ ਇੱਦਾਂ ਕੋਈ ਗੱਲਬਾਤ ਨਹੀਂ ਸੀਗੀ। ਔਰ ਜਿਹੜੀ ਭਾਜਪਾ ਹੈਗੀ ਆ, ਤੁਹਾਨੂੰ ਪਤਾ ਵੀ ਜਾਤ ਪਾਤ ਦੇ ਬੇਸ ਤੇ ਜਿਹੜੀ ਹੈਗੀ ਆ, ਧਰਮਾਂ ਦੇ ਬੇਸ ਤੇ ਜਿਹੜੀ ਹੈਗੀ ਆ ਉਹ ਇਲੈਕਸ਼ਨ ਲੜਦੀ ਹੈਗੀ ਆ। ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਵਿਤਕਰਾ ਹੋਣਾ ਚਾਹੀਦਾ ਹੈਗਾ ਆ। ਜਿਹੜੀ ਵੀ ਪਾਰਟੀ ਗਾਂ ਬਹੁਮਤ 'ਚ ਆਉਂਦੀ ਹੈਗੀ ਆ, ਔਰ ਉਸ ਪਾਰਟੀ ਨੇ ਆਪਣਾ ਨੇਤਾ ਚੁਣਨਾ ਹੁੰਦਾ ਆ, ਔਰ ਜਿਹੜਾ ਵੀ ਕੁਆਲੀਫਾਈਡ, ਚਾਹੇ ਕੋਈ ਹਿੰਦੂ ਜੈਂਟਲਮੈਨ ਹੋਵੇ, ਚਾਹੇ ਕੋਈ SC ਵਰਗ ਨਾਲ ਸੰਬੰਧਿਤ ਹੋਵੇ, ਜਾਂ ਕੋਈ ਜੱਟ ਸੈਕਟਰ ਹੋਵੇ, ਜਿਹੜਾ ਵੀ ਕੁਆਲੀਫਾਈਡ ਹੋਵੇ ਔਰ ਜਿਹੜਾ ਕੰਟਰੋਲ ਕਰ ਸਕਦਾ ਹੋਵੇ, ਹੀ ਸ਼ੁੱਡ ਬੀ ਦ ਨੈਕਸਟ CM ਆਫ ਪੰਜਾਬ। ਸੋ ਗੱਲਬਾਤ ਇੱਦਾਂ ਹੀ ਚੱਲਦੀ ਰਹੇਗੀ। ਫਿਲਹਾਲ ਇਸ ਪੂਰੇ ਡਿਬੇਟ ਵਿੱਚ ਵੇਲਾ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਚਲੋ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਹਾਂ ਵੀ ਸੀਐਮ ਨਵੇਂ ਲੱਗ ਗਏ, ਚਲੋ ਠੀਕ ਹੈ, ਨਵੀਆਂ ਘੋਸ਼ਣਾਵਾਂ ਵੀ ਕੀਤੀਆਂ ਜਾ ਰਹੀਆਂ ਨੇ, ਪਰ ਉਹੀ ਘੋਸ਼ਣਾਵਾਂ ਜਿਹੜੀਆਂ ਸੀਗੀਆਂ ਸਾਰੇ ਲੋਕ ਐਕਸਪੈਕਟ ਕਰਦੇ ਸੀਗੇ ਕਿ ਚਲੋ ਜਿਹੜੇ ਪਹਿਲਾਂ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਹੁਣੀ ਉਹ ਕਰ ਦਿੰਦੇ, ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ, ਜਿਵੇਂ ਕਾਫੀ ਸਾਰੇ ਲੋਕ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅਲੱਗ-ਅਲੱਗ ਵਰਗ ਦੇ ਲੋਕ, ਅਲੱਗ-ਅਲੱਗ ਡਿਪਾਰਟਮੈਂਟ ਦੇ ਲੋਕ ਧਰਨਿਆਂ 'ਤੇ ਬੈਠੇ ਸੀਗੇ, ਉਹਨਾਂ ਦੇ ਹਿੱਤ ਲਈ ਅਨਾਊਂਸਮੈਂਟਾਂ ਕਰ ਦੇਣੀਆਂ, ਉਹ ਟਾਈਮ 'ਤੇ ਨਹੀਂ ਕੀਤੀਆਂ ਕਿਉਂਕਿ ਖਜ਼ਾਨਾ ਵੀ ਸੇਮ ਆ, ਅਹੁਦਾ ਵੀ ਸੇਮ ਸੀਗਾ, ਪਰ ਨਵੇਂ ਬੰਦੇ ਕੋਲੋਂ ਚੀਜ਼ਾਂ ਹੋ ਰਹੀਆਂ ਨੇ। ਆਉਂਦੀ ਉਹਨਾਂ ਨੇ ਕਾਫੀ ਸਾਰੀਆਂ ਹੋਰ ਵੀ ਅਨਾਊਂਸਮੈਂਟਾਂ ਕਰਤੀਆਂ ਨੇ, ਉਹਨਾਂ ਦੀ ਕੈਪਟਨ ਸਾਹਿਬ ਦੀ ਸਿਕਿਉਰਿਟੀ ਲੈ ਲਈਏ ਜਾਂ ਫਿਰ ਜਿਹੜੇ ਉਹਨਾਂ ਨੇ ਜਿਹੜੇ ਆਪਣੇ ਚੀਫ ਸੈਕਟਰੀ ਕਹਿ ਲਈਏ ਜਿਹੜੇ ਰੱਖੇ ਸੀਗੇ ਉਹ ਬਦਲਾਅ ਕਰਤੇ, ਆਉਂਦੇ ਹੋਰ ਵੀ ਕਾਫੀ ਸਾਰੇ ਜਿਹੜੇ ਅਫਸਰ ਨੇ। ਸੋ ਇੱਕ ਨਾ ਕਿਤੇ ਇਹ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਪੋਲੀਟਿਕਸ ਹੈ ਉਹ ਅਫਸਰਸ਼ਾਹੀ ਉੱਤੇ ਕਾਫੀ ਡਿਪੈਂਡ ਕਰਦੀ ਹੈ। ਸੋ ਮੈਂ ਥੋੜ੍ਹਾ ਜਿਹਾ ਪਹਿਲਾਂ ਪਲਾਹੀ ਸਾਹਿਬ ਤੋਂ ਪੁੱਛਣਾ ਚਾਹਾਂਗਾ ਕਿ ਪਲਾਹੀ ਸਾਹਿਬ ਇਹ ਗੱਲ ਕਾਫੀ ਤੌਰ 'ਤੇ ਵੇਖੀ ਜਾਂਦੀ ਹੈ ਕਿ ਜਦੋਂ ਵੀ ਕੋਈ ਨਵਾਂ ਬੰਦਾ ਸੀਟ 'ਤੇ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਅਫਸਰਸ਼ਾਹੀ ਨੂੰ ਚੇਂਜ ਕਰਦਾ ਹੈ। ਐਂਡ ਪਿੱਛੇ ਜੀ ਕਾਫੀ ਦੇਰ ਤੋਂ ਇਲਜ਼ਾਮ ਵੀ ਲੱਗ ਰਹੇ ਨੇ ਕਿ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਉਹ ਅਫਸਰਸ਼ਾਹੀ ਉੱਤੇ ਕਾਫੀ ਡਿਪੈਂਡ ਕਰਦੀ ਹੈ, ਉਹਨਾਂ ਦੀ ਜਿਹੜੀ ਬਿਊਰੋਕ੍ਰੇਸੀ ਹੈ ਉਹ ਚਲਾਉਂਦੀ ਹੈ ਮੇਨ ਸਰਕਾਰ, ਐਂਡ ਉਹਨਾਂ ਕਰਕੇ ਕਾਫੀ ਡਿਸੀਜਨ ਜਿਹੜੇ ਨੇ ਉਹ ਬਦਲੇ ਜਾਂਦੇ ਨੇ। ਪਲਾਹੀ ਸਾਹਿਬ ਤੁਸੀਂ ਕੀ ਆਖਦੇ ਹੋ? ਮੋਹਿਤ ਜੀ ਤੁਸੀਂ ਬਿਲਕੁਲ ਠੀਕ ਕਿਹਾ। ਜਿਸ ਵੇਲੇ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਵੀ ਇਸ ਕਿਸਮ ਦਾ ਇਲਜ਼ਾਮ ਜਿਹੜਾ ਹੈ ਉਹ ਲੱਗਦਾ ਸੀ ਕਿ ਆਮ ਜਿਹੜਾ ਕਾਰਕੁਨ ਹੈ ਕਿਸੇ ਵੀ ਉਹਨਾਂ ਦੀਆਂ ਪਾਰਟੀਆਂ ਦਾ ਉਸ ਦੀ ਪੁੱਛਗਿੱਛ ਨਹੀਂ ਹੁੰਦੀ, ਸਗੋਂ ਜਿਹੜਾ ਸਾਰਾ ਕਾਰੋਬਾਰ ਹੈ ਉਹ ਕੁਝ ਗਿਣੇ ਮਿੱਥੇ ਜਿਹੜੇ ਲੋਕ ਨੇ, ਖਾਸ ਤੌਰ ਤੇ ਅਫਸਰ ਨੇ ਜਾਂ ਉਹਨਾਂ ਦੇ ਸਲਾਹਕਾਰ ਨੇ ਨੀਅਤ ਕੀਤੇ ਹੋਏ ਉਹੀ ਚਲਾਉਂਦੇ ਨੇ। ਬਿਲਕੁਲ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਕਾਂਗਰਸ ਦੇ ਉੱਤੇ ਤਾਂ ਬਹੁਤ ਵੱਡੀ ਪੱਧਰ ਤੇ ਵੇਖਣ ਨੂੰ ਮਿਲੇਗੀ। ਉਸ ਦਾ ਹੀ ਕਾਰਨ ਬਣਿਆ ਕਿ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੀ ਗੱਦੀ ਜਿਹੜੀ ਆ ਉਸ ਤੋਂ ਹੱਥ ਧੋਣੇ ਪਏ, ਮੁੱਖ ਤੌਰ ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਲੱਗਿਆ। ਸੋ ਮੇਰੀ ਸਮਝ ਇਹ ਕਹਿੰਦੀ ਹੈ ਕਿ ਜਿਸ ਵੇਲੇ ਕੋਈ ਵੀ ਮੁੱਖ ਮੰਤਰੀ ਜਿਹੜਾ ਵੀ ਬਣਦਾ ਹੈ ਉਹ ਸਿਰਫ ਸਾਰੇ ਅਧਿਕਾਰਾਂ ਨੂੰ ਬਿਲਕੁਲ ਆਪਣੇ ਆਪ ਦੇ ਉੱਤੇ ਰੱਖ ਕੇ ਸਾਰੇ ਕਾਰਜ ਨੂੰ ਚਲਾਉਂਦਾ ਹੈ ਤੇ ਉਹ ਇਸ ਕਿਸਮ ਦੀ ਪੋਲਿਟਿਕਸ ਹੀ ਕਰ ਸਕਦਾ ਹੈ। ਤੁਸੀਂ ਦੇਖਿਆ ਕਿ ਹਿੰਦੁਸਤਾਨ ਭਰ ਦੇ ਵਿੱਚ ਜਿਸ ਵੇਲੇ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਨੂੰ ਚਲਾਉਣ ਵਾਲੀ ਸਰਕਾਰ ਜਿਹੜੀ ਹੈ ਉਹਦੇ ਦੋ ਹੀ ਵਿਅਕਤੀ ਨੇ ਜਿਹੜੇ ਪੂਰੇ ਦੇ ਪੂਰੇ ਦੇਸ਼ ਨੂੰ ਆਪਣੇ ਢੰਗ ਨਾਲ ਚਲਾਉਂਦੇ ਨੇ, ਆਪਣੀਆਂ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਨੇ ਉਹਨਾਂ ਨੂੰ ਲਾਗੂ ਕਰਨ ਲਈ ਉਹ ਹਰ ਹੀਲਾ ਵਰਤਦੇ ਨੇ। ਉਹਨਾਂ ਦੀ ਆਪਣੀ ਇੱਕ ਕਿਚਨ ਕੈਬਨਿਟ ਹੈ ਜਿਹਦੇ ਰਾਹੀਂ ਉਹ ਫੈਸਲਿਆਂ ਨੂੰ ਲਾਗੂ ਕਰਦੇ ਨੇ। ਤਾਂ ਉੱਥੇ ਵੀ ਸਾਨੂੰ ਡੈਮੋਕ੍ਰੇਸੀ ਦੇਖਣ ਨੂੰ ਨਹੀਂ ਮਿਲਦੀ, ਸਗੋਂ ਇੱਕ ਡਿਕਟੇਟਰਸ਼ਿਪ ਵਾਲਾ ਰਵੱਈਆ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲਦਾ। ਬਿਲਕੁਲ ਇਸੇ ਕਿਸਮ ਦੀ ਗੱਲ ਜਿਸ ਵੇਲੇ ਅਸੀਂ ਮੁੱਖ ਮੰਤਰੀਆਂ ਦੇ ਵਿਹੜਿਆਂ ਦੇ ਵਿੱਚ ਆ ਕੇ ਵੀ ਵੇਖਦੇ ਹਾਂ ਤੇ ਸਾਨੂੰ ਇਵੇਂ ਲੱਗਿਆ ਸੀ ਕਿ ਜਿਸ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਬਾਦਲ ਪਰਿਵਾਰ ਵੱਲੋਂ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਰਹੀ। ਭਾਜਪਾ ਦੇ ਵਰਕਰ ਨਾਰਾਜ਼ ਹੋਏ, ਅਕਾਲੀ ਦਲ ਦੇ ਵਰਕਰ ਵੀ ਨਾਰਾਜ਼ ਹੋਏ ਤੇ ਇੱਕ ਦੋ ਵਿਅਕਤੀ ਜਾਨੀ ਬਾਦਲ ਪਰਿਵਾਰ ਹੀ ਇਸ ਗੱਲ ਨੂੰ ਚਲਾਉਂਦਾ ਰਿਹਾ। ਲੋਕ ਇਸ ਗੱਲ ਦਾ ਇਲਜ਼ਾਮ ਲਾਉਂਦੇ ਰਹੇ ਨੇ ਤੇ ਹੁਣ ਵੀ ਇਹ ਗੱਲ ਦਾ ਇਲਜ਼ਾਮ ਲੱਗਿਆ ਕਿ ਸਿਰਫ ਤੇ ਸਿਰਫ ਅਮਰਿੰਦਰ ਸਿੰਘ ਆਪਣੇ ਕੁਝ ਇੱਕ ਸਲਾਹਕਾਰਾਂ ਨੂੰ ਨਾਲ ਲੈ ਕੇ ਬਿਲਕੁਲ ਉਸੇ ਕਿਸਮ ਦੀ ਪੋਲਿਟਿਕਸ ਕਰ ਰਹੇ ਨੇ ਜਿਸ ਕਿਸਮ ਦੀ ਪੋਲਿਟਿਕਸ ਜਿਹੜੀ ਹੈ ਸੈਂਟਰ ਦੇ ਵਿੱਚ ਮੋਦੀ ਸਾਹਿਬ ਕਰਦੇ ਨੇ। ਜਾਂ ਮੈਂ ਸਮਝਦਾ ਵੀ ਕੋਈ ਰਵਾਇਤ ਹੀ ਇਸ ਕਿਸਮ ਦੀ ਬਣਦੀ ਜਾ ਰਹੀ ਹੈ। ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਜਿਸ ਵੇਲੇ ਇਲੈਕਸ਼ਨ ਮੋਡ ਦੇ ਵਿੱਚ ਪੰਜਾਬ ਜਾ ਰਿਹਾ ਉਸ ਵੇਲੇ ਚਿਹਰੇ ਲੱਭੇ ਜਾ ਰਹੇ ਨੇ ਮੁੱਖ ਮੰਤਰੀ ਦੇ, ਔਰ ਲੋਕਤੰਤਰਕ ਕਦਰਾਂ ਕੀਮਤਾਂ ਦਾ ਉੱਥੇ ਕਿੱਥੇ ਰਹਿ ਜਾਂਦੀਆਂ ਨੇ ਜਿਸ ਵੇਲੇ ਕੋਈ ਵੀ ਪਾਰਟੀ ਆਪਣੀ ਇਸ ਗੱਲ ਨੂੰ ਛੱਡ ਕੇ ਕਿ ਉਸਦੇ ਮੁੱਦੇ ਕਿਹੜੇ ਨੇ, ਉਸਦੇ ਮਸਲੇ ਕਿਹੜੇ ਨੇ, ਉਹਨਾਂ ਸਾਰਿਆਂ ਨੂੰ ਛੱਡ ਕੇ ਉਹ ਮੁੱਖ ਮੰਤਰੀ ਦਾ ਚਿਹਰਾ ਲੱਭ ਕੇ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਫਿਰ ਚੋਣ ਮੋੜ ਦੇ ਵਿੱਚ ਜਾਂਦੀ ਹੈ। ਸੋ ਇਹ ਗੱਲ ਜਿਹੜੀ ਹੈ ਸਾਡੇ ਸਾਹਮਣੇ ਇੱਕ ਪ੍ਰਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਕੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਕੋਈ ਚੋਣ ਲੜਨੀ ਲੋਕਤੰਤਰਕ ਕਦਰਾਂ ਕੀਮਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹਦਾ ਕਾਰਨ ਨਹੀਂ ਹੈ। ਇਹੋ ਹੀ ਕਾਰਨ ਬਣਦਾ ਹੈ ਕਿ ਜਦੋਂ ਵੀ ਮੁੱਖ ਮੰਤਰੀ ਫਿਰ ਉਹ ਬਣ ਜਾਂਦਾ ਉਹ ਆਪਣੀ ਮਰਜ਼ੀ ਦੇ ਕੰਮ ਕਰਦਾ, ਜੋ ਸਾਨੂੰ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਮੇਰੀ ਇਹ ਸਮਝ ਕਹਿੰਦੀ ਹੈ, ਮੈਂ ਚਾਹਾਂਗਾ ਕਿ ਜਿਹੜੇ ਸਾਡੇ ਸਿਆਣੇ ਵੱਖੋ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਕੇ ਬੈਠੇ ਨੇ ਉਹ ਇਸ ਬਾਰੇ ਚਰਚਾ ਨੂੰ ਅੱਗੇ ਤੋਰਨ।
ਜੀ। तो ਸੇਮ ਸਵਾਲ ਮੈਂ ਹਰੀਸ਼ ਰਾਏ ਜੀ ਤੋਂ ਪੁੱਛਣਾ ਕਿ ਹਰੀਸ਼ ਰਾਏ ਜੀ, ਜਿਵੇਂ ਪਲਾਹੀ ਸਾਹਿਬ ਉਹਨਾਂ ਨੇ ਗੱਲ ਕੀਤੀ ਕਿ ਇਹ ਦੌਰ ਜਿਹੜਾ ਹੈ ਅਕਾਲੀ ਭਾਜਪਾ ਦਾ ਜਦੋਂ ਗਠਬੰਧਨ ਸੀਗਾ ਉਦੋਂ ਸ਼ੁਰੂ ਹੁੰਦਾ ਹੈ ਕਿ ਆਪਾਂ ਕਿਤੇ ਨਾ ਕਿਤੇ ਜਿਹੜੀ ਪਾਵਰ ਸੀਗੀ ਮੇਨ ਆਪਾਂ ਬਿਊਰੋਕ੍ਰੇਸੀ ਨੂੰ ਦੇ ਦਿੱਤੀ ਐਂਡ ਉਹਨਾਂ ਨੇ ਚਲਾਉਣਾ, ਜਿਸ ਕਰਕੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਵਰਕਰ ਸੀਗੇ ਉਹ ਨਾਰਾਜ਼ ਹੋ ਜਾਂਦੇ ਰਹੇ ਐਂਡ ਉਹੀ ਚੀਜ਼ ਅੱਗੋਂ ਕੰਟੀਨਿਊ ਕਾਂਗਰਸ ਨੇ ਵੀ ਕੀਤੀ ਹੈ। ਤਾਂ ਤੁਸੀਂ ਕੀ ਇਸ ਗੱਲ ਨੂੰ ਮੰਨਦੇ ਹੋ ਕਿ ਇਹ ਜਿਹੜੀ ਚੀਜ਼ ਹੈ ਤੁਹਾਡੇ ਸਮੇਂ ਦੌਰਾਨ ਹੀ ਸ਼ੁਰੂ ਹੋਈ ਹੈ? ਪਹਿਲਾਂ ਤਾਂ ਤੁਸੀਂ ਨੌਕਰਸ਼ਾਹੀ ਨੂੰ ਅਫਸਰਸ਼ਾਹੀ ਕਹਿ ਕੇ ਹੀ ਕਾਫੀ ਐਕਸਪਲੇਨ ਕਰਦੇ। ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ, ਸਮਝਣਾ ਪੈਣਾ ਕਿ ਸਾਡਾ ਸਿਸਟਮ ਕੀ ਹੈ। ਸਾਡੀ ਜਿਹੜੀ ਪਾਰਲੀਮੈਂਟਰੀ ਸਿਸਟਮ ਹੈ ਇਹ ਲੈਜਿਸਲੇਚਰ ਚੋਂ ਐਗਜ਼ੈਕਟਿਵ ਇਮਰਜ ਕਰਦੀ ਹੈ। ਜਿਹੜਾ ਐਮਐਲਏ ਹੈ ਉਹ ਐਮਐਲਏ ਵੀ ਐਗਜ਼ੈਕਟਿਵ ਦਾ ਹਿੱਸਾ ਨਹੀਂ, ਜਦ ਕਿ ਉਹ ਇਲੈਕਸ਼ਨ ਲੜਦਾ ਹੈ ਸੋਚ ਕੇ ਕਿ ਮੈਂ ਐਗਜ਼ੈਕਟਿਵ ਬਣਨ ਜਾ ਰਿਹਾ, ਕਿਉਂਕਿ ਐਗਜ਼ੈਕਟਿਵ ਤਾਂ ਸਿਰਫ ਕੈਬਨਿਟ ਹੈ। ਹੁਣ ਜੇ ਪਾਰਟੀ ਦੇ ਵਰਕਰ ਕਹਿਣ ਕਿ ਅਸੀਂ ਉਹਦੇ ਚ ਇੰਟਰਫੀਅਰ ਕਰਾਂਗੇ, ਉਹ ਨਜਾਇਜ਼, ਉਹਨਾਂ ਨੂੰ ਕਰਨਾ ਨਹੀਂ ਚਾਹੀਦਾ। ਹੁਣ ਦੂਸਰੀ ਗੱਲ ਇਹ ਹੈ ਕਿ ਜਿਹੜੇ ਚੌਧਰੀ ਬੰਸੀ ਲਾਲ ਦੇ ਸਮੇਂ ਤੋਂ ਜਿਹੜੀ ਕਲੈਕਟਿਵ ਰਿਸਪੌਂਸਿਬਿਲਿਟੀ ਆਫ ਕੈਬਨਿਟ ਸੀ ਉਹਨੂੰ ਡਿਸਟਰੋਏ ਕਰ ਦਿੱਤਾ। ਬੰਸੀ ਲਾਲ ਜੀ ਨੇ ਇਕੱਲੇ ਸਟੈਂਪ ਕਰਦੇ ਸੀ, ਜੋ ਚਾਹੁੰਦੇ ਸੀ ਉਹ ਹੁੰਦਾ ਸੀ। ਉਹਨਾਂ ਨੇ ਫੋਲੋ ਕੀਤਾ ਸੀ ਮੈਡਮ ਇੰਦਰਾ ਗਾਂਧੀ ਐਂਡ ਉਹਦੇ ਬਾਅਦ ਡਾਕਟਰ ਮਨਮੋਹਨ ਸਿੰਘ ਦੇ ਟਾਈਮ, ਅਟਲ ਬਿਹਾਰੀ ਵਾਜਪਾਈ ਦੇ ਟਾਈਮ ਫੇਰ ਡੀਸੈਂਟਰਲਾਈਜੇਸ਼ਨ ਹੋਈ। ਹੁਣ ਮੌਜੂਦਾ ਸਰਕਾਰ ਦੇ ਵਿੱਚ ਫੇਰ ਸੈਂਟਰਲਾਈਜ਼ ਕੀਤਾ। ਹੁਣ ਪ੍ਰੋਬਲਮ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਮਰਦੀ ਉੱਥੇ ਹੈ, ਜਿਹੜੇ ਮਿਨਿਸਟਰਸ ਹੈ ਉਹ ਜਦ ਬਿਊਰੋਕਰੇਟ ਦਾ ਰੋਲ ਲੈ ਲੈਂਦੇ ਆ, ਸਾਰੀ ਫਾਈਲ ਉਹਨਾਂ ਤੇ ਆ ਕੇ ਐਂਡ ਹੁੰਦੀ ਹੈ। ਪ੍ਰੋਬਲਮ ਲਾਈਸ ਹੈ, ਇਹਦੇ ਕੰਟਿਊਸ ਕਰਕੇ ਡੀਸੈਂਟਰਲਾਈਜ਼ ਨਹੀਂ ਕੀਤਾ ਜਾਂਦਾ। ਦਿਸ ਇਜ਼ ਅ ਬਿਗੇਸਟ ਇਸ਼ੂ। ਹੁਣ ਜਿਹੜੀ ਤੁਸੀਂ ਚਰਚਾ ਕਰਦੇ ਹੋ ਕਿ ਅਕਾਲੀ ਦਲ ਤੋਂ ਸ਼ੁਰੂ ਹੋਈ ਜਾਂ ਕਾਂਗਰਸ ਤੋਂ ਸ਼ੁਰੂ ਹੋਈ, ਇਹ ਹੈ ਕਿ ਕੈਪਟਨ ਸਾਹਿਬ ਦਾ ਵੇ ਆਫ ਵਰਕਿੰਗ ਐਸਾ ਸੀ, ਹੀ ਇਜ਼ ਨਾਟ ਅ ਲੈਬੋਰੀਅਸ ਮੈਨ। ਉਹਨਾਂ ਨੇ ਆਪਣੇ ਅੰਦਰ ਇੱਕ ਰਿਟਾਇਰਡ ਆਫਿਸਰ ਰੱਖਿਆ ਸੀ, ਉਹੀ ਆਫਿਸਰ ਐਮਐਲਏ ਨੂੰ ਮਿਲਦਾ ਸੀ, ਉਹੀ ਮੰਤਰੀਆਂ ਨੂੰ ਮਿਲਦਾ ਸੀ ਜੋ ਮਿਲਣਾ ਚਾਹਵੇ, ਉਹੀ ਲੋਕਾਂ ਦੇ ਕੰਮ ਕਰਦਾ ਸੀ, ਜਿਹਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵੱਡਾ ਢਾਲ ਲੱਗੀ ਹੈ। ਐਂਡ ਕੈਪਟਨ ਸਾਹਿਬ ਤੱਕ ਪਹੁੰਚਣਾ, ਕੈਪਟਨ ਸਾਹਿਬ ਕੋਲ ਖਬਰ ਪਹੁੰਚਾਣੀ ਨਹੀਂ ਸੀ, ਜਿਹਦੇ ਕਰਕੇ ਖੁੱਲੀ ਲੁੱਟ ਐਮਐਲਏਸ ਨੇ ਕੀਤੀ, ਰੱਜ ਕੇ ਅਵੈਧ ਫੈਕਟਰੀਆਂ ਸ਼ਰਾਬ ਦੀਆਂ ਚਲਾਈਆਂ, ਰੱਜ ਕੇ ਲੇਟਾ ਲੁੱਟਿਆ ਇਹਨਾਂ ਨੇ ਇੱਕ ਸਿਸਟਮੈਟਿਕ ਤਰੀਕੇ ਨਾਲ। ਲੁਧਿਆਣੇ ਇਕੱਲੇ ਦੇ ਵਿੱਚ 4000 ਆਨਲਾਈਨ ਲੋਟਰੀਆਂ ਚੱਲਦੀਆਂ, ਜਿਹਦੇ ਤੋਂ 10,000 ਰੁਪਏ ਮਹੀਨਾ ਕਲੈਕਟ ਕੀਤਾ ਜਾਂਦਾ ਹੈ। ਸਾਡੇ ਲੁਧਿਆਣੇ ਦੇ ਵਿੱਚ ਡਿਕਟੇਟਰ ਹੈ ਭਾਰਤ ਭੂਸ਼ਣ ਆਸ਼ੂ, ਉਹਨੂੰ ਪੁੱਛੇ ਬਿਨਾ ਕੁਝ ਨਹੀਂ ਹੁੰਦਾ। ਜਿੰਨੇ ਨਜਾਇਜ਼ ਕੇਸ ਰਜਿਸਟਰ ਹੁੰਦੇ ਆ, ਮੈਂ ਐਜ਼ ਲਾਇਰ ਮੇਰੇ ਕੋਲ ਆਉਂਦੇ ਆ, ਮੈਂ ਉਹਨਾਂ ਨੂੰ ਪੁੱਛਣਾ ਕੀ ਗੱਲ ਇਹਦੇ ਪਿੱਛੇ ਕੌਣ ਹੈ, ਵਰਡ ਇੱਕੋ ਹੀ ਆਉਂਦਾ, ਆਸ਼ੂ। ਸੋ ਇਹ ਜਿਹੜੀ ਟੋਟਲ ਕਲੇਮਾਂ ਪਾ ਲੈਣਾ ਐਡਮਿਨਿਸਟ੍ਰੇਸ਼ਨ ਤੇ, ਫਰੀडम ਨਾਲ ਕਰਨ ਨਾ ਦੇਣਾ ਕੰਮ। ਮੈਨੂੰ ਇੱਕ ਆਈਪੀਐਸ ਅਫਸਰ ਲੁਧਿਆਣੇ ਨੇ ਕਿਹਾ ਕਿ ਸਿਚੁਏਸ਼ਨ ਇਜ਼ ਵਰਸ ਦੈਨ ਬਿਹਾਰ ਨਾਓ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਕੱਲ ਦੀ ਗੱਲ ਹੈ, ਇੱਕ ਕੇਸ 2 ਆਈਪੀਐਸ ਆਫਿਸਰ ਨੇ ਇਨਵੈਸਟੀਗੇਸ਼ਨ ਕਰਕੇ ਕਿਹਾ ਕਿ ਕੇਸ ਬੰਦ ਆ, ਇੱਕ ਡੀਏ ਲੀਗਲ ਦੇ 3 ਲਾਈਨ ਦਾ ਓਪੀਨੀਅਨ ਲੈ ਕੇ ਕੇਸ ਰਜਿਸਟਰ ਹੋ ਗਿਆ। ਮਤਲਬ ਇਹ ਜਿਹੜਾ ਸਿਸਟਮ ਹੈ, ਇਹ ਸਿਸਟਮ ਵਿਗਾੜਨ ਦੀ ਗੱਲ ਹੈ। ਤੇ ਹੁਣ ਕੀ ਆ ਗਿਆ, ਹੁਣ ਕੁੱਕਸ ਆ ਗਏ ਨਵੇਂ। ਹੁਣ ਪੋਲੀਟੀਸ਼ੀਅਨ ਨਹੀਂ ਇਲੈਕਸ਼ਨ ਲੜਦਾ, ਹੁਣ ਇਹ ਜਿਹੜੇ ਐਕਸਪਰਟਸ ਹੈ, ਹੁਣ ਪ੍ਰਸ਼ਾਂਤ ਕਿਸ਼ੋਰ ਜੀ ਇਲੈਕਸ਼ਨ ਲੜਦੇ, ਸੀਐਮ ਨਹੀਂ ਲੜਦਾ। ਪਿਛਲੀ ਵਾਰ ਉਹਨੇ ਜੁਮਲੇ ਦਿੱਤੇ, ਉਸ ਜੁਮਲੇ ਤੇ ਇਲੈਕਸ਼ਨ ਲੜ, ਜਦ ਹੁਣ ਪੂਰੇ ਨਹੀਂ ਹੋਏ, ਹੁਣ ਉਹ ਲੈ ਕੇ ਆਇਆ ਕਾਸਟ ਦਾ ਜੁਮਲਾ। ਇਹ ਜਿਹੜਾ ਅੱਜ ਹੋਇਆ ਹੈ, ਇਹ ਫੈਸਲਾ ਸਿਬਲਿੰਗਸ ਦਾ ਨਹੀਂ ਹੈ ਸੋਨੀਆ ਗਾਂਧੀ ਜੀ, ਇਹ ਫੈਸਲਾ ਪ੍ਰਸ਼ਾਂਤ ਕਿਸ਼ੋਰ ਜੀ ਦਾ ਫੈਸਲਾ। ਹਲੇ ਹੋਰ ਦੇਖਿਓ ਕੀ ਕੁਝ ਹੋਣਾ ਹੈ। ਹੁਣ ਅੱਗੇ ਲੜਾਈ ਚੱਲ ਰਹੀ ਹੈ, ਹੋਮ ਟੂ ਅਪੁਆਇੰਟ, ਵੇਅਰ ਟੂ ਅਪੁਆਇੰਟ। ਹੁਣ ਡੀਜੀਪੀ ਲਈ ਵੀ ਇਹੀ ਚੱਲ ਰਿਹਾ, ਚੰਨੀ ਸਾਹਿਬ ਕੁਝ ਹੋਰ ਚਾਹੁੰਦੇ ਆ ਤੇ ਦੂਜੇ ਬੰਦੇ ਕੁਝ ਹੋਰ ਚਾਹੁੰਦੇ ਆ। ਹੁਣ ਕੰਪਰੋਮਾਈਜ਼ ਦੇ ਵਿੱਚ ਅੱਜ ਸਿੱਧੂ ਸਾਹਿਬ ਨੇ ਆਪਣਾ ਏਜੀ ਲਵਾ ਲਿਆ, ਜਿਹਨੂੰ ਸਾਰੇ ਸਿੱਧੂ ਸਾਹਿਬ ਦੇ ਟਾਈਮ ਕੇਸ ਲੋਕਲ ਬੋਡੀਜ਼ ਦੇ ਦਿੱਤੇ ਜਾਂਦੇ ਸੀ, ਕਰੋੜਾਂ ਰੁਪਈਆਂ ਦੀ ਉਹਨੂੰ ਫੀਸਾਂ ਦਿੱਤੀਆਂ ਸੀ, ਅੱਜ ਉਹ ਏਜੀ ਲੱਗ ਗਿਆ। ਹੁਣ ਇਸ ਕਿਸਮ ਦੇ ਸਿਸਟਮ ਚੋਂ ਮਰਜ ਕਿਉਂ? ਚੰਨੀ ਚੂਚਾ ਨਹੀਂ ਹੈ, ਹੀ ਇਜ਼ ਅ ਵੈਰੀ ਵੈਲ ਮੀਨਿੰਗ ਮੈਨ। ਜ਼ਰੂਰੀ ਨਹੀਂ ਹੁੰਦਾ ਕਿ ਜਿਹਨੇ 4 ਐਮਏ ਕੀਤੇ ਹੋ ਸਿਆਣਾ। ਮੈਡਮ ਇੰਦਰਾ ਗਾਂਧੀ ਹਾਇਰ ਸੈਕੰਡਰੀ ਫੇਲ ਸੀ, ਗਿਆਨੀ ਜ਼ੈਲ ਸੀ, ਗਿਆਨੀ ਸੀ, ਦੇ ਵਰ ਦੀ ਟੌਪ ਪੋਲੀਟੀਸ਼ੀਅਨਸ, ਡਿਪਲੋਮੈਟਸ ਆਫ ਦਾ ਵਰਲਡ। ਇਹਨਾਂ ਤੋਂ ਵੱਡੇ ਸਟੇਟਸਮੈਨ ਨਹੀਂ ਪੈਦਾ ਹੋਏ। ਪੜ੍ਹੇ ਲਿਖੇ ਵੀ ਬਹੁਤ ਕਾਬਲ ਹੁੰਦੇ ਨੇ, ਅਨਪੜ੍ਹ ਵੀ, ਅੰਗੂਠਾ ਛਾਪ ਵੀ। ਲక్ష్మణ ਸਿੰਘ ਤੋਂ 5ਵੀਂ ਪੜ੍ਹੇ, 6 ਮਹੀਨਿਆਂ ਚ ਲక్ష్మణ ਸਿੰਘ ਨੇ ਪੰਜਾਬ ਦੀਆਂ ਸੜਕਾਂ ਸੁਧਾਰ ਕੇ ਰੱਖਤੀਆਂ, ਐਡਮਿਨਿਸਟ੍ਰੇਸ਼ਨ ਕਮਾਲ ਦੀ ਕਰਕੇ ਦੱਸਦੀ। 6 ਮਹੀਨੇ ਚ ਜੋ ਰੈਵੋਲੂਸ਼ਨ ਲੈ ਕੇ ਆਏ, ਸਰਕਾਰਾਂ 20 ਸਾਲ ਚ ਨਹੀਂ ਲੈ ਸਕਦੀਆਂ। ਸੋ ਇਹ ਦੇਖਣਾ ਕਈ ਐਂਗਲਸ ਤੋਂ ਪਊਗਾ, ਸਿੰਪਲੀ ਜਿੰਨਾ ਭਾਈ ਸਾਹਿਬ ਨੇ ਕਿਹਾ ਵਿਸ਼ਲੇਸ਼ਣ ਕੀਤਾ ਨਹੀਂ ਹੈ, ਵੈਲ ਮੀਨਿੰਗ ਕੇ। ਹੁਣ ਜਿੱਥੋਂ ਉਹ ਸੋਚਦੇ ਨੇ ਮੈਂ ਪਪਟ ਲੈ ਕੇ ਆਇਆ, ਉਹਦੇ ਮੋਢੇ ਤੇ ਹੱਥ ਰੱਖ ਕੇ ਉਹਦੀ ਬਾਹ ਫੜ ਕੇ ਅੱਗੇ ਲੈ ਕੇ ਜਾਂਦੇ ਆ, ਵੈਰੀ ਸੂਨ he will take his hand away from Sidhu. ਤੁਸੀਂ ਦੇਖਿਓ 10 ਦਿਨਾਂ ਦੇ ਵਿੱਚ। I feel Channi will emerge, Channi will show his own face, and ਜੋ ਸਿੱਧੂ ਸਾਹਿਬ ਸੋਚਦੇ ਸੀ ਕਿ ਮੇਰੇ ਲਈ ਪ੍ਰੀਜ਼ਰਵ ਹੋ ਜਾਊਗਾ ਇਹ ਸਟਾਪ ਗੈਪ ਅਰੇਂਜਮੈਂਟ ਕਰਕੇ, ਨਾਈਟ ਵਾਚਮੈਨ ਕਰਕੇ, ਨਹੀਂ ਹੋਣਾ। he will emerge as a leader। ਹੁਣ ਜੇ ਕੋ ਅੱਜ ਉਹ ਲੀਡਰ ਹੈ ਮਾਸ ਫੋਲੋਇੰਗ ਹੈ, ਨੋ ਸੌਰੀ, ਮੈਨੂੰ ਪਤਾ ਹੈ ਕਿ ਉਹ ਆਜ਼ਾਦ ਜਿੱਤੇ ਸੀ, I know that,
ਆਜ਼ਾਦ 2007 ਚ ਦਿੱਤੇ ਸੀ, ਵਾਸ ਨਾਟ ਇਨ ਕਾਂਗਰਸ। ਉਹਦੇ ਬਾਅਦ ਕਾਂਗਰਸ ਨੇ ਦਿੱਤਾ, ਫਿਰ ਕਾਂਗਰਸ ਨੇ ਜਦ ਇਹਨਾਂ ਨੂੰ ਪਿਛਲੀ ਵਾਰ ਬਣਾਇਆ ਸੀ ਸੀਐਲਪੀ ਦਾ ਲੀਡਰ, ਉਹ ਸਿਰਫ ਇਸ ਲਈ ਬਣਾਇਆ ਸੀ ਬਿਕਾਜ਼ ਆਫ ਹਿਸ ਕਾਸਟ ਫੈਕਟਰ। ਪਰ ਹੁਣ ਹੈ, ਵਾਟ ਕੈਨ ਯੂ ਡੂ? ਐਂਡ ਮੈਂ ਸਮਝਦਾ ਅੱਛਾ ਹੋਇਆ ਇੱਕ ਕਾਮਨ ਆਦਮੀ ਨੂੰ ਵੀ ਪਾਵਰ ਸ਼ੇਅਰ ਕਰਨ ਦਾ ਮੌਕਾ ਮਿਲਿਆ। ਇਟਸ ਅ ਵੈਰੀ ਗੁੱਡ ਥਿੰਗ। ਲੈਟ ਹਿਮ ਸ਼ੋ ਇਟ, ਲੈਟ ਹਿਮ ਐਗਜ਼ੀਬਿਟ ਆਪਣਾ ਦਿਖਾਣ ਕਾਬਲੀਅਤ। ਐਂਡ ਮੈਂ ਸਮਝਦਾ ਜੇ ਇਹੋ ਜਿਹੇ ਬੰਦੇ ਕਾਬਲੀਅਤ ਦਿਖਾਣਗੇ, ਬੰਸੀ ਲਾਲ ਨੂੰ ਵੀ ਤਾਂ 6 ਮਹੀਨੇ ਲਈ ਲਿਆਏ ਸੀ ਗੁਲਜ਼ਾਰੀ ਲਾਲ ਨੰਦਾ ਜੀ, ਉਹ 6 ਮਹੀਨੇ ਵਾਲਾ ਚੀਫ ਮਿਨਿਸਟਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ, ਉਹਨੇ ਭਜਨ ਲਾਲ ਵੀ ਭਜਾਤੇ, ਦੇਵੀ ਲਾਲ ਵੀ ਭਜਾਤੇ। ਸੋ ਟਾਈਮ ਵਿਲ ਟੈਲ ਹਾਊ ਚੰਨੀ ਬਿਹੇਵਸ, ਹਾਊ ਚੰਨੀ ਐਡਮਿਨਿਸਟਰਸ ਪੰਜਾਬ। ਆਈ ਹੋਪ ਗੁੱਡ ਫॉर ਹਿਮ ਜੀ। ਸੋ ਕਰਨਜੋਤ ਹੁਣਾਂ ਤੋਂ ਸੇਮ ਸਵਾਲ ਜਿਹੜਾ ਹੈ ਪੁੱਛਾਂਗਾ, ਐਂਡ ਸੇਮ ਜਿਹੜੇ ਹਰੀਸ਼ ਰਾਏ ਜੀ ਨੇ ਜਿਹੜੇ ਗੱਲਾਂ ਕਹੀਆਂ ਨੇ, ਬਿਲਕੁਲ ਵੈਲਿਡ ਗੱਲਾਂ ਕਹੀਆਂ ਨੇ, ਕਿਉਂਕਿ ਵਾਕਈ ਬਿਊਰੋਕ੍ਰੇਸੀ ਨੇ ਕਾਫੀ ਕੁਝ ਕਹਿ ਲਈਏ ਕਿ ਹੱਲਾਸ਼ੇਰੀ ਜਿਹੜੀ ਇਹ ਦਿੱਤੀ ਹੈ। ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ ਲੋਟਰੀ ਸਟੋਲ ਚੱਲ ਰਹੇ ਨੇ, ਇਕੱਲੇ ਲੁਧਿਆਣੇ ਵਿੱਚ ਨਹੀਂ, ਮੈਂ ਕਹਾਂਗਾ ਪੰਜਾਬ ਦੇ ਹਰ ਇੱਕ ਉਸ ਇਲਾਕੇ ਵਿੱਚ ਜਿੱਥੇ ਕਾਂਗਰਸ ਦਾ ਰਾਜ ਹੈ, ਉੱਥੇ ਉਹਨਾਂ ਦੀ ਸ਼ਹਿਰ ਦੇ ਅੰਡਰ ਸਭ ਕੁਝ ਚੱਲ ਰਿਹਾ, ਐਂਡ ਚੰਗੀ ਉਹਨਾਂ ਨੂੰ ਪੈਸੇ ਜਿਹੜੇ ਨੇ ਮਿਲਦੇ ਨੇ। ਐਂਡ ਜਿਹੜੇ ਬਿਊਰੋਕ੍ਰੇਸੀ ਨੇ ਉਹਨਾਂ ਅੰਦਰ ਅਗਰ ਕੋਈ ਗੱਲ ਆਉਂਦੀ ਵੀ ਹੈ ਤਾਂ ਕਿਵੇਂ ਗੱਲਾਂ ਨੂੰ ਲੁਕਾ ਲੈਂਦੇ ਨੇ, ਜਾਂ ਕਿਵੇਂ ਛੋਟੇ ਮੋਟੇ ਕੀੜਿਆਂ ਨੂੰ ਫੜਿਆ ਜਾਂਦਾ। ਜਿਵੇਂ ਮੈਂ ਗੱਲ ਕਰਾਂ ਨਕਲੀ ਸ਼ਰਾਬ ਦਾ ਜਿਹੜਾ ਕੇਸ ਹੋਇਆ ਸੀ, ਜਿਸ ਵਿੱਚ 112 ਦੇ ਤਕਰੀਬਨ ਆਈ ਥਿੰਕ ਜਿਹੜੇ ਲੋਕ ਨੇ ਮਾਰੇ ਗਏ ਸੀਗੇ, ਜਦੋਂ ਇਨਕੁਆਇਰੀ ਬੈਠਦੀ ਹੈ ਤਾਂ ਕੀ ਕੋਈ ਮਜ਼ਾਕ ਨਹੀਂ ਕਿ ਹਾਂ ਵੀ 2-3 ਜ਼ਿਲ੍ਹਿਆਂ ਦੇ ਵਿੱਚ ਜਦੋਂ ਸ਼ਰਾਬ ਜਿਹੜੀ ਟਰੈਵਲ ਕਰਦੀ ਹੈ ਤਾਂ ਕੋਈ ਵੱਡਾ ਚਿਹਰਾ ਸਾਹਮਣੇ ਨਹੀਂ ਆਉਂਦਾ, ਜਦ ਕਿ ਵੱਡੇ ਚਿਹਰੇ ਤੋਂ ਬਗੈਰ ਕਿਵੇਂ ਕੋਈ ਸ਼ਰਾਬ ਜਿਹੜੀ ਹੈ ਇੱਧਰ ਦੀ ਉੱਧਰ ਟਰੈਵਲ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਐਸਸੀ ਘੁਟਾਲੇ ਦੀ, ਤਾਂ ਉਹਦੇ ਵਿੱਚ ਵੀ ਆਪਣੇ ਇਹਨਾਂ ਦੇ ਬਿਊਰੋਕਰੇਟਸ ਨੇ ਉਹ ਕਮੇਟੀ ਬਣਾਈ, ਸਿੱਟ ਟਾਈਪ ਬਣਾਈ, ਉਹਦਾ ਹੀ ਰਿਜ਼ਲਟ ਕੱਢਿਆ, ਐਂਡ ਕੋਈ ਵੀ ਉਹਨਾਂ ਨੂੰ ਗਿਲਟੀ ਵੀ ਨਹੀਂ ਕੱਢਿਆ ਜਾਂ ਕੁਝ ਵੀ, ਜਦ ਕਿ ਸਾਰਿਆਂ ਨੂੰ ਪਤਾ ਕਿ ਹਾਂ ਵੀ ਘੁਟਾਲਾ ਉੱਥੇ ਹੋਇਆ। ਸੋ ਬਿਊਰੋਕਰੇਸੀ ਦੇ ਹੱਥ ਕਾਫੀ ਪਾਵਰ ਜਿਹੜੀ ਹੈ ਦਿੱਤੀ ਗਈ ਸੀ, ਜਿਸ ਦਾ ਕਾਫੀ ਵੱਡਾ ਇਲਜ਼ਾਮ ਕਾਂਗਰਸ ਉੱਪਰ ਲੱਗਦਾ ਹੈ। ਕਰਨਜੋਤ ਜੀ, ਤੁਸੀਂ ਕੀ ਫਰਮਾਉਂਦੇ ਹੋ ਇਸ ਪੂਰੇ ਇਲਜ਼ਾਮ ਬਾਰੇ, ਇਸ ਪੂਰੀ ਗੱਲ ਬਾਰੇ? ਜਿਹੜਾ ਤਾਂ ਪਹਿਲਾਂ ਤਾਂ ਮੇਰੇ ਸੀਨੀਅਰ ਐਡਵੋਕੇਟ ਕੋਲੀਗ ਜਿਹੜੇ ਟਾਂਡਾ ਸਾਹਿਬ ਨੇ ਗੱਲ ਕਹੀ ਆ ਕਿ ਜਿਹੜਾ ਸਿਸਟਮ ਆ ਦਿਸ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਇਹਦੇ ਵਿੱਚ ਬਿਊਰੋਕ੍ਰੇਸੀ ਹੈਜ਼ ਇਟਸ ਓਨ ਰੂਲਸ ਐਂਡ ਵੇਅਰ ਐਜ਼ ਦ ਲੈਜਿਸਲੇਚਰ ਹੈਜ਼ ਇਟਸ ਓਨ ਰੂਲਸ। ਇੱਕ ਜੇ ਲਾਅ ਮੇਕਿੰਗ ਬਾਡੀ ਆ ਤੇ ਦੂਸਰੀ ਲਾਅ ਇਨਫੋਰਸਿੰਗ ਬਾਡੀ ਆ, ਤੇ ਇਹਨਾਂ ਦੋਨਾਂ ਦਾ they have to be in hand, but bureaucracy ਨੂੰ independent ਇੱਕ ਸਟੇਚਰ ਜੋ ਦਾ ਹੈਗਾ for implementation of laws or whatever, ਉਹ ਉਹਨੂੰ ਮਿਲਣਾ ਚਾਹੀਦਾ, ਜਿਹਦੇ ਵਿੱਚ ਮੈਂ 100% ਸਹਿਮਤ ਵੀ ਹਾਂ। ਪਰ ਜਿਹੜੀ ਚੀਜ਼ ਟਾਂਡਾ ਸਾਹਿਬ ਕਹਿ ਰਹੇ ਆ ਕਿ ਇਹ ਕਾਂਗਰਸ ਦੇ ਰਾਜ ਵਿੱਚ ਇਹ ਜਿਹੜੀ ਬਿਊਰੋਕ੍ਰੇਸੀ ਆ ਉਹ ਲੀਡਰਸ਼ਿਪ ਦੇ ਕਹਿਣ ਤੇ ਤੁਰਦੀ ਆ ਜਾਂ whatever ਦੇ ਕਹਿਣ ਤੇ ਤੁਰਦੀ ਆ, ਇਹ ਇਹਨਾਂ ਦਾ ਕੋਈ ਇੰਡੀਪੈਂਡੈਂਟ ਸਟੇਚਰ ਹੈ ਨਹੀਂ, ਇਹਨਾਂ ਦਾ ਕੋਈ ਇੰਡੀਪੈਂਡੈਂਟ ਵੈਲੀਡੇਸ਼ਨ ਹੈ ਨਹੀਂ। ਮੈਂ ਟਾਂਡਾ ਸਾਹਿਬ ਨੂੰ ਅੱਜ ਪੁੱਛਣਾ ਚਾਹੁੰਦਾ ਵਾਂ ਕਿ ਇਹ ਚੀਜ਼ਾਂ ਕੀ ਅਕਾਲੀ ਦਲ ਸਰਕਾਰ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ? ਇਹ ਚੀਜ਼ਾਂ ਜਦੋਂ ਬਰਗਾੜੀ ਮੋਰਚੇ ਵਿੱਚ ਲੋਕ ਕੀਰਤਨ ਕਰ ਰਹੇ ਸੀਗੇ, ਪਾਠ ਕਰ ਰਹੇ ਸੀਗੇ, ਤਾਂ ਜਿਹੜਾ ਉੱਥੇ ਗੋਲੀਆਂ ਚਲਾਉਣ ਦਾ ਆਰਡਰ ਪੁਲਿਸ ਨੂੰ ਉਹ ਕਿਹਨੇ ਦਿੱਤਾ ਸੀਗਾ? ਚਲੋ ਮੈਟਰ ਆਰ ਸਬ ਜੂਡਿਸ ਇਨ ਦਾ ਕੋਰਟ, ਇਹ ਚਲਾਨ ਹੈਜ਼ ਬੀਨ ਪ੍ਰੈਜ਼ੈਂਟਡ, ਮੈਟਰਸ ਆਰ ਸਬ ਜੂਡਿਸ ਇਨ ਦਾ ਕੋਰਟ, ਹੌਲੀ ਹੌਲੀ ਇਹ ਚੀਜ਼ਾਂ ਮੋਹਰੇ ਆਉਣਗੀਆਂ। ਪਰ ਬਿਊਰੋਕ੍ਰੇਸੀ ਦੇ ਉੱਤੇ ਇੱਕ ਸ਼ਿਕੰਜਾ ਜੋ ਹੋਣਾ ਚਾਹੀਦਾ ਉਹ ਹੋਣਾ ਬਹੁਤ ਜ਼ਰੂਰੀ ਆ, because since they are hand in hand with each other, ਜੇ ਇੱਕ law enforcing body ਆ ਤੇ ਇੱਕ law making body ਆ, ਇਹਨਾਂ ਦਾ ਆਪਸ ਚ ਤਾਲਮੇਲ ਹੋ ਕੇ ਹੀ ਅੱਗੇ ਚੱਲਣਾ ਜ਼ਰੂਰੀ ਆ। but the thing is ਜਿਹੜਾ misuse of bureaucracy ਹੋਇਆ, ਜੋ ਅਕਾਲੀ ਦਲ ਦੀ ਸਰਕਾਰ ਚ ਦੇਖਣ ਨੂੰ ਮਿਲਿਆ, ਜੋ ਨਜਾਇਜ਼ ਪਰਚੇ ਅਕਾਲੀ ਦਲ ਦੀ ਸਰਕਾਰ ਚ ਹੋਏ, ਮੈਨੂੰ ਲੱਗਦਾ ਉਸ ਤੇ ਅਸੀਂ ਕਾਫੀ ਹੱਦ ਤੱਕ ਨੱਥ ਪਾਈ ਹੋਈ ਆ, ਤੇ ਉਹ ਕਾਫੀ ਹੱਦ ਤੱਕ ਕਾਂਗਰਸ ਸਰਕਾਰ ਵਿੱਚ ਜਿਹੜੀ ਇਹ ਚੀਜ਼ਾਂ ਜਿਹੜੀਆਂ ਇੱਕ ਦੂਜੇ ਨਾਲ ਵੈਂਡੇਟਾ ਨਾਲ ਆਪਾਂ ਦੁਸ਼ਮਣੀ ਜਾਂ ਅਪਰੋਚ ਹੋਏ। ਜੀ ਮਲਿਕ ਸਾਹਿਬ, ਤੁਹਾਡਾ ਇਸ ਪੂਰੀ ਗੱਲ ਬਾਰੇ, ਕਿਉਂਕਿ ਆਮ ਆਦਮੀ ਪਾਰਟੀ ਤੋਂ ਆਪਾਂ ਕੀ ਸਵਾਲ ਪੁੱਛ ਸਕਦੇ ਹਾਂ, ਉਹਨਾਂ ਦਿੱਲੀ ਵਿੱਚ ਆਪਣਾ ਹੀ ਵੱਖਰਾ ਉਹਨਾਂ ਦੀ ਜੰਗ ਲੜੀ ਹੋਈ ਹੈ, ਸੋ ਪੰਜਾਬ ਵਿੱਚ ਮੌਕਾ ਨਹੀਂ ਮਿਲਿਆ। ਪਰ ਹਾਂ, ਆਮ ਆਦਮੀ ਪਾਰਟੀ ਦਾ ਇਸ ਪੂਰੀ ਗੱਲ ਉੱਪਰ ਕੀ ਸਟੈਂਡ ਹੈ ਕਿ ਜਿਹੜਾ ਬਿਊਰੋਕ੍ਰੇਸੀ ਤੇ ਜਿਹੜੀ ਪੋਲੀਟੀਕਲ ਜਿਹੜੇ ਵੱਖਰਾ ਜਿਹੜੀ ਪਾਵਰਸ ਨੇ ਉਹ ਕਿਵੇਂ ਕੰਮ ਕਰ ਸਕਦੀਆਂ ਨੇ, ਜਾਂ ਦਿੱਲੀ ਵਿੱਚ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ, ਜਾਂ ਪੰਜਾਬ ਵਿੱਚ ਤੁਸੀਂ ਕਿਹੋ ਜਿਹਾ ਮਾਡਲ ਲਿਆਉਣ ਦੀ ਕੋਸ਼ਿਸ਼ ਕਰੋਗੇ? ਦੇਖੋ, ਗੱਲ ਇਸ ਤਰ੍ਹਾਂ ਹੈਗੀ ਆ ਕਿ ਐਜ਼ ਪਰ ਲਾ ਜਿਹੜਾ ਹੁੰਦਾ ਐਮਐਲਏ ਹੁੰਦੇ ਸਿਲੈਕਟ ਹੁੰਦੇ ਜਿਹੜੇ ਪਾਰਟੀ ਦੇ, ਉਹਨੇ ਆਪਣੇ ਜਿਹੜੇ ਨੇਤਾ ਚੁਣਨਾ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ, ਜਿਹਨੂੰ ਬਹੁਮਤ ਮਿਲਦਾ ਆ। ਪਰ ਪ੍ਰੈਜ਼ੀਡੈਂਟ ਇਹ ਸ਼ੁਰੂ ਹੋ ਗਿਆ ਹੈਗਾ ਕਿ ਤੁਸੀਂ ਪਹਿਲਾਂ ਅਨਾਉਂਸ ਕਰੋ ਜੀ, ਹਾਂਜੀ, ਜਦ ਕਿ ਇੱਦਾਂ ਦਾ ਕੋਈ ਲਾ ਨਹੀਂ ਹੈਗਾ। ਜੇ ਅਸੀਂ ਗੱਲ ਕਰੀਏ ਸਟੇਟਾਂ ਦੇ ਵਿੱਚ, ਤਾਂ ਤੁਹਾਨੂੰ ਪਤਾ ਵੀ ਹਰੇਕ ਸਟੇਟ ਦੇ ਵਿੱਚ 2-2 ਜਾਂ 3-3 ਪਰਿਵਾਰ ਹੈ ਜਿਹੜੇ ਰਾਜ ਕਰਦੇ ਹੈਗੇ ਆ। ਚਾਹੇ ਤੁਸੀਂ ਜੇਕੇ ਲੈ ਲਓ, ਚਾਹੇ ਤੁਸੀਂ ਪੰਜਾਬ ਲੈ ਲਓ, ਚਾਹੇ ਹਰਿਆਣਾ ਲੈ ਲਓ, ਚਾਹੇ ਉੱਤਰ ਪ੍ਰਦੇਸ਼ ਚ ਲੈ ਲਓ, ਜਿਹੜੀ ਮਰਜ਼ੀ ਸਟੇਟ ਲੈ ਲਓ, ਹਰੇਕ ਸਟੇਟ ਦੇ ਵਿੱਚ 2 ਜਾਂ 3 ਪਰਿਵਾਰ ਹੈਗੇ ਆ ਜਿਹੜੇ ਬਾਰ-ਬਾਰ ਉਹੀ ਜਿਹੜੇ ਹੈਗੇ ਆ ਉਹ ਰਾਜ ਕਰਦੇ ਹੈਗੇ ਆ। ਜਿਹੜਾ ਕਿ ਕਹਿਣ ਦਾ ਡੈਮੋਕ੍ਰੇਸੀ ਹੈਗੀ ਆ,
ਪਰ ਪ੍ਰੈਕਟੀਕਲ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਹੈਗੀ। ਜਿਹੜਾ ਸਧਾਰਨ ਬੰਦਾ ਹੈਗਾ, ਜਿਸ ਤਰ੍ਹਾਂ ਹੁਣ ਚੰਨੀ ਸਾਹਿਬ ਹੈਗੇ ਆ, ਇਹਨਾਂ ਨੂੰ ਮੌਕਾ ਮਿਲਿਆ, ਬੜੀ ਖੁਸ਼ੀ ਦੀ ਗੱਲ ਹੈਗੀ ਆ। ਇਦਾਂ ਦੀ ਐਗਜ਼ਾਮਪਲ ਜਿਹੜੇ ਹੈਗੀ ਆ ਬਹੁਤ ਘੱਟ ਹੈਗੀ ਆ। ਜਿਹੜੇ ਬੜੇ ਪਰਿਵਾਰ ਹੈਗੇ ਆ, ਉਹੀ ਜਿਹੜੇ ਪੋਲੀਟੀਕਲ ਪਰਿਵਾਰ ਆ, ਉਹੀ ਰਾਜ ਕਰਦੇ ਆ। ਚਾਹੇ ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਲਓ, ਚਾਹੇ ਕੈਪਟਨ ਦੀ ਗੱਲ ਕਰ ਲਓ, ਹੋਰ ਬਾਕੀ ਸਟੇਟਾਂ ਵੀ ਇਹੀ ਹਾਲ ਹੈਗੀ ਆ। ਇੱਥੋਂ ਤੱਕ ਗੱਲ ਹੈਗੀ ਆ ਮਾਫੀਆ ਦੀ, ਤਾਂ ਤੁਹਾਨੂੰ ਪਤਾ ਹੈ ਕਿ 2007 ਤੋਂ ਬਾਅਦ ਮਾਫੀਆ ਦਾ ਨਾਂ ਸੁਣਿਆ ਸੀਗਾ, ਪਹਿਲਾਂ ਕਦੇ ਸੁਣਿਆ ਨਹੀਂ ਸੀਗਾ। ਪੰਜਾਬ ਨੂੰ ਛੱਡ ਕੇ ਕਿਸੇ ਵੀ ਸਟੇਟ ਦੇ ਵਿੱਚ ਹੋਰ ਕੋਈ ਮਾਫੀਆ ਰਾਜ ਦੀ ਗੱਲ ਨਹੀਂ ਸੁਣੀ ਅੱਜ ਤੱਕ, ਵੀ ਫਲਾਣੀ ਸਟੇਟ ਮਾਫੀਆ ਚੱਲਦਾ ਹੈਗਾ ਆ। ਔਰ ਇਹ ਮਾਫੀਆ ਸ਼ੁਰੂ ਹੈਗਾ, ਇਹਦੇ ਵਿੱਚ ਬਿਊਰੋਕਰੇਟਸ, ਵਿੱਚ ਪੋਲੀਟੀਸ਼ੀਅਨ ਔਰ ਵਿੱਚ ਪੁਲਿਸ ਜਿਹੜੀ ਹੈਗੀ ਆ, ਇਹ ਜਿਹੜੇ ਨੈਕਸਸ ਸਾਰਾ ਬਣਿਆ ਹੈਗਾ ਆ। ਜਦੋਂ ਤੱਕ ਇਹ ਨੈਕਸਸ ਟੁੱਟਦਾ ਨਹੀਂ ਹੈਗਾ ਨਾ ਜੀ, ਔਰ ਆਮ ਲੋਕਾਂ ਨੂੰ ਜਿਹੜੇ ਅਧਿਕਾਰ ਨਹੀਂ ਮਿਲਦੇ ਹੈਗੇ ਆ ਇਲੈਕਸ਼ਨ ਦੇ ਵਿੱਚ, ਜਾਣ ਕੇ ਇਲੈਕਸ਼ਨ ਲੜਨ ਦੇ, ਉਦੋਂ ਤੱਕ ਜਿਹੜਾ ਹੈਗਾ ਬੜਾ ਹਾਰਡ ਹੈਗਾ ਆ। ਜੇ ਅਸੀਂ ਗੱਲ ਕਰੀਏ ਆਪਣੇ ਮਦਨ ਲਾਲ ਜਲਾਲ ਦੇ ਜਿਹੜੇ MLA ਹੈਗੇ ਆ, ਹਾਂਜੀ, ਔਰ ਤੁਹਾਨੂੰ ਸਾਰਿਆਂ ਪਤਾ ਵੀ ਉਹਦੀਆਂ ਫੈਕਟਰੀਆਂ ਫੜੇ ਗਈਆਂ ਸ਼ਰਾਬ, ਨਜਾਇਜ਼ ਸ਼ਰਾਬ ਦੀਆਂ, ਜਿਹਦੇ ਨਾਲ ਘੱਟੋ ਘੱਟ 130 ਬੰਦੇ ਜਿਹੜੇ ਹੈਗੇ ਆ ਉਹ ਮਰ ਗਏ ਹੈਗੇ ਆ, ਔਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਹੁਣ ਜਦ ਦੇ ਸਿੱਧੂ ਸਾਹਿਬ ਪ੍ਰਧਾਨ ਬਣੇ ਹੈਗੇ, ਸਭ ਤੋਂ ਪਹਿਲਾਂ ਸਿੱਧੂ ਸਾਹਿਬ ਉਹਦੇ ਜਾ ਕੇ ਉਹਦੇ ਘਰ ਕੋ ਗਏ ਆ। ਹੁਣ ਤੁਸੀਂ ਦੇਖ ਲਓ, ਹਰੇਕ ਜਿੱਥੇ ਵੀ ਸਿੱਧੂ ਸਾਹਿਬ ਹੁੰਦੇ ਆ ਜਾਂ ਚੰਨੀ ਸਾਹਿਬ ਹੁੰਦੇ ਆ, ਇਹ ਮੋਹਰੇ ਹੁੰਦੇ ਹੈਗੇ ਆ। ਸੋ ਜਦੋਂ ਤੱਕ ਏਦਾਂ ਦੇ ਬੰਦੇ ਨੱਥ ਨਹੀਂ ਪਾਈ ਜਾਂਦੇ, ਜਿਹੜੇ ਕਰਪਟ MLA ਜਾਂ ਮਿਨਿਸਟਰ ਹੈਗੇ ਆ, ਚਾਹੇ ਰੂਲਿੰਗ ਪਾਰਟੀ ਦੇ ਆ ਚਾਹੇ ਵਿਰੋਧੀਆਂ ਦੇ ਹੈਗੇ ਆ, ਉਹਨਾਂ ਨੂੰ ਜਦੋਂ ਨੱਥ ਨਹੀਂ ਪਾਈ ਜਾਂਦੀ, ਜਦੋਂ ਤੱਕ ਜਿਹੜਾ ਇਹਦਾ ਸੁਧਾਰ ਹੋਣਾ ਬੜਾ ਹਾਰਡ ਹੈਗਾ ਆ। ਤੋ ਜਿਹੜੇ ਮਾਫੀਆ ਰਾਜ ਹੈਗਾ ਆ, ਇਹ ਮਾਫੀਆ ਰਾਜ ਬੰਦ ਹੋਊਗਾ ਤਾਂ ਹੀ ਆਮ ਪਬਲਿਕ ਦਾ ਭਲਾ ਹੋਣਾ ਹੈਗਾ ਆ। ਜਿਹੜਾ ਮਾਫੀਆ ਰਾਜ ਪੰਜਾਬ ਦੇ ਚੱਲਦਾ, ਘੱਟੋ 95,000 ਕਰੋੜ ਰੁਪਇਆ ਸਾਲ ਦਾ ਇਹਨਾਂ ਪੌਕਟ ਤੇ ਪੈਂਦਾ, ਜਿਹੜੇ ਚਲਾ ਰਹੇ ਮਾਫੀਆ, ਚਾਹੇ ਲੈਂਡ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਸੈਂਡ ਮਾਫੀਆ, ਚਾਹੇ ਲੀਕਰ ਮਾਫੀਆ, ਜੋ ਵੀ ਹੈਗਾ। ਅਗਰ ਇਹ ਪੈਸਾ ਸਾਰਾ ਸਰਕਾਰ ਦੇ ਖਜ਼ਾਨੇ ਵਿੱਚ ਜਾਵੇ ਔਰ ਜੇ ਨੀਅਤ ਸਾਫ਼ ਹੋਵੇ ਤਾਂ ਸਰਕਾਰ ਉਹ ਪਬਲਿਕ ਉੱਪਰ ਪੈਸਾ ਖਰਚ ਕਰੇ, ਪੰਜਾਬ ਸੁਧਾਰ ਹੋਵੇ। ਜਿਹੜਾ ਪੰਜਾਬ ਸੇ ਕਰਜ਼ਾ ਚੜਿਆ 3 ਲੱਖ ਕਰੋੜ ਰੁਪਏ ਦਾ, ਉਹ ਦੇਖੋ 1992 ਤੋਂ ਸਿਰਫ 3000 ਕਰੋੜ ਰੁਪਏ ਕਰਜ਼ਾ ਸੀਗਾ, ਜਿਹੜਾ ਵੱਧ ਕੇ ਹੁਣ ਤੱਕ 3 ਲੱਖ ਕਰੋੜ ਬਣ ਗਿਆ। ਕਿਸੇ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੀਆਂ, ਉਹਨਾਂ ਨੇ ਮੈਨੀਫੈਸਟੋ ਕਦੇ ਨਹੀਂ ਇਹ ਪਾਇਆ ਹੈਗਾ ਕਿ ਜਿਹੜਾ ਕਰਜ਼ਾ ਅਸੀਂ ਕਿੱਦਾਂ ਲਾਉਣਾ ਹੈਗਾ ਆ। ਜੇ ਅਸੀਂ ਗੱਲ ਕਰੀਏ ਦਿੱਲੀ ਦੀ, ਤਾਂ ਦਿੱਲੀ ਮਾਡਲ ਜਿਹੜਾ ਹੈਗਾ ਆ, ਅਸੀਂ ਪੰਜਾਬ 'ਚ ਲਿਆਉਣਾ ਚਾਹੁੰਦੇ ਹਾਂ। ਦਿੱਲੀ ਮਾਡਲ ਕੀ ਹੈਗਾ? ਦਿੱਲੀ ਮਾਡਲ ਇਹ ਹੈਗਾ ਵੀ ਜਿਹੜਾ ਵੀ ਅਸੀਂ ਮੈਨੂਫੈਕਚਰ ਵਾਅਦਾ ਕਰਾਂਗੇ, ਉਹਨੂੰ ਅਸੀਂ 100% ਲਾਗੂ ਕਰਾਂਗੇ। ਜਿਹੜਾ ਦਿੱਲੀ ਵਿੱਚ ਕਰਕੇ ਦਿਖਾਇਆ, ਕਰਪਸ਼ਨ ਜਿਹੜੀ ਹੈ ਦਿੱਲੀ ਵਿੱਚ 90% ਕਰਪਸ਼ਨ ਹੈਗੀ ਆ, ਉਹ ਬੰਦ ਹੋ ਗਈ ਹੈਗੀ ਆ। ਉਹ ਜਿਹੜਾ ਉਹਨਾਂ ਰੈਵਨਿਊ ਹੈਗਾ ਆ, ਜਿਹੜਾ ਉਹਨਾਂ ਬਜਟ ਹੈਗਾ ਸਰਕਾਰ ਦਾ, ਜਿਹੜੇ ਪਿਛਲੇ ਸਰਕਾਰ ਵੇਲੇ 30,000 ਕਰੋੜ ਰੁਪਇਆ ਸੀਗਾ, ਅੱਜ ਵੱਧ ਕੇ 70,000 ਕਰੋੜ ਰੁਪਇਆ ਹੋ ਗਿਆ, ਜਦ ਕਿ ਟੈਕਸ ਜਿਹੜੇ ਹੈ ਘੱਟ ਹੈਗੇ ਆ। ਉਹਦਾ ਫਾਇਦਾ ਇਹ ਹੋਇਆ ਕਿ ਕੇਜਰੀਵਾਲ ਸਾਹਿਬ ਨੇ ਉਹ ਜਿਹੜਾ ਪੈਸਾ ਹੈਗਾ ਆ, ਆਪਣੀ ਜੇਬ ਵਿੱਚ ਪਾਉਣ ਦੀ ਬਜਾਏ ਪਬਲਿਕ ਦੇ ਉੱਪਰ ਖਰਚ ਕਰ ਰਹੇ ਹੈਗੇ ਆ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵੀ ਏਦਾਂ ਰਾਜ ਹੋਣਾ ਚਾਹੀਦਾ ਆ, ਔਰ ਜਿਹੜਾ ਹੈਗਾ ਮਾਝੇ ਰਾਜ ਬੰਦ ਹੋਣਾ ਚਾਹੀਦਾ ਹੈਗਾ। ਬਿਲਕੁਲ ਸੱਚੇ ਸੁੱਚੇ ਜਿਹੜੇ ਬੰਦੇ ਹੈਗੇ ਉਹ ਆਉਣੇ ਚਾਹੀਦੇ ਆ, ਜਿਹੜੇ ਆਪਣੀ ਜੇਬ ਵਿੱਚ ਪੈਸਾ ਭਰਨ, ਉਹ ਪਬਲਿਕ ਦਾ ਜਿਹੜਾ ਖਿਆਲ ਰੱਖਣ। ਸੋ ਇਹ ਜਦੋਂ ਤੱਕ ਇਹ ਬੰਦ ਨਹੀਂ ਹੁੰਦਾ, ਉਦੋਂ ਤੱਕ ਜਿਹੜਾ ਬੜਾ ਮੁਸ਼ਕਿਲ ਹੈਗਾ। ਸੋ ਅਸੀਂ ਚਾਹੁੰਦੇ ਹੈਗੇ ਆ ਕਿ ਪੰਜਾਬ ਵਿੱਚ ਵੀ ਦਿੱਲੀ ਤੱਕ ਜਿਹੜੇ ਹੈਗੇ ਸਾਡੇ ਮੈਨੀਫੈਸਟੋ ਹੈਗਾ ਆ, ਜਿਹੜਾ ਸਾਡਾ ਦਿੱਲੀ ਮਾਡਲ ਹੈਗਾ, ਉਹ ਅਸੀਂ ਪੰਜਾਬ 'ਚ ਵੀ ਜੀ। ਸੋ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਜੋ ਪੋਜ਼ਿਟਿਵ ਜਿਹੜੀ ਵਿਚਾਰ ਚਰਚਾ ਸਾਡੀ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਫਿਲਹਾਲ ਵੇਲਾ ਚ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਚਲੋ ਠੀਕ ਹੈ, ਨਵੇਂ ਮੁੱਖ ਮੰਤਰੀ ਮਿਲ ਗਏ ਨੇ ਪੰਜਾਬ ਨੂੰ, ਚਰਨਜੀਤ ਸਿੰਘ ਚੰਨੀ ਜੀ। ਸੋ ਜਿਵੇਂ ਤਾਂ ਫਿਲਮਾਂ ਵਿੱਚ ਇੱਕ ਦਿਨ ਦੇ CM ਸੀਗੇ, ਉਹਨਾਂ ਨੇ ਵਾਹਵਾ ਕੁਝ ਕਰਤਾ ਸੀਗਾ, ਇਹਨਾਂ ਕੋਲ 100 ਦੇ ਨੇ, ਪਰ ਅਗਰ ਕੁਝ ਕੀ ਗੱਲਾਂ ਹੀ ਅਗਰ ਪੁਗਾ ਲੈਂਦੇ ਨੇ ਤਾਂ ਸ਼ਾਇਦ ਲੋਕਾਂ ਦਾ ਦੁਬਾਰਾ ਵਿਸ਼ਵਾਸ ਜਿਹੜਾ ਹੈ ਕਾਂਗਰਸ ਤੇ ਬਣ ਸਕਦਾ, ਜੋ ਕਿ ਕੋਸ਼ਿਸ਼ ਭਾਵੇਂ ਕੀਤੀ ਜਾ ਰਹੀ ਹੈ। ਬਾਕੀ ਦੇਖਣ ਵਾਲਾ ਹੋਏਗਾ ਕਿ ਹਾਂ ਵੀ ਆਉਣ ਵਾਲੇ ਦਿਨਾਂ ਵਿੱਚ ਕੀ ਨਵੀਆਂ ਅਨਾਉਂਸਮੈਂਟਾਂ ਕਰਦੀਆਂ ਨੇ, ਕੀ ਵਾਕਈ ਉਹ ਕੰਮ ਜਿਹੜਾ ਹੈ ਕਰਦੇ ਨੇ ਕਿ ਨਹੀਂ ਕਰਦੇ। ਪਰ ਪਲਾਹੀ ਸਾਹਿਬ, ਮੈਂ ਤੁਹਾਡੇ ਨਾਲ ਥੋੜ੍ਹਾ ਗੱਲਬਾਤ ਕਰਨਾ ਚਾਹਾਂਗਾ ਕਿ ਇੱਥੇ ਕੋਈ ਇੱਕ ਵੱਖਰੀ ਗੱਲ ਕਹਿ ਲਈਏ ਜਾਂ ਫਿਰ ਇੱਕ ਮੰਦਭਾਗੀ ਗੱਲ ਕਹਿ ਲਈਏ ਕਿ ਦੇਖਿਆ ਕਿ ਜਾ ਰਿਹਾ ਕਿ ਹਰ ਇੱਕ ਪਾਰਟੀ ਆਪਣੇ CM ਦੇ ਚਿਹਰੇ ਉੱਪਰ ਕਾਫੀ ਜ਼ੋਰ ਦੇ ਰਹੀ ਹੈ। ਆਮ ਆਦਮੀ ਪਾਰਟੀ ਨੇ ਹਾਲੇ ਤੱਕ ਵੀ ਕਾਫੀ ਦੇਰ ਤੋਂ ਚਰਚਾਵਾਂ ਹੀ ਚੱਲ ਰਹੀਆਂ ਨੇ ਕਿ ਕੌਣ ਆਪਣਾ ਮੁੱਖ ਮੰਤਰੀ ਬਣਾਵਾਂਗੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਇੱਕ ਚਿਹਰਾ ਬੜਾ ਡਿਸਾਈਡਡ ਜਿਹਾ ਹੋਵੇਗਾ, ਜਦਕਿ ਉਹਨਾਂ ਦੇ ਕੰਮ ਜਾਂ ਉਹਨਾਂ ਮੈਨੀਫੈਸਟੋ ਉੱਪਰ ਇੰਨਾ ਜ਼ੋਰ ਨਹੀਂ ਦਿੱਤਾ ਜਾ ਰਿਹਾ ਜਿੰਨਾ ਇੱਕ ਚਿਹਰੇ ਤੇ ਦਿੱਤਾ ਜਾ ਰਿਹਾ। ਸਿਮਿਲਰਲੀ ਮੈਨੂੰ ਲੱਗਦਾ ਕਾਂਗਰਸ ਵਿੱਚ ਵੀ ਇਹੀ ਮਾਹੌਲ ਚੱਲ ਰਿਹਾ। ਫਿਲਹਾਲ ਭਾਵੇਂ ਚੰਨੀ ਸਾਹਿਬ ਬਣਾ ਦਿੱਤੇ ਗਏ ਨੇ, ਪਰ ਆਉਣ ਵਾਲੀਆਂ ਚੋਣਾਂ ਦੇ ਲਈ 2022 ਦੇ ਵਿੱਚ ਕਾਫੀ ਵੱਡਾ ਅਹਿਮ ਹੋਵੇਗਾ ਕਿ ਹਾਂ ਵੀ ਮੁੱਖ ਮੰਤਰੀ ਕਿਹਨੂੰ ਬਣਾਉਣਗੇ। ਜੇਕਰ ਮੈਂ ਅਕਾਲੀ ਦਲ ਦੀ ਗੱਲ ਕਰਾਂ ਤਾਂ ਉਹ ਤਾਂ ਸ਼ਾਇਦ ਪਹਿਲਾਂ ਹੀ ਕਲੀਅਰ ਹੈ ਕਿ ਹਾਂ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਹੋਣੀ ਹੈ, ਉਹਨਾਂ ਨੂੰ ਮੌਕਾ ਮਿਲੇਗਾ। CM ਦੀ ਦਾਅਵੇਦਾਰੀ ਉਹੀ ਕਰ ਰਹੇ ਨੇ, ਪਰ ਚਿਹਰਾ ਕਾਫੀ ਡਿਪੈਂਡੈਂਟ ਹੋਏਗਾ ਇਸ ਵਾਰ ਦੇ ਇਲੈਕਸ਼ਨ ਦੇ ਲਈ, ਜੋ ਕਿ ਸ਼ਾਇਦ ਇੱਦਾਂ ਨਹੀਂ ਹੋਣਾ ਚਾਹੀਦਾ। ਪਲਾਹੀ ਸਾਹਿਬ, ਤੁਸੀਂ ਕੀ ਕਹਿੰਦੇ ਹੋ? ਮੋਹਿਤ ਜੀ, ਗੱਲ ਇਹ ਆ ਕਿ
ਦੋ ਗੱਲਾਂ ਜਿਹੜੀਆਂ ਪਿਛਲੀ ਡਿਸਕਸ਼ਨ ਦੇ ਵਿੱਚ ਸਾਹਮਣੇ ਸਾਡੇ ਆ ਰਹੀਆਂ ਨੇ, ਉਹਨਾਂ ਦੇ ਵਿੱਚੋਂ ਕੁਝ ਇੱਕ ਸਵਾਲ ਉੱਠਦੇ ਨੇ। ਪਹਿਲੀ ਗੱਲ ਤਾਂ ਇਹ ਆ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਹੀ ਆਪਣੇ ਆਪ ਨੂੰ ਸੀਮਤ ਕਿਉਂ ਕਰਕੇ ਬੈਠੀਆਂ ਨੇ। ਜੀ। ਦੂਸਰੀ ਗੱਲ ਇਹ ਆ ਕਿ ਪੰਜਾਬ ਦੇ ਜਿਹੜੇ ਮੁੱਦੇ ਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਉੱਤੇ ਬਹਿਸ ਕਰਨ ਦੀ ਬਜਾਏ ਅਸੀਂ ਰਿਆਇਤਾਂ ਦੇਣ ਦੀ ਰਾਜਨੀਤੀ ਨੂੰ ਅੱਗੇ ਲਿਆ ਰਹੇ ਹਾਂ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਕਰਦਾ ਕਿ ਜਿਹੜਾ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਬਹੁਤ ਪਿੱਛੇ ਚਲੇ ਗਿਆ, ਆਰਥਿਕ ਤੌਰ ਤੇ ਉਸ ਦਾ ਬਹੁਤ ਨੁਕਸਾਨ ਹੋਇਆ, ਭਾਈਚਾਰਕ ਸਾਂਝ ਜਿਹੜੀ ਹੈ ਉਸ ਦੇ ਵਿੱਚ ਵੀ ਬੜਾ ਵਿਗਾੜ ਹੁਣ ਦੇਖਣ ਨੂੰ ਸਾਨੂੰ ਮਿਲ ਰਿਹਾ। ਔਰ ਇਸ ਤੋਂ ਅਗਲੀ ਗੱਲ, ਤੀਜਾ ਸਵਾਲ, ਮੈਂ ਤਿੰਨਾਂ ਸਵਾਲਾਂ ਦੇ ਜਵਾਬ ਜਿਹੜੇ ਨਾਲੋਂ ਨਾਲ ਸਾਡੇ ਮਾਨਯੋਗ ਜਿਹੜੇ ਸਤਿਕਾਰਤ ਨੁਮਾਇੰਦੇ ਨੇ ਉਹਨਾਂ ਤੋਂ ਚਾਹਾਂਗਾ ਕਿ ਕਿਸੇ ਇੱਕ ਸੂਬੇ ਦੇ ਮਾਡਲ ਨੂੰ ਦੂਸਰੇ ਸੂਬੇ ਦੇ ਮਾਡਲ ਉੱਤੇ ਲਾਗੂ ਕਰਨਾ ਕੀ ਲਾਹੇਵੰਦ ਰਹੇਗਾ? ਭਾਵ ਕਿ ਦਿੱਲੀ ਦਾ ਜਿਹੜਾ ਮਾਡਲ ਹੈ, ਵਿਕਾਸ ਦਾ ਮਾਡਲ ਹੈ, ਉਸ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾ ਸਕਦਾ? ਬਿਲਕੁਲ ਉਵੇਂ ਜਿਵੇਂ ਗੁਜਰਾਤ ਮਾਡਲ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨ ਦਾ ਯਤਨ ਕੀਤਾ ਗਿਆ ਔਰ ਬੁਰੀ ਤਰ੍ਹਾਂ ਫੇਲ ਹੋਏ ਹੋ, ਕਿ ਇਹ ਸਵਾਲ ਇੱਥੇ ਪੰਜਾਬ ਵਿੱਚ ਵੀ ਖੜਾ ਨਹੀਂ ਹੋਏਗਾ? ਪਹਿਲੀ ਗੱਲ, ਰਿਆਇਤਾਂ ਦੀ ਰਾਜਨੀਤੀ ਕਿਉਂ? ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਲਿਆਉਣ ਦੀ ਕੋਸ਼ਿਸ਼ ਕਿਉਂ? ਕਿ ਇਹ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਨਹੀਂ? ਤੇ ਤੀਸਰਾ, ਕਿਸੇ ਇੱਕ ਮਾਡਲ ਨੂੰ ਸਾਹਮਣੇ ਲਿਆ ਕੇ ਉਸ ਸਟੇਟ ਦੇ ਵਿੱਚ ਲਾਗੂ ਕਰ ਦੇਣਾ ਜਿਹਦੇ ਆਧਾਰ ਹੀ ਕੋਈ ਵੱਖਰੇ ਹੋਣ, ਜਿਹਦਾ ਸੱਭਿਆਚਾਰ ਹੀ ਕੁਝ ਵੱਖਰੀ ਕਿਸਮ ਦਾ ਹੋਵੇ। ਇਹ ਆਪਣੇ ਆਪ ਦੇ ਵਿੱਚ ਤਿੰਨ ਸਵਾਲ ਨੇ ਜਿਹੜੇ ਮੈਂ ਸਮਝਦਾ ਵੀ ਜਿਹੜੇ ਵਿਸ਼ੇਸ਼ ਵਿਅਕਤੀ ਸਾਡੇ ਕੋਲ ਆਏ ਹੋਏ ਨੇ ਉਹਨਾਂ ਨੂੰ ਦੇਣੇ ਬਣਦੇ ਨੇ। ਜੀ, ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਰਿਆਇਤਾਂ ਦੀ ਰਾਜਨੀਤੀ, ਤਾਂ ਉਹ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਹੋਣਾ ਨੇ ਸ਼ੁਰੂ ਕੀਤੀ ਹੈ। ਈਵਨ ਹਲੇ ਵੀ ਉਹ ਸੇਮ ਗੱਲਾਂ ਕਹਿ ਰਹੇ ਨੇ ਕਿ ਜਦੋਂ ਉਹਨਾਂ ਨੂੰ ਮੌਕਾ ਮਿਲੇਗਾ 10 ਲੱਖ ਦੀ ਇੱਕ ਵਿੱਤੀ ਸਹਾਇਤਾ ਜਿਹੜੀ ਹੈ ਸਟੂਡੈਂਟਸ ਨੂੰ ਦਿੱਤੀ ਜਾਵੇਗੀ ਤਾਂ ਜੋ ਬਾਹਰ ਮੂਵ ਕਰ ਸਕਣ, ਜਾਂ ਹੋਰ ਬਿਜਲੀ ਦੀ ਗੱਲ ਕੀਤੀ, ਜਾਂ ਹੋਰ ਵੀ ਕਾਫੀ ਸਾਰੀ ਅਨਾਊਂਸਮੈਂਟ। ਯਾਨੀ ਕਿ ਰਿਆਇਤਾਂ ਦੀ ਜਿਹੜੀ ਰਾਜਨੀਤੀ ਜੋ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ ਉਹ ਹਲੇ ਹੋਰ ਕੰਟੀਨਿਊ ਕਰਨ ਦੀ ਗੱਲ ਆਖਦੇ ਨੇ, ਜਦ ਕਿ ਕਾਬਲ ਬਣਾਉਣ ਦੀ ਇੱਕ ਵਧੀਆ ਫੈਸਿਲਿਟੀਜ਼, ਵਧੀਆ ਓਪਰਚੁਨਿਟੀਜ਼ ਦਿਵਾਉਣ ਦੀ ਗੱਲ ਹੋਣੀ ਚਾਹੀਦੀ ਹੈ, ਪਰ ਗੱਲਾਂ ਉਹ ਹਲੇ ਵੀ ਉਹੀ ਕਰ ਰਹੇ ਨੇ। ਹਰੀਸ਼ ਰਾਏ ਜੀ, ਤੁਸੀਂ ਕੀ ਆਖਦੇ ਹੋ ਕਿ ਇਸ ਗੱਲ ਨਾਲ ਪਹਿਲੀ ਗੱਲ ਤਾਂ ਸਹਿਮਤ ਹੋ ਕਿ ਜਿਹੜੀ ਰਿਆਇਤਾਂ ਦੀ ਰਾਜਨੀਤੀ ਹੈ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਨੇ ਸ਼ੁਰੂ ਕੀਤੀ? ਦੇਖੋ, ਤੁਸੀਂ ਇਹ ਕਹੋ ਕਿ ਅਕਾਲੀ ਦਲ ਨੇ ਰਿਆਇਤਾਂ ਦੀ ਰਾਜਨੀਤੀ ਸ਼ੁਰੂ ਕੀਤੀ, ਤੇ ਮੈਂ ਇਹਨੂੰ ਕਹੂੰਗਾ ਕਿ ਅਕਾਲੀ ਦਲ ਨੇ ਸੋਸ਼ਲ ਅਪਲਿਫਟਮੈਂਟ ਦੀ ਕੀਤੀ। ਜੋ ਸ਼ਗਨ ਸਕੀਮ ਕੀਤੀ, ਕਿਆ ਗਰੀਬ ਪਰਿਵਾਰ ਜਿਹੜੇ ਬਿਲੋ ਪਾਵਰਟੀ ਲਾਈਨ ਰਹਿੰਦੇ ਹੈ ਉਹਨਾਂ ਦੀ ਬੱਚੇ ਬਿਆਨ ਦੀ ਸ਼ਗਨ ਦੇਣਾ ਸਟੇਟ ਦੀ ਓਬਲੀਗੇਸ਼ਨ ਨੇ? ਕਿਆ ਸਵਿਟਜ਼ਰਲੈਂਡ ਦੇ ਵਿੱਚ ਹਰ ਬੰਦੇ ਨੂੰ $3,000 ਦੀ ਤਨਖਾਹ ਨਹੀਂ ਮਿਲਦੀ? ਇਟਸ ਡਿਪੈਂਡ ਕਿ ਤੁਸੀਂ ਇਕਨੋਮੀ ਨੂੰ ਬਿਲਡ ਕਰਕੇ ਸੋਸ਼ਲ ਡਿਵੈਲਪਮੈਂਟ ਤਾਂ ਕਰਨੀ ਪਊਗੀ। ਜੇ ਤੁਸੀਂ ਫਾਰਮਰ ਦੇ ਬਿੱਲ ਨਾ ਮਾਫ ਕਰੋ, ਜਿਸ ਕ੍ਰਾਈਸਿਸ ਦੇ ਵਿੱਚ ਫਾਰਮਰ ਲੰਘ ਰਹੇ ਹੈ, ਉਸ ਕ੍ਰਾਈਸਿਸ ਲਈ ਕਿਆ ਇਸ ਸੈਕਸ਼ਨ ਦੀ ਲੋੜ ਨਹੀਂ ਜਿਹੜੀ ਪੰਜਾਬ ਦੀ ਇਕਨੋਮੀ 50% ਹੈ? ਠੀਕ ਹੈ, ਇਹ ਅਫੋਰਡੇਬਲ ਵੀ ਹੋਣੇ ਚਾਹੀਦੇ ਹੈ ਤੇ ਐਜੂਕੇਸ਼ਨ ਵੀ ਅਫੋਰਡੇਬਲ ਹੋਣੀ ਚਾਹੀਦੀ ਹੈ, ਹੈਲਥ ਵੀ ਅਫੋਰਡੇਬਲ ਹੋਣੀ ਚਾਹੀਦੀ ਹੈ। ਜਦ ਵੈਲਫੇਅਰ ਸਟੇਟ ਹੈ, ਸਾਡਾ ਕਨਸਟੀਟਿਊਸ਼ਨ ਸਾਨੂੰ ਸੋਸ਼ਲਿਸਟਿਕ ਸਟੇਟ ਕਹਿੰਦਾ ਹੈ, ਇਹਦੇ ਵਿੱਚ ਕਰਨਾ ਪਊਗਾ, ਹਰੇਕ ਨੂੰ ਕਰਨਾ ਪਊਗਾ। ਹੁਣ ਤੁਸੀਂ ਦੂਜੀ ਗੱਲ ਜਿਹੜੀ ਕਹੀ, ਜ਼ਿਕਰ ਕੀਤਾ ਕਿ ਦੂਜੀ ਸਟੇਟ ਦਾ ਮਾਡਲ, ਹੁਣ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ 90% ਰੈਵਨਿਊ ਹੈ GST ਦਾ ਉਹ ਸ਼ਹਿਰਾਂ ਚੋਂ, ਤੇ 60% ਇਕੱਲਾ ਲੁਧਿਆਣੇ ਚੋਂ ਉਹਦੇ ਚੋਂ। ਹੁਣ ਦਿੱਲੀ ਹੈ ਜਿਹੜੀ ਇੱਕ ਦਿੱਲੀ ਕੈਪੀਟਲ ਸਿਟੀ ਹੈ, ਇਹਨਾਂ ਕੋਲ ਪੁਲਿਸ ਇਹਨਾਂ ਦੇ ਅੰਡਰ ਨਹੀਂ ਹੈ, ਪੁਲਿਸ ਨੂੰ ਇਹਨਾਂ ਨੇ ਕੋਈ ਤਨਖਾਹ ਨਹੀਂ ਦੇਣੀ। ਅੱਧੀ ਤੋਂ ਵੱਧ ਡਿਵੈਲਪਮੈਂਟ ਹੈ ਜਿਹੜੀ ਉਹ ਸੈਂਟਰ ਕਰਦੀ ਹੈ। ਜਿਹੜਾ GST ਹੈ ਉਹਨੇ ਕੰਜ਼ਿਊਮਿੰਗ ਸਟੇਟਸ ਨੂੰ ਬਹੁਤ ਲਾਭ ਦਿੱਤਾ। ਉਹ ਦਿੱਲੀ ਬੇਸਿਕਲੀ ਕੰਜ਼ਿਊਮਿੰਗ ਸਟੇਟ ਹੈ, ਮੈਨੂਫੈਕਚਰਿੰਗ ਸਟੇਟ, ਕੰਜ਼ਿਊਮਰ ਸਟੇਟ ਕਰਕੇ ਇਹਨਾਂ ਦਾ ਇਕਨੋਮੀ, ਇਹਨਾਂ ਦੀ ਜਿਹੜਾ ਬਜਟ ਹੈ ਆਪੇ ਗਰੋ ਕੀਤਾ। ਦੈਟਸ GST ਇਜ਼ ਡੂਇੰਗ, ਦੈਟ ਇਜ਼ ਨਾਟ ਅ ਡੂਇੰਗ ਆਫ ਕੇਜਰੀਵਾਲ ਜੀ। ਮੈਂ ਕਲੀਅਰ ਕਰਦਾ ਮੰਦੀ ਸਾਹਿਬ ਨੂੰ ਜੀ। ਹੁਣ ਜਿਹੜਾ ਸੀਗਾ ਲੋਨ ਦੀ ਗੱਲ ਕਰਦੇ ਆ, ਕਰਜ਼ਾ ਚੜ ਗਿਆ। ਮੈਂ ਸਾਰੇ ਬੰਦਿਆਂ ਨੂੰ ਦੇਖਦਾ ਹੈ, ਯੈਸ ਪੰਜਾਬ ਇਜ਼ ਅ ਕ੍ਰਿਟੀਕਲ ਸਟੇਟ, ਵੈਸਟ ਬੰਗਾਲ ਇਜ਼ ਕ੍ਰਿਟੀਕਲ ਸਟੇਟ, ਕੇਰਲਾ ਇਜ਼ ਕ੍ਰਿਟੀਕਲ ਸਟੇਟ। ਅਸੀਂ ਕ੍ਰਿਟੀਕਲ ਸਟੇਟ ਬਣੇ ਹੈ ਮਿਲੀਟੈਂਸੀ ਦੇ ਟਾਈਮ। ਉਹ ਮਿਲੀਟੈਂਸੀ ਦਾ ਵੀ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਕੁਝ ਨਹੀਂ ਦਿੱਤਾ। ਜਿਹੜੀਆਂ CRPF ਦੀਆਂ ਕੰਪਨੀਆਂ ਭੇਜੀਆਂ ਉਹਦੇ ਵੀ ਮੁਆਵਜ਼ਾ ਲੈ ਲਿਆ ਕਿ ਇਹਦੇ ਇੰਨੇ ਖਰਚੇ ਹੋਏ ਸਾਡੇ ਉਹੀ ਤੇ। ਨਾ ਉਹ ਜਿਹੜੀ ਡੈਫੀਸਿਟ ਫਾਈਨੈਂਸਿੰਗ ਹੈ ਇਹ ਮੈਡਮ ਇੰਦਰਾ ਗਾਂਧੀ ਦੇ ਸਮੇਂ ਸ਼ੁਰੂ ਹੋਈ।
ਹੁਣ ਜਿਹੜਾ ਕਰਜ਼ਾ ਹੈ ਉਹ ਹੈ ਕੀ ਕਰਜ਼ਾ? ਇਹ ਥੋੜਾ ਬੈਂਕਾਂ ਤੋਂ ਕਰਜ਼ਾ ਲੈਂਦੇ ਆ। ਕਰਜ਼ਾ ਸਾਰਾ ਸਮਾਲ ਸੇਵਿੰਗਸ ਤੇ ਬੈਂਕ, ਜਿਹੜਾ ਬੈਂਕਾਂ ਦਾ 40% ਸਰਪਲਸ ਹੁੰਦਾ ਹੈ ਉਹ ਬਿਡ ਲੱਗ ਕੇ ਸਟੇਟਸ ਲੈਂਦੀਆਂ। ਜਿਹੜਾ ਸਮਾਲ ਸੇਵਿੰਗ ਦਾ ਉਹ 80% ਸੂਬਿਆਂ ਨੂੰ ਦਿੱਤਾ ਜਾਂਦਾ, ਬਾਈ ਫੋਰਸ ਸਟੇਟਸ ਹੈਵ ਟੂ ਟੇਕ। ਹੁਣ ਇਹ ਜਾਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਚੇਂਜ ਕਰੇ ਸਿਸਟਮ ਨੂੰ, ਜਿਹੜੀ ਤੁਸੀਂ ਡਰਾ ਕਰਦੇ ਹੋ ਮਨੀ ਫਰਮ ਸਮਾਲ ਸੇਵਿੰਗਸ ਐਂਡ ਬੈਂਕਸ ਤੋਂ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ, ਉਹਨੂੰ ਬੈਨ ਕਰਨਾ ਚਾਹੀਦਾ। ਇਹ ਪੂਰੇ ਕੰਟਰੀ ਦਾ ਇੱਕ ਇਕਨੋਮਿਕ ਮਾਡਲ ਹੈ। ਹੁਣ ਆ ਗਈ ਅਗਲਾ ਸਵਾਲ, ਲੀਡਰਸ। ਤੁਸੀਂ ਕਦੇ ਲੀਡਰਸ ਨੂੰ ਪਿੱਛੇ ਨਹੀਂ ਕਰ ਸਕਦੇ। ਪਾਰਟੀਆਂ ਲੀਡਰਸ ਦੇ ਅਰਾਊਂਡ ਬਿਲਡ ਹੁੰਦੀਆਂ। ਨਹਿਰੂ ਜੀ ਸਾਹਿਬ ਦੀ ਲਓ, ਮੈਡਮ ਇੰਦਰਾ ਗਾਂਧੀ 2 ਕਾਂਗਰਸ ਬਣ ਕੇ ਇੰਦਰਾ ਆਈ ਬਣ ਕੇ ਸ਼ੀ ਮਰਜਡ। ਚੌਧਰੀ ਦੇਵੀ ਲਾਲ ਕਿਹਾ ਕਰਦੇ ਸੀ ਇਹ ਪਾਰਟੀਆਂ ਲੀਡਰ ਨਹੀਂ ਬਣਾਉਂਦੇ, ਲੀਡਰ ਪਾਰਟੀਆਂ ਬਣਾਉਂਦੇ, ਅਕਸਰ ਕਿਹਾ ਕਰਦੇ ਸੀ। ਹੁਣ ਤੁਸੀਂ ਕੰਟਰੀ ਚ ਲਓ, ਬੀਜੂ ਪਟਨਾਇਕ ਜੀ ਦਾ ਬੇਟਾ, ਉਹ ਅੱਜ ਤਾਈਂ ਉੱਥੇ ਚੱਲ ਰਿਹਾ। ਇਹ ਅਮਰੀਕਾ ਦਾ ਲੈ ਲਓ, ਬੁਸ਼ ਫਾਦਰ ਸਨ, ਤੁਸੀਂ ਟਰੂਡੋ ਦਾ ਲਓ, ਫਾਦਰ ਸਨ, 3rd ਟਰਮ। ਤੁਸੀਂ ਇਹਨੂੰ ਐਲੀਮੀਨੇਟ ਨਹੀਂ ਕਰ ਸਕੋਗੇ। ਬਟ ਕੁਐਸਚਨ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਦੂਜੀ ਲੀਡਰਸ਼ਿਪ ਨੂੰ ਮਰਜ ਕਰਨ ਲਈ ਹੈ ਜਗ੍ਹਾ ਕਿ ਨਹੀਂ, ਸਪੇਸ ਹੈ ਕਿ? ਇਹ ਜੇ ਤੁਸੀਂ ਚੰਨੀ ਜੀ ਨੂੰ ਕਹੋ ਮਰਜ ਕਰਕੇ ਆਏ ਆ, ਸੌਰੀ, ਹੀ ਇਜ਼ ਨਾਟ ਮਰਜ। ਉਹ ਉੱਤੋਂ ਪਲਾਂਟ ਕਰਕੇ ਦਿੱਤੇ ਗਏ। ਕੁਐਸਚਨ ਹੈ ਕਿ ਪਲਾਂਟਿੰਗ ਕਦ ਬੰਦ ਹੋਊਗੀ ਹਰੇਕ ਪੋਲੀਟੀਕਲ ਪਾਰਟੀ ਦੇ ਵਿੱਚ? ਇੱਕ ਇਨਰ ਪਾਰਟੀ ਡੈਮੋਕ੍ਰੇਸੀ ਕਿਵੇਂ ਹੋਊਗੀ? ਵਾਈ ਨਾਟ? ਕਾਂਗਰਸ ਦੇ 78 ਬੰਦਿਆਂ ਨੇ ਵੋਟਾਂ ਪਾਈਆਂ ਤਾਂ ਉਹ 42 ਵੋਟਾਂ ਦੀ ਕਦਰ ਕਿਉਂ ਨਹੀਂ ਕੀਤੀ ਗਈ? ਕਿਉਂ ਨਹੀਂ ਜਾਖੜ ਸਾਹਿਬ ਨੂੰ ਬਣਾ ਦਿੱਤਾ ਗਿਆ? ਸਵਾਲ ਇਹ ਹੈ ਕਿ ਜੇ ਤੁਸੀਂ ਸੀਟ ਟਿਕਟ ਦਿੰਦੇ ਹੋ ਕਿਸੇ ਨੂੰ, ਉਹ ਆਪਣੀ ਪਾਰਟੀ ਦੇ ਵਿੱਚੋਂ ਮਰਜ ਕਰਕੇ ਕਿਉਂ ਨਹੀਂ ਆਉਂਦੇ? ਆਮ ਆਦਮੀ ਪਾਰਟੀ ਨੇ ਸੁਪਨਾ ਦਿਖਾਇਆ ਸੀ ਕਿ ਜੀ ਵਲੰਟੀਅਰਸ ਕਰਨਗੇ, ਬਟ ਵੇਅਰ ਆਰ ਦ ਵਲੰਟੀਅਰਸ ਗੋਨ? ਕਿਤੇ ਵੀ ਨਹੀਂ ਵਲੰਟੀਅਰਸ। ਇਹਵੇਂ ਨੇ ਵੀ ਉੱਥੋਂ ਲਾਣਾ ਸ਼ੁਰੂ ਕਰਤਾ। ਕੇਜਰੀਵਾਲ ਸਾਹਿਬ ਨੇ ਅੱਜ ਤੱਕ ਆਪਣਾ ਰੈਗੂਲਰ ਕਨਸਟੀਟਿਊਸ਼ਨ ਨਹੀਂ ਕੀਤਾ। ਕੇਜਰੀਵਾਲ ਸਾਹਿਬ ਆਪਣੇ ਆਪ ਹਰ ਵਾਰ ਅਪਾਇੰਟ ਹੁੰਦੇ ਹੋ ਰਹੇ ਹੈ। ਕੁਐਸਚਨ ਕਹਿੰਦਾ ਹਰ ਬੰਦੇ ਹੈ, ਪਰ ਜਦ ਆਪ ਪਾਵਰ ਚ ਆ ਜਾਂਦੇ ਆ ਫਿਰ ਉਹੀ ਸਿਸਟਮ ਸਾਰੇ ਅਡਾਪਟ ਕਰ ਲੈਂਦੇ। ਇਨਰ ਪਾਰਟੀ ਡੈਮੋਕ੍ਰੇਸੀ ਹੈ ਜਿਹੜੀ, ਉਹ ਜੇ ਆਊਗੀ ਤਾਂ ਲੀਡਰਸ਼ਿਪ ਅਮਰਜ ਕਰੂਗੀ। ਤੁਸੀਂ ਖੁੱਲਾ ਰਾਸਤਾ ਦਿਓਗੇ, ਖੁੱਲੀ ਜਗ੍ਹਾ ਦਿਓਗੇ ਸਾਹ ਲੈਣ ਦੀ, ਤਾਂ ਲੋਕ ਗਰੋ ਕਰਨਗੇ। ਉਹ ਗਰੋ ਕਰਨ ਦਾ ਤਾਂ ਮਾਹੌਲ ਹੀ ਹੈ ਨਹੀਂ। ਹੁਣ ਡੈਫੀਨੇਟਲੀ ਜਿਹਨੂੰ ਗਵਰਨਮੈਂਟ ਪਲਾਂਟ ਕਰ ਦਿੰਦੀ ਉਹ ਲੀਡਰ ਬਣ ਦਿੰਦਾ ਹੈ, ਜਿਹਨੂੰ ਗਵਰਨਮੈਂਟ ਟਿਕਟ ਦੇ ਦਿੰਦੀ ਹੈ ਉਹਨੂੰ ਮੰਤਰੀ ਬਣਾ ਦਿੰਦੇ ਆ। ਪਰ ਥੋੜੇ ਬੰਦੇ ਆ ਜਿਹੜੇ ਆਪਣੀ ਸਿਚੁਏਸ਼ਨ ਇਸ ਦੇ ਵਿੱਚੋਂ ਆਪਣੀ ਨਿਚ ਬਣਾ ਲੈਂਦੇ, ਆਪਣੀ ਧਰਤੀ ਬਣਾ ਲੈਂਦੇ, ਆਪਣੀ ਸਪੇਸ ਬਣਾ ਲੈਂਦੇ ਆ। ਥੋੜੇ ਬੰਦੇ ਆ। ਕੈਪਟਨ ਸਾਹਿਬ ਨੇ ਬਣਾਈ, ਪਿਛਲੀ ਵਾਰ ਕੈਪਟਨ ਸਾਹਿਬ ਨੇ ਲੀਕ ਖਿੱਚ ਕੇ ਕਿਸੇ ਸੈਂਟਰਲ ਲੀਡਰ ਨੂੰ ਆਉਣ ਨਹੀਂ ਦਿੱਤਾ। ਪੰਜਾਬ ਸਿੰਗਲ ਹੈਂਡਡਲੀ ਇਲੈਕਸ਼ਨ ਜਿੱਤੀ ਹੈ। ਜੇ ਉਹਨਾਂ ਨੂੰ ਡਿਨਾਈ ਕਰੋ, ਇਹ ਨਹੀਂ ਡਿਨਾਈ ਕਰ ਸਕਦੇ। ਪਰ ਅੱਜ ਲੱਗਦਾ ਹੈ ਕਿ ਉਹ ਲਾਇਬਿਲਿਟੀ ਹੈ, ਕਿਉਂਕਿ ਜਿੰਨੇ ਵਾਅਦੇ ਕਰਕੇ ਉਹ ਆਏ ਸੀ ਉਹ ਵਾਅਦੇ ਪੂਰੇ ਨਾ ਕਰਨ ਯੋਗ ਹੀ ਨਹੀਂ ਸੀ। ਹੁਣ ਜਿੰਨਾ ਮਰਜ਼ੀ ਕਰੀ ਚੱਲਣ, 90% ਫਲਾਨੇ ਹੋ ਗਏ। ਪੂਰੇ ਪੰਜਾਬ 'ਚ ਇਹਨਾਂ ਦੇ ਚਿਹਰੇ ਵਾਲੇ ਲੱਗੇ ਹੋਏ ਸੀ, ਹੁਣ 2 ਦਿਨ ਚ ਲਾਤੇ, ਹੁਣ ਉਹ ਖਤਮ ਹੋ ਗਏ। ਇਹਦਾ ਮਤਲਬ ਨਹੀਂ ਕੀਤਾ ਉਹਨਾਂ ਨੇ, ਕੈਪਟਨ ਸਾਹਿਬ ਨੇ ਤਾਂ ਲਾਤੇ। ਤੁਸੀਂ ਕੈਪਟਨ ਸਾਹਿਬ 1 ਦਿਨ ਚ ਕੈਪਟਨ ਸਾਹਿਬ ਕਾਂਗਰਸ ਦੇ ਲੀਡਰ ਨਹੀਂ ਰਹੇ, ਯੋਗ ਨਹੀਂ ਰਹੇ ਕਿ ਉਹਨਾਂ ਦੀ ਫੋਟੋ ਲੱਗੀ ਰਹਿ ਜਾਵੇ ਐਂਡ ਤੱਕ। ਤੁਸੀਂ ਨਵੀਆਂ ਵੀ ਲਾ ਲਿਓ, ਤੁਸੀਂ ਨਵੇਂ ਚੀਫ ਮਿਨਿਸਟਰ ਆਪਣੀ ਉਪਲਬਧੀ ਦਿਖਾ ਦੇਣ। ਸਵਾਲ ਇਹ ਹੈ ਕਿ ਜਿਹੜੀ ਸੈਂਟਰ ਅਥਾਰਟੀ ਹੈ ਆਮ ਆਦਮੀ ਪਾਰਟੀ ਦਾ ਇਹੀ ਹੈ। ਦਿੱਲੀੋਂ 2 ਬੰਦੇ ਆ ਜਾਂਦੇ ਆ, ਜਿਹਨੂੰ ਮਰਜ਼ੀ ਭਜਾਈ ਫਿਰਦੇ ਆ ਪੂਰੇ ਪੰਜਾਬ ਦੇ ਵਿੱਚ। ਪਹਿਲਾਂ ਵੀ ਇਹ ਸੀ, ਅੱਜ ਵੀ ਇਹ। ਇਹ ਚੇਂਜ ਜਦ ਤੱਕ ਨਹੀਂ ਹੋਊਗਾ ਉਦੋਂ ਤੱਕ ਰੀਅਲ ਬੰਦੇ ਜਿਹੜੇ ਟਰੂਲੀ ਪਬਲਿਕ ਜਿਹਨੂੰ ਲਾਈਕ ਕਰਦੀ ਉਹ ਬੰਦੇ ਅੱਗੇ ਮਰਜ ਨਹੀਂ ਕਰਨਗੇ। ਇਹ ਕੰਟਰੀ ਦੀ ਪੋਲਿਟਿਕਸ ਚੇਂਜ ਨਹੀਂ ਹੈ। ਜੀ ਕਰਨਜੋਤ ਜੀ, ਸੇਮ ਸਵਾਲ ਜਿਹੜੇ ਪਲਾਹੀ ਸਾਹਿਬ ਵੱਲ ਤੁਰੇ ਨੇ ਉਹ ਤਾਂ ਹੈ ਹੀ ਨੇ, ਪਰ ਜਿਹੜਾ ਵੀ ਇੱਕ ਦਾ ਸਵਾਲ ਜਿਹੜਾ ਹਰੀਸ਼ ਰਾਏ ਜੀ ਨੇ ਵੀ ਵਿੱਚ ਐਡ ਕਰ ਦਿੱਤਾ ਕਿ ਪਲਾਂਟਿੰਗ ਬੰਦ ਕਰਨੀ ਪਵੇਗੀ। ਐਂਡ ਕਾਂਗਰਸ 'ਚ ਸਭ ਤੋਂ ਜ਼ਿਆਦਾ ਐਂਡ ਈਵਨ ਆਮ ਆਦਮੀ ਪਾਰਟੀ 'ਚ ਵੀ ਕਿਹਾ ਜਾ ਸਕਦਾ ਕਿ ਉੱਥੇ ਸਭ ਤੋਂ ਜ਼ਿਆਦਾ ਪਲਾਂਟਿੰਗ ਕੀਤੀ ਜਾਂਦੀ ਕਿ ਹਾਂ ਵੀ ਆਹ ਬੰਦਾ ਸੀ ਮੋਹਰੇ ਖੜਾ ਕਰਤਾ, ਇਹ ਕਰੇਗਾ ਉਹ ਕਰੇਗਾ। ਹੁਣ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵਾਰੀ-ਵਾਰੀ ਦੇਣੇ ਨੇ। ਜੀ ਦੇਖੋ, ਜਿੱਥੇ ਤੱਕ ਤਾਂ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਨੂੰ ਅਡਾਪਟ ਕਰਨ ਦੀ ਗੱਲ ਆ, ਜਿਵੇਂ ਕਿ ਟਾਂਡਾ ਸਾਹਿਬ ਨੇ ਕਿਹਾ, ਬਿਲਕੁਲ ਹੀ ਬੜੀ ਬੈਲੈਂਸਡ ਤੇ ਬੜੀ ਲੌਜੀਕਲ ਗੱਲ ਟਾਂਡਾ ਸਾਹਿਬ ਨੇ ਕਹੀ ਹੈ। ਐਂਡ ਆਈ ਟੋਟਲੀ ਐਗਰੀ ਵਿਦ ਹਿਮ that every state has its own challenges, his own pros and his own cons. Revenue generation ਹਰ state ਦੀ ਇੱਕ ਆਪਣੀ challenge ਆ। ਕਿੱਦਾਂ ਕੋਈ revenue grow ਕਰਦਾ, ਕਿੰਨੀਆਂ welfare schemes ਕੋਈ state ਨੂੰ ਦਿੰਦਾ, ਕਿੱਦਾਂ ਉਹਨੂੰ ਆਪਾਂ balance maintain ਕਰਦੇ ਆ, ਉਹਦਾ outcome ਆਪਾਂ ਕਿਸੇ state ਤੇ ਥੋਪ ਨਹੀਂ ਸਕਦੇ। It will be a complete disaster. As Pillai Saab stated, Gujarat model is a disaster for our own country, India. Right? But now I would like to come to Tanda Saab's third answer, ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ there has to be inner democracy in the party. ਟਾਂਡਾ ਸਾਹਿਬ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜਿਹੜਾ ਆ ਐਪੀਸੋਡ 3-4 ਦਿਨ ਚੱਲਿਆ, ਚਲੋ 40 ਵੋਟਾਂ 42 ਵੋਟਾਂ ਕਿਹਨੂੰ ਪਈਆਂ, that has to be, ਉਹ ਕੋਈ ਜਨਤਕ ਤਾਂ ਨਹੀਂ ਜੋ ਆਪਾਂ ਐਂਟੀਸਪੇਟ ਕਰ ਰਹੇ ਆ ਉਹ ਹੋ ਰਿਹਾ। ਪਰ ਸਾਡੀ ਪਾਰਟੀ ਵਿੱਚ ਜੇ ਕਦੀ ਰੰਧਾਵਾ ਸਾਹਿਬ ਨੂੰ ਮੋਹਰੇ ਕੀਤਾ ਗਿਆ, ਕਦੀ ਚੰਨੀ ਸਾਹਿਬ ਨੂੰ ਮੋਹਰੇ ਕੀਤਾ ਗਿਆ, ਕਦੀ ਜਾਖੜ ਸਾਹਿਬ ਨੂੰ ਮੋਹਰੇ ਕੀਤਾ ਗਿਆ, ਇਹਦਾ ਮਤਲਬ ਇਹੀ ਸੀਗਾ we have got ample leadership to project for the CM candidature.
ਕਦੀ ਕਿਸੇ ਨੂੰ ਆਪਸ ਚ ਜਦੋਂ ਪਾਰਟੀਆਂ ਨੇ 2 ਦਿਨ ਲਾ ਕੇ 1 ਦਿਨ ਲਾ ਕੇ ਜਦੋਂ ਡਿਸਕਸ਼ਨਸ ਹੋਈਆਂ ਕਰ ਕਰੂ ਕੇ ਇੱਕ ਬੈਟਰ ਆਊਟਕਮ ਹਾਈ ਕਮਾਂਡ ਦੀ ਉਹਦੇ ਆਉਣ ਨਾਲ ਇੰਟਰਵੀਨ ਨਾਲ ਹੋਣ ਨਾਲ ਨਿਕਲਿਆ। Now I would like to talk about internal democracy in Shiromani Akali Dal. Shiromani Akali Dal has always talked about federalism. ਸੂਬਿਆਂ ਦੀ ਗੱਲ ਜੀ, ਸੂਬਿਆਂ 'ਚ ਹੋਵੇ ਜੀ, ਸੂਬਿਆਂ ਨੂੰ ਪਾਵਰਾਂ ਮਿਲੇ, ਇਹ ਹੈ। ਮੈਂ ਪੁੱਛਣਾ ਕਹਿਣਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਇੰਟਰਨਲ ਡੈਮੋਕ੍ਰੇਸੀ ਹੈ? ਮੈਨੂੰ ਇਹ ਦੱਸਣ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਵਰਕਿੰਗ ਕਮੇਟੀ ਦੀ ਅੱਜ ਤੱਕ ਮੀਟਿੰਗ ਹੋਈ, ਜਨਤਕ ਹੋਈ ਹੋਵੇ ਤਾਂ ਇਹ ਮੈਨੂੰ ਦੱਸਣ। ਪਿਛਲੇ 10 ਸਾਲ 15 ਸਾਲਾਂ 'ਚ ਮੈਨੂੰ ਦੱਸਣ ਕਿ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਇੰਟਰਨਲ ਡੈਮੋਕ੍ਰੇਸੀ ਬਾਦਲ ਪਰਿਵਾਰ ਤੱਕ ਹੀ ਸੀਮਿਤ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਫੈਸਲੇ ਹੁੰਦੇ ਹਨ, ਜਿਹੜੇ ਉਹ ਲੰਬੀ ਤੋਂ ਹੁੰਦੇ ਹਨ ਜਾਂ ਬਾਦਲ ਸਾਹਿਬ ਦੇ ਘਰੋਂ ਹੁੰਦੇ ਹਨ, ਕੀ ਇਹ ਉਹਨੂੰ ਇੰਟਰਨਲ ਡੈਮੋਕ੍ਰੇਸੀ ਮੰਨਦੇ ਹਨ? ਕੀ ਗੁਰਚਰਨ ਸਿੰਘ ਟੌੜਾ ਜੀ ਨੂੰ ਉਸ ਟਾਈਮ ਤੇ ਖੁੱਡੇ ਲਾਈ ਲਾਣਾ ਇਹਨਾਂ ਦੀ ਇੰਟਰਨਲ ਡੈਮੋਕ੍ਰੇਸੀ ਸੀ? ਕੀ ਆਪਣਾ ਢੀਂਡਸਾ ਸਾਹਿਬ ਨੂੰ ਪਾਰਟੀ ਦਾ ਬਾਹਰ ਦਾ ਰਸਤਾ ਦਿਖਾਣਾ ਇਹਨਾਂ ਦੀ ਇੰਟਰਨਲ ਡੈਮੋਕ੍ਰੇਸੀ ਸੀ? ਕੀ ਬ੍ਰਹਮਪੁਰਾ ਜੀ ਨੂੰ ਕੱਢਣਾ ਇਹਨਾਂ ਦੀ ਇੰਟਰਨਲ ਡੈਮੋਕ੍ਰੇਸੀ ਸੀ? ਅਕਾਲੀ ਦਲ ਇੰਟਰਨਲ ਡੈਮੋਕ੍ਰੇਸੀ ਦੀ ਜੇ ਗੱਲ ਕਰੇ ਤਾਂ sorry to say respected Tanda Sahab ji, it is very difficult to digest because there is nothing like internal democracy in Shiromani Akali Dal. It is a family which is led by only and only Badal. जी हरीश राय जी जवाब जी 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 हरीश बिल्कुल। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਅਕਾਲੀ ਦਲ ਦੇ ਵਿੱਚ 67 ਤੇ 77 ਚ ਬਾਦਲ ਸਾਹਿਬ ਆਏ, ਫਿਰ ਬਰਨਾਲਾ ਸਾਹਿਬ ਆਏ, ਜਸਟਿਸ ਗੁਰਨਾਮ ਸਿੰਘ ਆਏ। ਇਹ ਤੁਹਾਨੂੰ ਨਾ ਮੈਂ ਯਾਦ ਕਰਾਉਣਾ ਚਾਹੁੰਦਾ, ਉਹ ਇੰਟਰਨਲ ਡੈਮੋਕ੍ਰੇਸੀ ਨਾਲ ਹੀ ਹੈ। ਇਹਦੇ ਬਾਅਦ ਹੁਣ ਵੀ ਰੈਗੂਲਰ ਸਾਡੀਆਂ ਮੀਟਿੰਗਸ ਹੁੰਦੀਆਂ, ਰੈਗੂਲਰ ਜਿਹਨਾਂ 'ਚ ਡਿਸਕਸ਼ਨਸ ਹੁੰਦੀਆਂ, ਜਿਹੜੇ ਪਾਰਟੀ ਦੀਆਂ ਪਾਲਿਸੀਜ਼ ਡਿਸਕਸ ਹੁੰਦੀਆਂ, ਉਹਦੇ ਵਿੱਚ ਐਵਰੀਵਨ ਹੈਜ਼ ਅ ਕੰਟਰੀਬਿਊਸ਼ਨ। ਦੇ ਵਿੱਚ ਮੈਂ ਕਈਆਂ 'ਚ ਨਿਰੰਤਰ ਜਾਂਦਾ। ਹੁਣ ਤੁਸੀਂ ਅਟੈਕ ਤਾਂ ਕੀਤਾ, ਤੁਸੀਂ ਅਟੈਕ ਕਰਕੇ ਇੱਕ ਗੱਲ ਦੱਸੋ ਮੈਨੂੰ, ਯੂ ਡੋਂਟ ਹੈਵ ਪ੍ਰੋਪਰ ਪ੍ਰੈਜ਼ੀਡੈਂਟ, ਐਡ ਹਾਕ ਪ੍ਰੈਜ਼ੀਡੈਂਟ। ਉਹ ਕਿਉਂ? ਜਿਹੜੇ 23 ਬੰਦੇ ਸਵਾਲ ਚੱਕਦੇ ਆ ਉਹਨਾਂ ਦੇ ਜਵਾਬ ਕਿਉਂ ਨਹੀਂ ਦਿੰਦੇ? 24ਵਾਂ ਬੰਦਾ ਉਹਨਾਂ 'ਚ ਐਡ ਹੋਣ ਜਾ ਰਿਹਾ ਕੈਪਟਨ ਸਾਹਿਬ। ਤੇ ਤੁਸੀਂ ਕੈਪਟਨ ਸਾਹਿਬ ਨੂੰ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਕੱਢਿਆ, ਆਈ ਥਿੰਕ ਯੂ ਹੋਏ ਆਨਸਰ। ਇਹ ਤੁਹਾਡੀ ਜਿਹੜੀ ਸੈਂਟਰ ਤੋਂ ਚੱਲਦੀ ਹੈ ਪੋਲਿਟਿਕਸ, ਉਹਦੇ ਤੋਂ ਚੱਲਦਾ। ਹੁਣ ਤੁਸੀਂ ਕੱਢਣ ਦੀ ਗੱਲ ਕਰਦੇ ਹੋ, ਢੀਂਡਸਾ ਸਾਹਿਬ ਕੱਢੇ ਨਹੀਂ ਗਏ। ਹਾਰਨ ਦੇ ਬਾਅਦ ਵੀ ਉਹਨਾਂ ਨੂੰ ਰਾਜ ਸਭਾ ਮਿਲੀ ਹੈ। ਢੀਂਡਸਾ ਸਾਹਿਬ ਦੇ ਬੇਟੇ ਨੂੰ 25 ਸਾਲ 3 ਦਿਨ ਹੋਏ ਸੀ ਜਦੋਂ ਉਹਨਾਂ ਨੂੰ ਟਿਕਟ ਮਿਲੀ ਸੀ। ਉਹ 2 ਮਿਨਿਸਟਰੀਆਂ ਰਹਿ ਕੇ ਗਏ ਹੈ, ਪ੍ਰੋਮੀਨੈਂਟ ਮਿਨਿਸਟਰੀਜ਼, ਜਿਹਦੇ 'ਚ PWD, ਫਾਈਨੈਂਸ ਮਿਨਿਸਟਰ। ਤੁਸੀਂ ਦੂਜਿਆਂ ਦੀ ਗੱਲ ਲੈ ਲਓ, ਤੋੜਾ ਸਾਹਿਬ, he remained longest time as president of STPC, who made Akali Dal. ਇਹਦੇ ਇਲਾਵਾ ਦੱਸਣਾ ਤੁਹਾਨੂੰ, ਬ੍ਰਹਮਪੁਰਾ ਜੀ was made member parliament, ਉਹਨਾਂ ਦਾ ਲੜਕਾ MLA ਜਿੱਤ ਕੇ ਆਇਆ। Don't say that, they have not been removed. ਸੁਖਬੀਰ ਬਾਦਲ ਜੀ ਜਦ ਪ੍ਰਧਾਨ ਬਣਿਆ, who proposed his name? ਢੀਂਡਸਾ ਸਾਹਿਬ। who seconded? ਬ੍ਰਹਮਪੁਰਾ। Don't attack people like this. ਤੁਸੀਂ ਜਿਹੜਾ ਅਟੈਕ ਕਰਦੇ ਹੋ ਨਾ, ਇਹ ਮੁਨਾਸਬ ਨਹੀਂ ਹੁੰਦਾ। First see the mirror. ਤੁਸੀਂ ਦੇਖੋ, ਓਨੈਸਟਲੀ ਬੋਲੋ ਕਿ ਇਨਰ ਪਾਰਟੀ ਡੈਮੋਕ੍ਰੇਸੀ ਕਾਂਗਰਸ ਪਾਰਟੀ 'ਚ ਹੈ? ਇਹ ਨਹੀਂ ਹੈ। ਲੈਟਸ ਐਕਸੈਪਟ ਦਿਸ ਫੈਕਟ ਕਿ ਟਰੂ ਇਲੈਕਸ਼ਨਸ ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਨਹੀਂ ਹੁੰਦੀਆਂ, ਮੈਂ ਇੰਕਲੂਡਿੰਗ ਅਕਾਲੀ ਦਲ ਵੀ ਕਹਿ ਰਿਹਾ। ਇਹ ਇਲੈਕਸ਼ਨਸ ਹੋਣੀਆਂ ਚਾਹੀਦੀਆਂ। ਇਹ ਜੇ ਤੁਸੀਂ ਇਨਰ ਪਾਰਟੀ ਡੈਮੋਕ੍ਰੇਸੀ ਨਹੀਂ ਕਰੋ, ਗਰੋਥ ਨਹੀਂ ਹੋਊਗੀ ਪਾਰਟੀ ਦੀ। ਕਾਂਗਰਸ ਸਟੈਗਨੇਟ ਕਿਉਂ ਕੀਤੀ ਹੈ? ਸਟੈਗਨੇਟ ਇਸ ਲਈ ਕੀਤੀ ਹੈ ਕਿ ਜਿਹੜਾ ਬੰਦਾ ਐਸਪਾਇਰ ਨਹੀਂ ਕਰਦਾ, ਜਿਹੜਾ ਲੀਡ ਨਹੀਂ ਕਰ ਸਕਦਾ, ਉਹਨੂੰ ਤੁਸੀਂ ਰਿਟੇਨ ਕਰਕੇ ਰੱਖਿਆ ਹੋਇਆ। ਜਿਹੜੇ ਦੂਜੇ ਬੰਦੇ ਐਸਪਾਇਰ ਕਰਦੇ ਆ, ਉਹਨਾਂ ਨੂੰ ਤੁਸੀਂ ਦਬ ਕੇ ਰੱਖਿਆ ਹੋਇਆ। ਦੈਟਸ ਵਾਈ ਕਾਂਗਰਸ ਅਨਏਬਲ ਟੂ ਮੈਚ। ਬੀਜੇਪੀ 5 ਸਾਲ ਪੂਰਾ ਇੱਕ ਦਿਨ ਕੰਮ ਕਰਦੇ ਆ, ਉਹਨਾਂ ਦੇ ਲੀਡਰ 20 ਲੀਡਰ ਜਾ ਕੇ ਪਹੁੰਚ ਜਾਂਦੇ ਇਲੈਕਸ਼ਨ। ਤੁਹਾਡਾ ਲੀਡਰ ਪਹੁੰਚਦਾ ਇਲੈਕਸ਼ਨ ਤੋਂ ਮਹੀਨਾ ਪਹਿਲਾਂ, ਸੋ ਹੀ ਕੈਨ ਨਾਟ। ਸੋ ਦਿੱਕਤ ਆ ਹੈ, ਇਹਨੂੰ ਅੰਡਰਸਟੈਂਡ ਕਰੋ। ਤੁਹਾਡੇ ਲਈ ਵੀ ਅੱਛਾ ਹੋਊਗਾ ਕਾਂਗਰਸ ਲਈ ਜੇ ਤੁਸੀਂ ਇਨਰ ਪਾਰਟੀ ਡੈਮੋਕ੍ਰੇਸੀ ਲਿਆਓਗੇ, ਲੀਡਰਸ਼ਿਪ ਅੱਛੀ ਨੂੰ ਅੱਗੇ ਲੈ ਕੇ ਆਓਗੇ, ਸਿਸਟਮ ਬੈਟਰ ਹੋ ਜਾਊਗਾ। ਜੀ ਮੱਲੀ ਸਾਹਿਬ, ਸੇਮ ਸਵਾਲ ਕਿ ਹਾਂ ਵੀ ਜਿਹੜਾ ਦਿੱਲੀ ਮਾਡਲ ਦੀ ਗੱਲ ਕੀਤੀ ਜਾਂਦੀ ਬਾਰ-ਬਾਰ, ਉਹ ਟੋਟਲੀ ਫੇਲ। ਦਿੱਲੀ ਮਾਡਲ ਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਦਿੱਲੀ ਅਸੀਂ ਵਾਅਦੇ ਕੀਤੇ ਸੀ ਉਹ ਇੱਥੇ ਵੀ ਕਰਨੇ ਹੈਗੇ ਆ। ਦਿੱਲੀ ਮਾਡਲ ਦਾ ਮਤਲਬ ਇਹ ਹੈ ਕਿ ਜੋ ਵੀ ਅਸੀਂ ਵਾਅਦੇ ਕਰਾਂਗੇ ਉਹਨਾਂ ਨੂੰ 100% ਪੂਰੇ ਕਰਾਂਗੇ। ਸੋ ਇਹ ਗਲਤ ਲੈਂਦੇ ਇਸ ਗੱਲ ਨੂੰ ਕਿ ਜੋ ਦਿੱਲੀ ਮਾਡਲ ਉਹ ਇਸੇ ਤੇ ਅਪਲੀਕੇਬਲ ਕਰਨਾ। ਦਿੱਲੀ ਮਾਡਲ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਮੈਨੀਫੈਸਟੋ ਹੋਏਗਾ ਪੰਜਾਬ 'ਚ ਬਣੇਗਾ ਅਕੋਰਡਿੰਗ ਟੂ ਸਰਕਮਸਟੈਂਸ ਆਫ ਦਾ ਪੰਜਾਬ। ਜਦੋਂ ਪੰਜਾਬ ਦੀ ਇਕਨੋਮੀ ਦੇਖ ਕੇ, ਪੰਜਾਬ ਦੇ ਹਾਲਾਤ ਦੇਖ ਕੇ ਜਿਹੜਾ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਉਹ ਹੂਬ ਅਸੀਂ ਲਾਗੂ ਕਰੇ। ਸਾਡਾ ਦਿੱਲੀ ਮੈਨੀਫੈਸਟੋ ਦਾ ਮਤਲਬ ਇਹ ਹੈਗਾ ਆ। ਜਿੱਥੋਂ ਤੱਕ ਗੱਲ ਹੈਗੀ ਆ ਰੈਵਨਿਊ ਕ੍ਰੀਏਸ਼ਨ ਦੀ ਜੀ, ਰੈਵਨਿਊ ਤਾਂ ਕ੍ਰੀਏਟ ਹੋਣਾ ਜੇ ਜਿਹੜੇ ਮਾਫੀਆ ਰਾਜ ਖਤਮ ਹੋਵੇ। ਜਦੋਂ ਤੱਕ ਮਾਫੀਆ ਰਾਜ ਖਤਮ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਰੈਵਨਿਊ ਜਨਰੇਟ ਨਹੀਂ ਹੋਣਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ
ਘੱਟੋ ਘੱਟ 95,000 ਕਰੋੜ ਰੁਪਈਆ ਸਾਲ ਦਾ ਇਹਨਾਂ ਜਿਹੜੇ ਮਾਫੀਆ ਚਲਾ ਰਹੇ ਹੈਗੇ ਪੋਲੀਟੀਸ਼ੀਅਨ ਉਹਨਾਂ ਜੇਬਾਂ ਜਾਂਦਾ ਹੈਗਾ ਆ। ਜੇ ਇਸ ਗੱਲ ਕਿ ਟਰਾਂਸਪੋਰਟ ਮਾਫੀਆ ਦੀ ਤਾਂ ਜੇ ਤੁਹਾਨੂੰ ਪਤਾ ਹੈ ਕਿ ਰੋਡਵੇ ਸਾਰੀ ਫੇਲ ਕਰਕੇ ਪਹਿਲੇ ਜਿਹੜੇ ਪ੍ਰਾਈਵੇਟ ਬੱਸ ਸਰਵਿਸ ਸ਼ੁਰੂ ਕੀਤੀ ਹੈਗੀ ਆ ਉਹਦੇ 99% ਜਿਹੜੀਆਂ ਬੱਸਾਂ ਹੈਗੀਆਂ ਇਹਨਾਂ ਪੋਲੀਟੀਸ਼ੀਅਨ ਦੀ ਹੈਗੀਆਂ ਆ। ਜੇ ਕਿਤੇ ਪੰਜਾਬ ਦੇ 5,000 ਜਿਹੜੀ ਬੱਸ ਹੈਗੀ ਆ ਪ੍ਰਾਈਵੇਟ ਰਜਿਸਟਰਡ ਹੋਈ ਹੈਗੀ ਆ, ਚੱਲਦੀ ਘੱਟੋ 15 ਤੋਂ 20,000 ਬੱਸ ਚੱਲਦੀ ਹੈਗੀ ਪ੍ਰਾਈਵੇਟ। ਇੱਕ ਪਰਮਿਟ ਤੇ 5-10 ਬੱਸਾਂ ਚੱਲ ਜਾਏਗੀ ਨਾ ਲੋਕਾਂ ਮਨੀ ਸਾਹਿਬ ਤੁਹਾਡੇ ਲੌਜਿਕ ਬਿਲਕੁਲ ਠੀਕ ਹੈ, ਪਰ ਇੱਥੇ ਗੱਲ ਚੱਲ ਰਹੀ ਹੈ ਕਿ ਜਿਹੜੀ ਰਿਆਇਤਾਂ ਦੀ ਰਾਜਨੀਤੀ ਹੈ ਜਿਹੜੀਆਂ ਆਲਰੇਡੀ ਦੋ ਪਾਰਟੀਆਂ ਕਰ ਰਹੀਆਂ ਨੇ, ਚਾਹੇ ਮੈਂ ਅਕਾਲੀ ਦਲ ਦੀ ਗੱਲ ਕਰਾਂ, ਤੁਸੀਂ ਹਾਲੇ ਤੱਕ ਪਹਿਲੀ ਹੀ ਜਿਹੜੀ ਗੱਲ ਕੀਤੀ ਸੀ ਕਿ ਤੁਹਾਡੀ ਪਾਰਟੀ ਨੇ ਪੰਜਾਬ ਵਿੱਚ ਜਿਹੜੀ ਇੱਕੋ ਅਨਾਉਂਸਮੈਂਟ ਕੀਤੀ ਹਜੇ ਤੱਕ ਬਿਜਲੀ ਦੀ, ਉਹਦੇ ਵੀ ਉਹ ਵੀ ਇੱਕ ਰਿਆਇਤ ਦੇ ਅੰਡਰ ਹੀ ਕਾਊਂਟ ਹੁੰਦੀ ਹੈ, ਕਿਉਂਕਿ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਪੰਜਾਬ ਆਲਰੇਡੀ ਕਾਫੀ ਘਾਟੇ ਵਿੱਚ ਚੱਲ ਰਿਹਾ, 3 ਲੱਖ ਕਰੋੜ ਜਿਹੜਾ ਹੈ ਘਾਟਾ ਚੱਲ ਰਿਹਾ ਪੰਜਾਬ ਦੇ ਉੱਪਰ, ਵਿਆਜ ਕਹਿ ਲਓ ਲੋਨ ਕਹਿ ਲਓ, ਪਰ ਸੇਮ ਤੇ ਉੱਤੇ ਆਪਾਂ ਜੋ ਰਿਆਇਤਾਂ ਦੀ ਗੱਲ ਕਰਦੇ ਤੇ ਹੋਰ ਆਪਾਂ ਘਾਟਾ ਦੇਵਾਂਗੇ, ਹੋਰ ਆਪਾਂ ਉਸ ਨੂੰ ਕਹਿ ਲਈਏ ਕਰਜ਼ਾਈ ਕਰ ਦੇਵਾਂਗੇ, ਤਾਂ ਉੱਥੇ ਤੇ ਗੱਲ ਘਾਟਾ ਹੋਰ ਬਿਲਕੁਲ ਨਹੀਂ ਪੈ ਗਿਆ। ਮੈਂ ਦੱਸ ਦਿੰਦਾ ਕਿੱਦਾਂ ਨਹੀਂ ਪੈਣਾ ਘਾਟਾ। ਜਿਹੜੇ ਰੈਵਨਿਊ ਲੀਕੇਜ ਹੁੰਦੀ ਹੈਗੀ ਆ, ਜਿਹੜੀ ਮੈਂ ਤੁਹਾਨੂੰ ਦੱਸਿਆ 95,000 ਕਰੋੜ ਲੀਕੇਜ ਹੁੰਦੀ ਹੈ ਰੈਵਨਿਊ ਸਾਲ ਦੀ, ਉਹੀ ਬੰਦ ਹੋ ਜਾਵੇ, ਪੈਸਾ ਸਰਕਾਰ ਕੋ ਆਵੇ ਤਾਂ ਅਸੀਂ ਲੋਕਾਂ ਫੈਸਿਲਿਟੀਆਂ ਦੇਵਾਂਗੇ। ਦਿੱਲੀ ਦਿੱਤੀਆਂ ਫੈਸਿਲਿਟੀਆਂ, ਜਦੋਂ ਤੱਕ ਰੈਵਨਿਊ ਜਾਂ ਲੀਕੇਜ ਨਹੀਂ ਹੋਣ ਹੱਦਾ ਉਦੋਂ ਤੱਕ ਇਹਦਾ ਮਸਲਾ ਨਹੀਂ ਹੋਣਾ। ਲੀਕੇਜ ਕੌਣ ਕਰਦਾ? ਲੀਕੇਜ ਅੱਜ ਤੱਕ ਕਿਹਨੇ ਕੀਤਾ ਲੀਕੇਜ ਰੈਵਨਿਊ? ਜਿਨ੍ਹਾਂ ਨੇ ਜਿਹੜੀਆਂ ਪਾਰਟੀਆਂ ਨੇ ਪੰਜਾਬ ਤੇ ਅੱਜ ਤੱਕ ਰਾਜ ਕੀਤਾ, ਚਾਹੇ ਕਾਂਗਰਸ ਆ ਚਾਹੇ ਅਕਾਲੀ ਭਾਜਪਾ, ਇਹਨਾਂ ਦੋਹਾਂ ਪਾਰਟੀਆਂ ਤੋਂ ਬਗੈਰ ਤੀਜੀ ਪਾਰਟੀ ਨਹੀਂ ਪੰਜਾਬ ਚ ਹੈਗੀ। ਇਹਨਾਂ ਨੇ ਹੀ ਜਿਹੜਾ ਰੈਵਨਿਊ ਹੈਗਾ ਆ ਉਹ ਲੀਕੇਜ ਕੀਤਾ ਹੈਗਾ ਔਰ ਦਿਨ ਕਰ ਰਿਹਾ ਹੈਗਾ। ਜੇ ਮੈਂ ਗੱਲ ਕਰਾਂ ਗਵਰਨਮੈਂਟ ਐਜੂਕੇਸ਼ਨ ਸਿਸਟਮ ਦੀ, ਤਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਹੈਗਾ ਆ ਪਿਛਲੇ ਕੋਈ 30-35 ਸਾਲ ਤੋਂ ਜਿਹੜਾ ਬਿਲਕੁਲ ਕੋਲੈਪਸ ਹੋ ਚੁੱਕਾ ਆ। ਇਹਨਾਂ ਪੋਲੀਟੀਸ਼ੀਅਨ ਨੇ ਗਵਰਨਮੈਂਟ ਸਕੂਲ, ਗਵਰਨਮੈਂਟ ਕਾਲਜ, ਗਵਰਨਮੈਂਟ ਯੂਨੀਵਰਸਿਟੀ ਫੇਲ ਕਰਕੇ ਆਪਣੇ ਪ੍ਰਾਈਵੇਟ ਸਕੂਲ, ਆਪਣੇ ਪ੍ਰਾਈਵੇਟ ਕਾਲਜ, ਆਪਣੇ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਰਹੀਆਂ ਹੈਗੀਆਂ, ਜਿੱਥੇ ਕਿ ਫੀਸਾਂ ਇੰਨੀਆਂ ਜ਼ਿਆਦਾ ਹੈਗੀਆਂ ਕਿ ਸਧਾਰਨ ਬੰਦਾ ਆਪਣੇ ਬੱਚੇ ਨੂੰ ਪੜ੍ਹਾ ਸਕਦਾ ਆ। ਸਾਡੀ ਸੋਚ ਇਹ ਹੈਗੀ ਆ ਕਿ ਅਸੀਂ ਜਿਹੜਾ ਪੁਰਾਣਾ ਸਿਸਟਮ ਹੈ ਉਹਨੂੰ ਰਿਵਾਈਵ ਕਰਾਂਗੇ, ਲੋਕਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ। ਜਦੋਂ ਤੱਕ ਸਮਾਜ ਪੜ੍ਹਿਆ ਲਿਖਿਆ ਨਹੀਂ ਹੋਏਗਾ ਉਦੋਂ ਤੱਕ ਜਿਹੜੀ ਤਰੱਕੀ ਨਹੀਂ ਹੋ ਸਕਦੀ। ਸੋ ਇਹ ਨਹੀਂ ਜਾਣਬੁੱਝ ਕੇ ਜਿਹੜਾ ਸਮਾਜ ਨੇ ਪੜ੍ਹ ਰੱਖਿਆ ਹੈਗਾ ਹੈ ਪੋਲੀਟੀਸ਼ੀਅਨ ਨੇ, ਇਹ ਚਾਹੁੰਦੇ ਨਹੀਂ ਹੈਗਾ ਕਿ ਜਿਹੜੇ ਆਮ ਲੋਕੀ ਪੜ੍ਹ ਲਿਖ ਜਾਣ, ਕਿਉਂਕਿ ਇਹਨਾਂ ਪਤਾ ਜੀ ਇਹ ਆਮ ਲੋਕੀ ਪੜ੍ਹ ਲਿਆ ਹੈ ਕਹਿੰਦੀ ਆਪਣੀ ਸੋਚ ਦੇ ਬਰਾਬਰ ਵੋਟਾਂ ਪਾਉਣੀਆਂ, ਆਪਣੀ ਸੋਚ ਦਾ ਸਭ ਕਰਨਾ ਹੈਗਾ। ਸੋ ਇਸ ਕਰਕੇ ਇਹ ਲੋਕੀ ਜਿਹੜੇ ਹੈਗੇ ਇਹ ਚਾਹੁੰਦੇ ਨਹੀਂ ਹੈਗੇ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਸੁਧਾਰ ਆਵੇ। ਹੈਲਥ ਸਿਸਟਮ ਦੀ ਇਹੀ ਗੱਲ ਹੈਗੀ ਆ, ਪ੍ਰਾਈਵੇਟ ਜੇ ਗਵਰਨਮੈਂਟ ਹਸਪੀਟਲ ਹੈਗੇ ਆ, ਗਵਰਨਮੈਂਟ ਡਿਸਪੈਂਸਰੀ ਸਾਰੀਆਂ ਫੇਲ ਹੋ ਚੁੱਕੀਆਂ ਹੈਗੀਆਂ ਆ, ਔਰ ਉਹਦੇ ਖਿਲਾਫ ਜਿਹੜੇ ਪ੍ਰਾਈਵੇਟ ਹਸਪੀਟਲ ਕਿੱਦਾਂ ਧੜਾਧੜ ਬਣੀ ਜਾ ਰਹੇ ਆ, ਜਿੱਥੇ ਇਲਾਜ ਇੰਨਾ ਜ਼ਿਆਦਾ ਮਹਿੰਗਾ ਹੈਗਾ ਆ। ਆਮ ਸਧਾਰਨ ਬੰਦਾ ਹੈਗਾ ਆਪਣਾ ਇਲਾਜ ਨਹੀਂ ਕਰਾ ਸਕਦਾ, ਗਰੀਬ ਲੋਕੀ ਦਾ ਇਲਾਜ ਦੁੱਖੇ ਮਰ ਜਾਂਦੇ ਆ। ਉਹ ਦਿੱਲੀ ਵਿੱਚ ਦੋ ਹੀ ਸਿਸਟਮ ਦੇਖੋ ਜਿਹੜੇ ਉੱਥੇ ਰੈਵੋਲੂਸ਼ਨ ਆਇਆ, ਔਰ ਇਸ ਕਰਕੇ ਦੁਨੀਆ ਮੰਨਦੀ ਹੈਗੀ ਆ, ਦੁਨੀਆ ਮੰਨਦੀ ਇਸ ਕਰਕੇ ਵੀ ਹਾਂ ਦਿੱਲੀ ਵਿੱਚ ਇਹਨਾਂ ਦੋਹਾਂ ਕੰਮਾਂ ਦੇ ਬਹੁਤ ਵਧੀਆ ਰੈਵੋਲੂਸ਼ਨ ਆਇਆ ਹੈਗਾ। ਸੋ ਅਸੀਂ ਇਹੀ ਚਾਹੁੰਦੇ ਹੈਗੇ ਆ ਜਿਹੜੇ ਰੈਵਨਿਊ ਲੀਕੇਜ ਹੁੰਦਾ ਹੈਗਾ ਉਹਨੂੰ ਰੋਕਾਂਗੇ, ਰੋਕਣ ਤੋਂ ਬਾਅਦ ਉਹੀ ਜਿਹੜਾ ਹੈਗਾ ਆ ਰੈਵਨਿਊ ਜਿਹੜਾ ਹੈਗਾ ਅਸੀਂ ਲੋਕਾਂ ਦੇ ਖਰਚ ਕਰਾਂਗੇ। ਇਸ ਕਰਕੇ ਕੋਈ ਏਦਾਂ ਦੀ ਜਿਹੜੀ ਗੱਲ ਹੈ ਨਹੀਂ ਆ ਵੀ ਅਸੀਂ ਜੇ 300 ਯੂਨਿਟ ਫ੍ਰੀ ਦੇਣੀ ਹੈਗੀ ਆ ਉਹਨਾਂ ਘਾਟਾ ਪਾਣਾ ਆ। ਸੋ ਅਸੀਂ ਸਾਰੇ ਜਿਹੜੇ ਬਿਜਲੀ ਬਾਰੇ ਦੇ ਸਮਝੌਤੇ ਉਹ ਸਾਰੇ ਰੱਦ ਕਰਾਂਗੇ, ਬਿਜਲੀ ਸਸਤੀ ਕਰਾਂਗੇ, ਔਰ ਜਿਹੜੇ ਰੈਵਨਿਊ ਲੀਕੇਜ ਹੈਗਾ ਉਹ ਰੋਕ ਕੇ ਅਸੀਂ ਲੋਕਾਂ ਦੇ ਉੱਪਰ ਲਾਵਾਂਗੇ ਜੀ। ਸੋ ਹੁਣ ਅਸੀਂ ਆਪਣੀ ਇਸ ਪੂਰੀ ਵਿਚਾਰ ਚਰਚਾ ਦੇ ਆਖਰੀ ਪੜਾਅ ਵੱਲ ਆ ਗਏ ਹਾਂ, ਜਿੱਥੇ ਮੈਂ ਫਿਰ ਪਲਾਹੀ ਸਾਹਿਬ ਤੋਂ ਗੱਲ ਸ਼ੁਰੂ ਕਰਾਂਗਾ। ਪਲਾਹੀ ਸਾਹਿਬ, ਚਲੋ ਜੋ ਵੀ ਰੰਗ ਅਸੀਂ ਦੇਖੇ ਆ ਪਿਛਲੇ ਬੀਤੇ ਦਿਨਾਂ ਦੇ ਵਿੱਚ, ਪਰ ਪੰਜਾਬ ਦੇ ਮਸਲੇ ਉੱਥੇ ਹੀ ਖੜੇ ਨੇ। ਕੋਈ ਨਵਾਂ ਚਿਹਰਾ ਆਵੇ, ਕੋਈ ਨਵਾਂ ਨੁਮਾਇੰਦਾ ਆ ਜਾਵੇ, ਕੋਈ ਨਵੀਂ ਅਨਾਉਂਸਮੈਂਟ, ਪਰ ਜਿਹੜੇ ਮੁੱਦੇ ਨੇ ਉੱਥੇ ਹੀ ਖੜੇ ਨੇ। ਪੰਜਾਬ ਦੇ ਮਸਲੇ ਸਾਡੇ ਸਾਰਿਆਂ ਦੇ ਸਾਂਝੇ ਮਸਲੇ ਨੇ। ਸੋ ਕੀ ਉਮੀਦ ਕਰਦੇ ਹੋ ਕਿ ਅਲੱਗ-ਅਲੱਗ ਪਾਰਟੀਆਂ ਆਉਣ ਵਾਲੇ ਦਿਨਾਂ ਵਿੱਚ ਕੀ ਨਵਾਂ ਪੇਸ਼ ਕਰੇ ਤਾਂ ਜੋ 22 ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਨੇ ਉਸ ਤੋਂ ਬਾਅਦ ਪੰਜਾਬ ਜਿਹੜਾ ਹੁਣ ਮੌਜੂਦਾ ਕੰਡੀਸ਼ਨ ਵਿੱਚ ਚੱਲ ਰਿਹਾ ਉਸ ਤੋਂ ਬਿਹਤਰ ਵੱਲ ਅਸੀਂ ਵਧੀਏ? ਮੋਹਿਤ ਜੀ, ਚਾਹੀਦਾ ਤਾਂ ਇਹ ਹੈ ਕਿ ਹਰ ਪਾਰਟੀ ਆਪਣਾ ਚੋਣ ਮੈਨੀਫੈਸਟੋ ਲਿਆਵੇ, ਇਸ ਢੰਗ ਦਾ ਚੋਣ ਮੈਨੀਫੈਸਟੋ ਲਿਆਵੇ ਜਿਹੜਾ ਬਾਅਦ ਵਿੱਚ ਉਹਨੂੰ ਕਾਨੂੰਨੀ ਵੈਧਤਾ ਵੀ ਜਿਹਦੀ ਹੋਵੇ। ਜਿਹੜੀਆਂ ਗੱਲਾਂ ਉਹ ਕਹਿਣ, ਜਿਹੜੇ ਰਿਆਇਤਾਂ ਦੇਣ ਦੀ ਗੱਲ ਕਰਨ, ਕੋਈ ਮੁੱਦਿਆਂ ਨੂੰ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕਰਨ, ਰੁਜ਼ਗਾਰ ਦੇਣ ਦੀ ਗੱਲ ਕਰਨ, ਜਿਵੇਂ ਐਜੂਕੇਸ਼ਨ ਪ੍ਰਾਈਵੇਟ, ਜਿਵੇਂ ਕਿ ਮੱਲੀ ਸਾਹਿਬ ਨੇ ਗੱਲ ਕਹੀ ਹੈ ਕਿ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਬਾਰੇ ਸਪਸ਼ਟੀਕਰਨ ਦੇਣ। ਤੇ ਮੈਂ ਸਮਝਦਾ ਕਿ ਪੰਜਾਬ ਦੇ ਮੁੱਦੇ ਮਸਲਿਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜੇ ਇੱਕ ਆਪਣਾ ਵੱਖਰਾ ਦ੍ਰਿਸ਼ਟਾਂਤ ਲੋਕਾਂ ਦੇ ਸਾਹਮਣੇ ਪੇਸ਼ ਕਰਨਗੀਆਂ ਤੇ ਮੇਰੀ ਸਮਝ ਵਿੱਚ ਪੰਜਾਬ ਦੀ ਆਉਣ ਵਾਲੀ ਜਿਹੜਾ ਸਮਾਂ ਹੈ ਉਹ ਬਿਹਤਰ ਹੋ ਸਕੇਗਾ, ਕਿਉਂਕਿ ਪੰਜਾਬ ਦੇ ਮਸਲੇ ਬੜੇ ਵੱਡੇ ਨੇ। ਬੇਰੁਜ਼ਗਾਰੀ ਸਭ ਤੋਂ ਵੱਡੀ ਸਾਡੇ ਲਈ
ਸੱਟ ਹੈ, ਜਿਹਦੇ ਕਰਕੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਿਹਾ। ਪੰਜਾਬ ਦੀ ਇਕਨੋਮੀ ਜਿਹੜੀ ਖਰਾਬ ਹੋ ਚੁੱਕੀ ਆ, ਪੰਜਾਬ ਦੇ ਕਿਸਾਨਾਂ ਦੇ ਮਸਲੇ ਤੁਹਾਡੇ ਸਾਹਮਣੇ ਨੇ, ਜਿਨ੍ਹਾਂ ਬਾਰੇ ਵਿਚਾਰ ਚਰਚਾ ਆਪਾਂ ਵੱਖੋ ਵੱਖਰੇ ਸਮੇਂ ਤੇ ਕਰਦੇ ਰਹੇ ਹਾਂ। ਔਰ ਜਿਹੜੀ ਗੱਲ ਅੱਜ ਵੱਖੋ ਵੱਖਰੇ ਸਾਡੇ ਪੋਲੀਟੀਕਲ ਲੋਕਾਂ ਨੇ ਇੱਥੇ ਕੀਤੀ ਹੈ, ਮੈਂ ਸਮਝਦਾ ਵੀ ਬੜੀ ਅੱਛੀ ਡਿਸਕਸ਼ਨ ਹੋਈ ਹੈ। ਔਰ ਇਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਕਿ ਇੰਟਰਨਲ ਪਾਰਟੀ ਦੀ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਤਾਂ ਕਿ ਚੰਗੇ ਲੀਡਰ ਜਿਹੜੇ ਆ, ਚੰਗੇ ਲੋਕ ਸਾਹਮਣੇ ਆਉਣ। ਦੂਜਾ, ਪਲਾਂਟਿੰਗ ਜਿਹੜੀ ਆ, ਲੀਡਰਾਂ ਦੀ ਪਲਾਂਟਿੰਗ ਉਹ ਬੰਦ ਕੀਤੀ ਜਾਵੇ ਔਰ ਪਾਰਟੀ ਘਰੋਂ ਘਰ ਜਾ ਕੇ ਟਿਕਟਾਂ ਨਾ ਵੰਡੇ, ਸਗੋਂ ਇੱਕ ਵੱਖਰੇ ਢੰਗ ਦੇ ਨਾਲ ਇੱਕ ਬਕਾਇਦਾ ਤੌਰ ਤੇ ਵਰਕਿੰਗ ਕਮੇਟੀਆਂ ਦੇ ਵਿੱਚ ਹੋਰ ਥਾਂ ਤੇ ਫੈਸਲੇ ਕਰਕੇ ਇਸ ਕਿਸਮ ਦੀ ਗੱਲ ਕੀਤੀ ਜਾਵੇ ਤੇ ਉਹ ਜ਼ਿਆਦਾ ਸਾਰਥਕ ਹੋਏਗਾ, ਬਜਾਏ ਇਸ ਦੇ ਕਿ ਮੁੱਖ ਮੰਤਰੀ ਦੇ ਸਿਰਫ ਤੇ ਸਿਰਫ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਇਲੈਕਸ਼ਨ ਨਾ ਲੜੀ ਜਾਏ, ਸਗੋਂ ਮੁੱਦੇ ਮਸਲਿਆਂ ਨੂੰ ਲੈ ਕੇ ਚੋਣਾਂ ਜਿਹੜੀਆਂ ਉਹ ਹੋਣ। ਤੇ ਮੈਂ ਸਮਝਦਾ ਕਿ ਪੰਜਾਬ ਜਿਹੜਾ ਕਦੇ ਪੂਰੇ ਹਿੰਦੁਸਤਾਨ ਦੇ ਵਿੱਚ ਸਿਖਰ ਤੇ ਸੀ, ਮੁੜ ਕੇ ਫੇਰ ਉਹਨਾਂ ਬੁਲੰਦੀਆਂ ਨੂੰ ਛੂਵੇ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਖਲਾਅ ਦੇਖਣ ਨੂੰ ਮਿਲ ਰਿਹਾ, ਨੇਤਾਵਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇੱਕ ਵਿਜ਼ਨ ਜਿਹੜਾ ਹੈ ਸਹੀ ਮਾਇਨਿਆਂ ਦੇ ਵਿੱਚ ਪੰਜਾਬ ਦੀ ਤਰੱਕੀ ਦਾ, ਉਹ ਗਾਇਬ ਹੁੰਦਾ ਜਾ ਰਿਹਾ, ਖਲਾਅ ਸਾਨੂੰ ਦਿਖਾਈ ਦਿੰਦਾ। ਉਹ ਸਿਰਫ ਤੇ ਸਿਰਫ ਲੀਡਰ ਲੋਕ ਹੀ ਉਸ ਨੂੰ ਪਰ ਸਕਦੇ ਨੇ ਔਰ ਚੰਗੇ ਲੀਡਰਾਂ ਦੀ ਕਮੀ ਜਿਹੜੀ ਹੈ ਇਸ ਵੇਲੇ ਸਾਨੂੰ ਖਟਕ ਰਹੀ ਹੈ। ਸੋ ਮੈਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਉਹਨਾਂ ਕੋਲ ਮੈਂ ਉਹਨਾਂ ਦੀ ਕਲੋਜ਼ਿੰਗ ਸਟੇਟਮੈਂਟ ਲੈਣਾ ਚਾਹਾਂਗਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਕੀ ਮਾਹੌਲ ਦੇਣਾ ਚਾਹਣਗੇ ਪੰਜਾਬ ਨੂੰ ਤਾਂ ਜੋ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਬਿਲਕੁਲ ਠੀਕ ਹੋ ਜਾਣ। ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਵਾਂਗਾ ਹਰੀਸ਼ ਰਾਏ ਜੀ ਤੋਂ। ਹਰੀਸ਼ ਰਾਏ ਜੀ, ਤੁਹਾਡੀ ਪਾਰਟੀ ਕੀ ਅਜਿਹਾ ਪੇਸ਼ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਅਸੀਂ ਬੜਾ ਕਲੀਅਰ ਕੀਤਾ ਹੈ ਕਿ ਜਿਹੜੀ ਪਹਿਲੀ ਸਾਡੀ ਗਵਰਨਮੈਂਟ ਸੀ ਉਹਦੇ 'ਚ ਅਸੀਂ ਇਨਫਰਾਸਟਰਕਚਰ ਤੇ ਤਰਜੀਹ ਦਿੱਤੀ ਸੀ। ਜਿਹੜੇ ਪੂਰੇ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਦੇ ਪਲਾਂਟ ਆਏ ਹੈ, ਸੜਕਾਂ ਬਣੀਆਂ, ਬ੍ਰਿਜਸ ਬਣੇ ਹੈ, ਰੇਲਵੇ ਓਵਰਬ੍ਰਿਜਸ ਬਣੇ ਹੈ। ਇਹ ਜਿਹੜਾ ਜੇ ਅਸੀਂ ਜਨਤਾ ਸਾਡੇ ਤੇ ਰਿਪੋਰਟ ਕਰਦੀ ਹੈ ਫਿਰ ਇਹ ਹੋਊਗਾ ਐਜੂਕੇਸ਼ਨ, ਹੈਲਥ ਇੰਪਰੂਵ ਕਰਨਾ, ਬੱਚਿਆਂ ਦੀ ਸਿਹਤ ਇੰਪਰੂਵ ਕਰਨਾ, ਲੋਕਾਂ ਨੂੰ ਅੱਛੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇਣਾ, ਹਰ ਜ਼ਿਲ੍ਹੇ ਦੇ ਵਿੱਚ ਇੱਕ ਅੱਛਾ ਹਸਪੀਟਲ ਦੇਣਾ। ਇਹ ਸਾਡਾ ਜਿਹੜੀ ਸੋਸ਼ਲ ਅਪਲਿਫਟਮੈਂਟ ਦਾ ਏਜੰਡਾ ਹੈ, ਅਸੀਂ ਪੂਰਾ ਕਰਾਂਗੇ ਜੀ। ਕਰਨਜੋਤ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਇਹੀ ਕਹਿਣਾ ਚਾਹੁੰਦਾ ਕਿ ਜੋ ਸਾਨੂੰ ਪੰਜਾਬ ਸਰਕਾਰ ਨੇ, ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਮੌਕਾ ਦਿੱਤਾ, ਉਹਦੇ ਵਿੱਚ ਸਾਡੇ ਕੋਲ ਜਦੋਂ ਗਵਰਨਮੈਂਟ ਆਈ, ਜਦੋਂ ਗਵਰਨਮੈਂਟ ਟ੍ਰਾਂਸਫਰ ਅਕਾਲੀ ਦਲ ਤੋਂ ਹੋ ਕੇ ਸਾਡੇ ਕੋਲ ਆਈ, ਤਾਂ ਸਾਡੇ ਕੋਲ ਬਹੁਤ ਵੱਡੇ ਵੱਡੇ ਚੈਲੰਜਿਸ ਸਾਨੂੰ ਫੇਸ ਕਰਨੇ ਪਏ। ਉਹ ਚਾਹੇ ਡਰੱਗ ਮੈਨੇਸ ਹੋਵੇ, ਉਹ ਚਾਹੇ ਸੈਂਡ ਮਾਈਨਿੰਗ ਨਾਲ ਰਿਲੇਟਡ ਹੋਵੇ, ਉਹ ਚਾਹੇ ਹੋਰ ਵੀ ਜਿਹੜੀਆਂ ਸੋਸ਼ਲ ਈਵਲਸ, ਜਿਹੜੀਆਂ ਸੋਸ਼ਲ ਮੈਨੇਸਿਸ, ਉਹ ਸਾਨੂੰ ਫੇਸ ਕਰਨੀਆਂ ਪੈਂਦੀਆਂ। ਬਟ ਅਸੀਂ ਉਸ ਚੀਜ਼ ਦਾ ਡੈਮੇਜ ਕੰਟਰੋਲ ਕਰਕੇ ਇੱਕ ਇੱਦਾਂ ਦੀਆਂ ਰਿਫਾਰਮ ਦੀਆਂ ਪਾਲਿਸੀਜ਼ ਲਿਆਉਣੀਆਂ ਕਿ ਸਟੇਟ ਨੂੰ ਆਪਾਂ ਉਹ ਚੀਜ਼ ਵਿੱਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਰ ਵੀ ਰਹੇ ਹਾਂ। ਜਿਵੇਂ ਕਿ ਜੇ ਮਾਈਨਿੰਗ ਪਾਲਿਸੀ ਦੀ ਗੱਲ ਕਰੀਏ, ਜਿਹੜੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਸੀ, ਅਸੀਂ ਉਹਨੂੰ ਈ ਆਕਸ਼ਨ ਕੀਤਾ ਜਿਹਦੇ ਨਾਲ ਉਹਨੂੰ ਆਪਾਂ ਸਬਸਿਡਾਈਜ਼ ਕਰ ਸਕੀਏ। ਤੇ ਹੁਣ ਚੰਨੀ ਸਾਹਿਬ ਨੇ ਨਵੀਂ ਸਟੇਟਮੈਂਟ ਦਿੱਤੀ ਹੈ ਕਿ ਜਿਹੜੇ ਆਪਣੇ ਖੇਤਾਂ, ਆਪਣੇ ਜਗ੍ਹਾ ਚੋਂ, ਆਪਣੇ ਪਲਾਟ ਚੋਂ ਜੇ ਸੈਂਡ ਮਾਈਨਿੰਗ ਕੋਈ ਪ੍ਰਾਈਵੇਟ ਬੰਦਾ ਉਹ ਕਰ ਸਕਦਾ ਵਾ, ਵਿਚ ਇਜ਼ ਕਰਬਿੰਗ ਦਾ ਸੈਂਡ ਮਾਫੀਆ। ਉਸ ਤੋਂ ਬਾਅਦ ਅਸੀਂ ਫਾਰਮਿੰਗ ਦੀ ਗੱਲ ਕਰੀਏ, ਜਿਹੜੀਆਂ ਫਾਰਮਿੰਗ ਪਾਲਿਸੀ ਸੀਗੀਆਂ ਉਹ ਆਪਾਂ ਪਰਸਿਊ ਕੀਤੀਆਂ। 5,62,474 ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਹਾਲ ਤੱਕ ਮਾਫ ਹੋਇਆ। ਗੰਨੇ ਦੀ MSP ਪ੍ਰੋਪਰ ਅਸੀਂ ਰੱਖੀ, ਜੋ ਕਿਸਾਨ ਚਾਹੁੰਦੇ ਸੀ ਉਹ ਰੱਖੀ। ਡਰੱਗ ਦੇ ਲਈ ਆਪਾਂ ਪਾਲਿਸੀ ਬਣਾਈ ਜਿਹਦੇ ਵਿੱਚ 27,774 NDPS ਕੇਸਿਸ ਦਰਜ ਹੋਏ, 33,622 ਲੋਕੀ ਅਰੈਸਟ ਹੋ ਚੁੱਕੇ ਆ। ਐਜੂਕੇਸ਼ਨ ਵਿੱਚ ਮੈਂ ਨਹੀਂ ਕਹਿੰਦਾ, ਤੁਸੀਂ ਸਰਚ ਕਰੋ, ਐਜੂਕੇਸ਼ਨ ਵਿੱਚ ਇੰਡੈਕਸ ਵਿੱਚ ਜਿਹੜੀ ਪੰਜਾਬ ਪ੍ਰਾਇਮਰੀ ਐਜੂਕੇਸ਼ਨ ਆਈ ਹੈ ਜੀ, ਉਹ ਨੰਬਰ 1 ਤੇ ਆਈ ਹੈ। 221 ਸਮਾਰਟ ਸਕੂਲ ਬਣਿਆ, 4000 ਸਮਾਰਟ ਸਕੂਲ, 4000 ਸਕੂਲਸ ਨੂੰ ਸਮਾਰਟ ਸਕੂਲਸ ਆਪਾਂ ਚ ਟ੍ਰਾਂਸਫਾਰਮ ਕੀਤਾ। ਤੇ ਇਹਦੇ ਵਿੱਚ ਹੋਰ ਵੀ, ਪਰ ਫਿਰ ਮੈਂ ਫੇਰ ਵੀ ਮੰਨਦਾ, ਟੂ ਕੱਟ ਦਾ ਲੌਂਗ ਸਟੋਰੀ ਸ਼ਾਰਟ, ਮੈਂ ਫੇਰ ਵੀ ਮੰਨਦਾ ਕਿ ਦੇਰ ਇਜ਼ ਆਲਵੇਜ਼ ਅ ਰੂਮ ਫॉर ਇੰਪਰੂਵਮੈਂਟ। ਬਹੁਤ ਕੁਝ ਪੰਜਾਬ ਸਰਕਾਰ ਨੇ ਕੀਤਾ, ਪਰ ਹਲੇ ਬਹੁਤ ਕੁਝ ਹੋਰ ਆ ਜੋ ਅਸੀਂ ਕਰਨਾ ਚਾਹੁੰਦੇ ਆ ਤੇ ਜੋ ਅਸੀਂ, ਸਾਨੂੰ ਜੇ ਪੰਜਾਬ ਦੇ ਲੋਕ ਮੌਕਾ ਦੇਣ ਤਾਂ ਕਰਾਂਗੇ। ਜੀ ਜੀ, ਮੱਲੀ ਸਾਹਿਬ, ਆਖਰੀ ਸਟੇਟਮੈਂਟ 1 ਮਿੰਟ। ਇਹ ਹੈਗਾ, ਦੇਖੋ ਜੀ, ਪੰਜਾਬ ਦੇ ਲੋਕਾਂ ਨੇ ਇਹਨਾਂ ਦੋਹਾਂ ਪਾਰਟੀਆਂ ਰਾਜ ਦੇਖ ਲਿਆ ਹੈਗਾ। ਪਿਛਲੇ 10 ਸਾਲ ਪਹਿਲਾਂ ਅਕਾਲੀ ਭਾਜਪਾ ਦਾ ਰਾਜ ਦੇਖ ਲਿਆ ਹੈਗਾ ਆ, ਔਰ ਉਹ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਨਕਾਰੇ ਹੈਗੇ ਆ। ਹੁਣ ਪਿਛਲੇ 4.5 ਸਾਲ ਦੇ ਵਿੱਚ ਕਾਂਗਰਸ ਦਾ ਰਾਜ ਵੀ ਦੇਖ ਰਿਹਾ, ਜਿਹੜਾ ਇਹਨਾਂ ਨੇ ਕਿਹਾ ਹੈਗਾ ਚੱਕਾ ਸਾਹਿਬ ਨੇ, ਕਰਨਜੋਤ ਨੇ, ਕਿ ਜਿਹੜਾ ਹੈਗਾ ਆ ਮਾਫੀਆ ਜਿਹੜਾ ਹੈਗਾ ਬੰਦ ਕਰਨਾ।
ਹੁਣ ਜਦ 4.5 ਸਾਲ ਬੱਚੇ ਨਹੀਂ ਹੋਵੇ ਕਹਾਂ ਇਹ ਕੀ ਕਰਨਗੇ। ਸੋ ਸਾਡੀ ਤਾਂ ਪਾਲਿਸੀ ਹੈਗੀ ਆ, ਜੋ ਦਿੱਲੀ ਅਸੀਂ ਕੀਤਾ ਆ ਉਹ ਜੋ ਵਾਅਦਾ ਕੀਤਾ ਕਰਕੇ ਦਿਖਾਇਆ ਹੈਗਾ। ਪੰਜਾਬ ਨੂੰ ਜੇ ਦੁਬਾਰਾ ਕੈਰੇਫੋਨ ਨੂੰ ਛੱਡ ਕੇ ਦੁਬਾਰਾ ਫੇਰ ਪੰਜਾਬ ਬਣਾਉਣਾ, ਨਵਾਂ ਪੰਜਾਬ ਬਣਾਉਣਾ ਆ, ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਆ ਉਹ ਦਿੱਲੀ ਦੀ ਧਰਤੀ ਹੋਣਾ ਚਾਹੀਦਾ, ਹੈਲਥ ਸਿਸਟਮ ਦਿੱਲੀ ਦੀ ਧਰਤੀ ਹੋਣਾ ਚਾਹੀਦਾ, ਕਰਪਸ਼ਨ ਸਾਰੀ ਬੰਦ ਹੋਣੀ ਚਾਹੀਦੀ ਹੈਗੀ ਆ, ਮਾਜਰਾ ਸਾਰਾ ਬੰਦ ਹੋਣਾ ਚਾਹੀਦਾ। ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਹੈਗੀ ਆ, ਇਹ ਲੋਕੀ ਤਾਂ ਉਹ ਆਪ ਕਰ ਰਹੇ ਹੈਗੇ ਆ ਜੀ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਬਲੇਮ ਗੇਮ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਇੱਕ ਚੰਗੇ ਢੰਗ ਦੇ ਨਾਲ ਲੋਕਾਂ ਦੇ ਹਿੱਤ ਲਈ ਕੰਮਕਾਜ ਕਰਨ, ਤਾਂ ਜੋ ਲੋਕਾਂ ਦਾ ਵਿਸ਼ਵਾਸ ਵੀ ਆਪਣੀ ਸਰਕਾਰ ਦੇ ਪ੍ਰਤੀ ਬਣਿਆ ਰਹੇ। ਸੋ ਅੱਜ ਦੀ ਇਸ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਾਰੇ ਹੀ ਸੱਜਣਾਂ ਦਾ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ। ਥੈਂਕ ਯੂ ਸੋ ਮਚ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਥੈਂਕ ਯੂ ਸੋ ਮਚ।